ਦੋਸਤੋ ਤੁਹਾਨੂੰ ਸਾਰਿਆਂ ਨੂੰ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਜੀ ਆਇਆਂ। ਅਸੀਂ ਹਰ ਰੋਜ਼ ਦੀ ਤਰ੍ਹਾਂ ਆਪਣੇ ਜਿਹੜੇ ਕਲਾ ਦੇ ਸਰੋਕਾਰ ਹੈ ਉਹਨਾਂ ਬਾਰੇ ਗੱਲਾਂ ਕਰਨ ਵਾਸਤੇ, ਆਪਣੇ ਰੰਗ ਸੰਘਰਸ਼ ਬਾਰੇ ਗੱਲਾਂ ਕਰਨ ਵਾਸਤੇ, ਆਪਣੀ ਰੰਗ ਯਾਤਰਾ ਬਾਰੇ ਗੱਲਾਂ ਕਰਨ ਵਾਸਤੇ, ਆਪਣੇ ਕ੍ਰੀਏਟਿਵ ਐਕਸਪੀਰੀਅੰਸ ਬਾਰੇ ਗੱਲਾਂ ਕਰਨ ਵਾਸਤੇ, ਕ੍ਰੀਏਟਿਵ ਐਕਸਪ੍ਰੈਸ਼ਨ ਨੂੰ ਅਸੀਂ ਬਿਆਨ ਕਰਨ ਵਾਸਤੇ ਅਸੀਂ ਹਰ ਰੋਜ਼ ਪਿਛਲੇ ਲਗਭਗ 32 ਦਿਨਾਂ ਤੋਂ ਅੱਜ 32ਵਾਂ ਐਪੀਸੋਡ ਹੈ ਸਾਡਾ ਇਸ ਦਾ। ਔਰ ਸਾਨੂੰ ਬੜੀ ਖੁਸ਼ੀ ਹੈ ਕਿ ਸਾਨੂੰ ਹਰ ਐਪੀਸੋਡ ਦਾ ਹਰ ਰੋਜ਼ ਜੋ ਵੀ ਅਸੀਂ ਰੰਗ ਸੰਘਰਸ਼ ਦੀਆਂ ਗੱਲਾਂ ਕੀਤੀਆਂ ਔਰ ਬਾਕੀ ਜਿਨ੍ਹਾਂ ਨੇ ਸੁਣੀਆਂ YouTube ਤੇ ਜਾਂ Facebook ਤੇ ਜਿਹੜੇ ਲੋਕ ਉਸ ਵੇਲੇ ਸਾਡੇ ਨਾਲ ਆਨਲਾਈਨ ਸ਼ਾਮਲ ਨਹੀਂ ਹੋ ਸਕਦੇ ਉਹਨਾਂ ਬਾਅਦ ਚ ਸੁਣੀਆਂ, ਸਾਰਿਆਂ ਨੇ ਬਹੁਤ ਸਾਨੂੰ ਰਿਸਪੌਂਡ ਦਿੱਤਾ ਔਰ ਬਹੁਤ ਰਿਸਪੌਂਡ ਕੀਤਾ ਔਰ ਬਹੁਤ ਅੱਛੇ ਕਮੈਂਟ ਦਿੱਤੇ। ਸੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਅੱਜ ਸਾਡੇ ਨਾਲ ਇਸ ਰੰਗ ਸੰਘਰਸ਼ ਯਾਤਰਾ ਦੇ ਵਿੱਚ ਔਰ ਸਾਡੇ ਨਾਲ ਕ੍ਰੀਏਟਿਵ ਐਕਸਪੀਰੀਅੰਸ ਸਾਂਝਾ ਕਰਨ ਵਾਸਤੇ ਡਾਕਟਰ ਸਾਹਿਬ ਸਿੰਘ, ਜਿਹੜੇ ਕਿ ਕੋਈ ਬਹੁਤ ਲੰਮੀ ਜਾਣ ਪਛਾਣ ਦੇ ਮੁਹਤਾਜ ਨਹੀਂ, ਪਰ ਜਿਨ੍ਹਾਂ ਨੇ ਲਗਭਗ ਪਿਛਲੇ 30-32 ਸਾਲਾਂ ਤੋਂ ਕੰਟੀਨਿਊਸਲੀ ਜਿਨ੍ਹਾਂ ਨੇ ਥੀਏਟਰ ਦੀ ਦੁਨੀਆ ਦੇ ਵਿੱਚ ਕੰਮ ਕੀਤਾ। ਡਾਕਟਰ ਸਾਹਿਬ ਸਿੰਘ ਦੇ ਰੰਗ ਸੰਘਰਸ਼ ਦੇ ਕ੍ਰੀਏਟਿਵ ਐਕਸਪੀਰੀਅੰਸ ਦੇ ਕਈ ਪੜਾਅ ਨੇ, ਉਸਦੇ ਕਈ ਦੌਰ ਨੇ, ਉਸਦੇ ਕਈ ਰੂਪ ਨੇ ਇਸ ਰੰਗ ਦੇ। ਔਰ ਉਹਦਾ ਰੂਪ ਰੰਗਮੰਚ ਦੇ ਅਦਾਕਾਰ ਦਾ ਰੂਪ ਵੀ ਹੈ, ਨਾਟਕਕਾਰ ਦਾ ਰੂਪ ਹੈ, ਨਿਰਦੇਸ਼ਕ ਦਾ ਰੂਪ ਹੈ, ਉਸ ਦਾ ਰੰਗ ਆਲੋਚਕ ਦਾ ਰੂਪ ਹੈ ਔਰ ਉਸਨੇ ਕਹਿ ਲਓ ਕਿ ਉਹਦਾ ਫਿਲਮ ਨਿਰਦੇਸ਼ਕ ਦਾ ਰੂਪ ਹੈ, ਉਹਦਾ ਸਕਰੀਨ ਪਲੇ ਲਿਖਣ ਵਾਲੇ ਦਾ ਰੂਪ ਹੈ, ਉਸ ਦਾ ਫਿਲਮ ਦੀ ਕਹਾਣੀ ਲਿਖਣ ਵਾਲਾ ਰੂਪ ਹੈ। ਸੋ ਇਹ ਕਈ ਰੂਪ ਨੇ ਡਾਕਟਰ ਸਾਹਿਬ ਸਿੰਘ ਦੇ। ਔਰ ਪਿਛਲੇ ਲੰਮੇ ਸਮੇਂ ਤੋਂ ਉਸਨੇ ਖਾਸ ਤੌਰ ਤੇ ਜਿਹੜਾ ਆਪਣੇ ਨਾਟਕਾਂ ਦੀ ਆਲੋਚਨਾ ਔਰ ਬੜੀ ਕ੍ਰੀਏਟਿਵ ਔਰ ਸਾਰਥਕ ਆਲੋਚਨਾ ਇੱਕ ਅਲੱਗ ਅੰਦਾਜ਼ ਦੇ ਵਿੱਚ ਸ਼ੁਰੂਆਤ ਕੀਤੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਔਰ ਉਸ ਨੂੰ ਬੜਾ ਰਿਸਪੌਂਸ ਮਿਲਿਆ ਔਰ ਬਹੁਤ ਇੱਕ ਲੱਗਾ ਕਿ ਹਾਂ ਇਸ ਤਰ੍ਹਾਂ ਦੀ ਗੱਲ ਹੋਣੀ ਚਾਹੀਦੀ ਹੈ ਨਾਟਕ ਬਾਰੇ। ਉਹ ਕੋਈ ਕਰਦਾ ਹੈ, ਕਦੀ ਕਦੀ ਕਰਦਾ ਹੈ ਤੇ ਹੁਣ ਸਿਰਫ ਸਾਹਿਬ ਸਿੰਘ ਕਰਦਾ ਹੈ। ਸੋ ਆਪਾਂ ਉਹ ਵੀ ਗੱਲਾਂ ਕਰਾਂਗੇ ਤੇ ਕਿਉਂਕਿ ਸਾਹਿਬ ਸਿੰਘ ਦਾ ਸਮੁੱਚਾ ਪਰਿਵਾਰ ਰੰਗ ਸੰਘਰਸ਼ ਨੂੰ, ਰੰਗ ਯਾਤਰਾ ਨੂੰ ਪਰਨਾਇਆ ਹੈ। ਸਾਹਿਬ ਸਿੰਘ, ਉਸਦੀ ਪਤਨੀ ਰਜਿੰਦਰ ਰੋਜ਼ੀ, ਉਸਦੇ ਬੱਚੇ ਨੋਨਾ ਤੇ ਨਿਸ਼ੂ ਦੋਨੋਂ ਹੀ, ਮਲਿਕਾ ਯਾਨੀ ਇਹ ਦੋਨੋਂ ਬੱਚੇ ਯਾਨੀ ਕਿ ਉਹ ਵੀ ਬਚਪਨ ਤੋਂ ਉਹ ਹੁਣ ਵੱਡੇ ਨੇ, ਉਹ ਸੋਹਣੀਆਂ ਆਪਣੀਆਂ ਪੜ੍ਹਾਈਆਂ ਕਰਦੇ ਪਏ, ਸੋਹਣੀਆਂ ਨੌਕਰੀਆਂ ਕਰਦੇ ਪਏ ਔਰ ਪਰ ਨਾਲ ਸੋਹਣਾ ਰੰਗ ਯਾਤਰਾ ਦਾ ਕੰਮ ਵੀ ਕਰਦੇ ਨੇ। ਸੋ ਉਹਨਾਂ ਨੂੰ ਵੀ ਸਾਰਿਆਂ ਨੂੰ ਜੀ ਆਇਆਂ, ਬਹੁਤ ਸ਼ੁਕਰੀਆ। ਸੋ ਸਾਹਿਬ ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਹਾਂ। ਕਿਉਂਕਿ ਮੈਂ ਤਾਂ ਬਹੁਤ ਨੇੜੇ ਤੋਂ ਜਾਣਦਾ ਪੂਰੇ ਪਰਿਵਾਰ ਨੂੰ, ਪੂਰੀ ਇਸ ਸੰਘਰਸ਼ ਯਾਤਰਾ ਨੂੰ। ਅਸੀਂ ਇੱਕ ਦੂਜੇ ਦੇ ਕੰਮ ਦੇ ਗਵਾਹ ਆ, ਇੱਕ ਦੂਜੇ ਦੇ ਸੰਘਰਸ਼ ਦੇ ਗਵਾਹ ਆ। ਅਸੀਂ ਸਾਰੇ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹਿਆ ਹੋਇਆ। ਸੋ ਮੈਂ ਵੀ ਸਾਹਿਬ ਸਿੰਘ ਨੂੰ ਮੈਂ ਹਮੇਸ਼ਾ ਬਤੌਰ ਅਦਾਕਾਰ, ਮੈਂ ਦੂਜੇ ਸਾਰੇ ਕੰਮ ਮਾਈਨਸ ਕਰ ਵੀ ਦਿਆਂ ਤਾਂ ਵੀ ਮੈਂ ਕਹਿੰਦਾ ਨਾ ਕਿ ਸਾਹਿਬ ਸਿੰਘ ਉਹਨਾਂ ਬਤੌਰ ਅਦਾਕਾਰ ਬੜੇ ਕੰਮਾਂ ਤੋਂ ਉੱਪਰ ਹੈ। ਤੋਂ ਪਰ ਸਾਹਿਬ ਸਿੰਘ ਦੀ ਅਦਾਕਾਰੀ ਬਾਕੀ ਕੰਮਾਂ ਦੇ ਵਿੱਚ ਵੀ ਉਸੇ ਰੂਪ ਦੇ ਵਿੱਚ ਆ ਜਾਂਦੀ ਹੈ। ਜਦੋਂ ਉਹ ਕਿਸੇ ਨਾਟਕ ਦੀ ਆਲੋਚਨਾ ਕਰ ਰਿਹਾ ਹੁੰਦਾ ਹੈ ਤਾਂ ਉਹ ਲੱਗਦਾ ਵੀ ਕੋਈ ਅਦਾਕਾਰ ਹੀ ਲਿਖ ਰਿਹਾ ਵਾ। ਉਹ ਨਾਟਕ ਲਿਖਦਾ ਤੇ ਮੈਂ ਕਹਿੰਦਾ ਨਾ ਇਹ ਕਿਸੇ ਅਦਾਕਾਰ ਨਾਟਕਕਾਰ ਦਾ ਨਾਟਕ ਹੈ। ਸੋ ਇਸ ਤਰ੍ਹਾਂ ਦੀਆਂ ਕਈ ਡਾਇਮੈਂਸ਼ਨਸ ਨੇ ਸਾਹਿਬ ਸਿੰਘ ਤੁਹਾਡੇ ਕੰਮ ਦੀਆਂ। ਮੈਂ ਇਹ ਜਾਣਨਾ ਚਾਹੁੰਦਾ ਕਿ ਤੁਸੀਂ ਜਦੋਂ ਕੰਮ ਦੀ ਸ਼ੁਰੂਆਤ ਕੀਤੀ, ਮੈਨੂੰ ਜਿੰਨਾ ਕਿ ਯਾਦ ਹੈ ਕਿ 89 ਦੇ ਲਾਗੇ ਤੁਸੀਂ ਗੁਰਸ਼ਰਨ ਭਾਜੀ ਨਾਲ ਜੁੜ ਗਏ ਤੇ ਉਦੋਂ ਤੋਂ ਕਿੱਦਾਂ ਵੀ ਇਹ ਇੱਕ ਅਦਾਕਾਰ, ਇੱਕ ਸੋਹਣਾ ਜਿਹਾ ਅਦਾਕਾਰ ਆ ਕੇ ਜੁੜਿਆ ਇੰਜ ਆ ਕੇ ਗੁਰਸ਼ਰਨ ਭਾਜੀ ਨਾਲ ਬਹੁਤ ਜਿਹੜੇ ਸੋਹਣੇ ਅਦਾਕਾਰ ਬਹੁਤ ਘੱਟ ਹੁੰਦੇ ਨੇ ਤੇ ਉਹ ਇੱਕ ਸਾਹਿਬ ਸਿੰਘ ਜਿਹੜਾ ਸਾਹਿਬ ਹੀ ਸੀ ਤੇ ਉਹ ਆ ਕੇ ਜੁੜਿਆ ਤੇ ਫਿਰ ਕਿੱਦਾਂ ਦਾ ਉਹ ਕੰਮ ਬਿਲਕੁਲ ਅਲੱਗ ਸੀ, ਹੈ ਨਾ। ਕਮੀਆਂ ਦੇ ਵਿਹੜਿਆਂ ਵਿੱਚ ਜਾ ਕੇ ਗੁਰਸ਼ਰਨ ਭਾਜੀ ਕੰਮ ਕਰਦੇ ਸੀ। ਸਾਹਿਬ ਸਿੰਘ ਇੱਕ ਚੰਗੇ ਖਾਂਦੇ ਪੀਂਦੇ ਪਰਿਵਾਰ ਚੋਂ ਔਰ ਇੱਕ ਜ਼ਿਮੀਂਦਾਰ ਫੈਮਿਲੀ ਦੇ ਵਿੱਚੋਂ ਔਰ ਸ਼ਹਿਰ ਚ ਪੜ੍ਹਨ ਵਾਲਾ ਮੁੰਡਾ ਜਿਹੜਾ ਕਿ ਉਹ ਇਸ ਰੰਗ ਯਾਤਰਾ ਦੇ ਨਾਲ ਜੁੜ ਗਿਆ। ਇਹ ਕਿਵੇਂ ਸਬੱਬ ਬਣਿਆ? ਮੈਂ ਚਾਹਾਂਗਾ ਉਸ ਕੰਮ ਨੂੰ ਜਰਾ ਪਹਿਲੇ ਜਿਹੜੇ 89 ਤੋਂ 95 ਤੱਕ ਦੇ ਸਾਲ ਹੈ ਤੁਹਾਡੇ, ਉਹਨਾਂ ਨੂੰ ਜ਼ਰਾ ਡਿਸਕ੍ਰਾਈਬ ਕਰੋ। ਹਾਂ ਭਾਜੀ, ਜਦੋਂ ਭਾ ਗੁਰਸ਼ਰਨ ਸਿੰਘ ਅੰਮ੍ਰਿਤਸਰ ਤੋਂ ਸ਼ਿਫਟ ਹੋ ਕੇ ਚੰਡੀਗੜ੍ਹ ਆਏ ਤਾਂ ਭਾਜੀ ਦੇ ਨਾਲ ਜੁੜਨ ਵਾਲਾ ਮੈਂ ਪਹਿਲਾ ਕਲਾਕਾਰ ਸੀ। ਮੈਨੂੰ ਇਸ ਗੱਲ ਦਾ ਮਾਣ ਪ੍ਰਾਪਤ ਹੈ ਜਿਹੜੀ ਚੰਡੀਗੜ੍ਹ ਦੀ ਟੀਮ ਬਣੀ ਸੀ।
ਪਰ ਮੈਂ ਭਾਜੀ ਨਾਲ ਕਿਵੇਂ ਜੁੜਿਆ, ਇਹ ਕਿਵੇਂ ਮੇਰੇ ਅੰਦਰ ਉਤਸੁਕਤਾ ਪੈਦਾ ਹੋਈ, ਕਿਵੇਂ ਮੈਂ ਭਾਜੀ ਨੂੰ ਫੋਲੋ ਕਰਦਾ ਸੀ, ਅੰਮ੍ਰਿਤਸਰ ਵੀ ਅਗਰੋਂ ਬੈਠੇ ਸੀ ਜਾਂ ਉਹਨਾਂ ਦਾ ਭਾਈ ਮੰਨਾ ਸਿੰਘ ਆ ਰਿਹਾ ਸੀ, ਇਹਦੇ ਪਿੱਛੇ ਜਿਹੜਾ ਮੇਰਾ ਇੱਕ ਸਫ਼ਰ ਹੈ ਮੈਂ ਉਹ ਜ਼ਰੂਰ ਅੱਜ ਤੁਹਾਡੇ ਨਾਲ ਸਾਂਝਾ ਕਰਨਾ ਚਾਹਨਾ ਮੈਂ ਕਿ ਇਸ ਬੜੀ ਲੱਗਾ ਸੀ ਕਿ ਤੁਸੀਂ ਹਾਂ ਉਹਨੂੰ ਪਹਿਲਾਂ ਕਿੱਦਾਂ ਜਾਣਦੇ ਸੀ। ਹਾਂ ਕਿ ਮੈਂ ਨਾ ਜਿਹੜਾ ਮੇਰਾ ਪਰਿਵਾਰ ਹੈ, ਮੇਰਾ ਸਾਰਾ ਖਾਨਦਾਨ, ਮੇਰੇ ਦਾਦਕੇ ਨਾਨਕੇ, ਸਾਡੇ ਸਾਰੇ ਖਾਨਦਾਨ ਚੋਂ ਕੋਈ ਸਾਹਿਤਕਾਰ, ਕੋਈ ਕਲਾਕਾਰ, ਕੋਈ ਗਾਇਕ, ਕੋਈ ਐਕਟਰ ਕੁਝ ਕਦੀ ਵੀ ਨਹੀਂ ਸੀਗਾ। ਲੇਕਿਨ ਮੈਂ ਮਤਲਬ ਬਚਪਨ ਤੋਂ ਹੀ ਮਤਲਬ ਜੋ ਮੈਂ ਆਲੇ ਦੁਆਲੇ ਦੇਖਦਾ ਸੀ ਜਾਂ ਜਿਸ ਤਰ੍ਹਾਂ ਦੀਆਂ ਗੱਲਾਂ ਮੈਂ ਸੁਣਦਾ ਸੀ ਆਪਣੇ ਪੇਰੈਂਟਸ ਤੋਂ, ਉਹਦੇ ਵਿੱਚ ਬਹੁਤ ਨਾਟਕੀਅਤਾ ਸੀ, ਉਹਦੇ ਚ ਆਪਣੇ ਆਪ ਦੇ ਵਿੱਚ ਹੀ ਨਾ ਰੰਗਮੰਚ ਸੀ। ਸਾਡੇ ਘਰ ਦੇ ਵਿੱਚ ਜਿਹੜਾ ਮਾਹੌਲ ਸੀ ਉਹ, ਕਿਉਂਕਿ ਜੱਟ ਕਿਸਾਨੀ ਜਿਵੇਂ ਹੁੰਦੀ ਹੈ, ਖੇਤੀਬਾੜੀ ਦਾ ਕੰਮ ਚੱਲ ਰਿਹਾ ਸੀ। ਪਰ ਜਿਹੜੇ ਮੇਰੇ ਮਾਮਾ ਜੀ ਸੀਗੇ, 3 ਮਾਮੇ ਸੀ ਮੇਰੇ, 2 ਰੀਅਲ ਮਾਮਾ ਤੇ ਇੱਕ ਮੇਰੀ ਬੀਬੀ ਦੇ ਭੂਆ ਦਾ ਪੁੱਤ, ਉਹਨਾਂ ਕੋਲ ਨਾ ਟੀਚਰ ਬਹੁਤ ਜ਼ਿਆਦਾ ਸੀ। ਉਹ ਜਦੋਂ ਵੀ ਸਾਡੇ ਘਰ ਆ ਜਾਂਦੇ ਸੀ ਤੇ ਘਰ ਨਾ ਖਿੜ ਉੱਠਦਾ ਸੀ। ਉਹ ਗੱਲ-ਗੱਲ ਤੇ ਟੀਚਰ ਕਰਦੇ ਸੀ, ਤਿੰਨੋਂ ਹੀ ਮਾਮੇ। ਬਹੁਤ ਮੇਰੀ ਬੀਬੀ ਨਾਲ ਵੀ ਉਹਨਾਂ ਨੇ ਟੀਚਰਾਂ ਕਰਨੀਆਂ, ਮੇਰੇ ਦਾਦੇ ਨਾਲ, ਬਾਕੀ ਪਰਿਵਾਰ ਨਾਲ ਬਹੁਤ ਟੀਚਰੀ ਸੁਭਾਅ ਸੀ। ਤੇ ਰਾਤ ਨੂੰ ਮੈਨੂੰ ਯਾਦ ਹੈ, ਸਭ ਤੋਂ ਵੱਡੇ ਮਾਮਾ ਜੀ ਨੇ ਜਦੋਂ ਅਸੀਂ ਮੰਜੇ ਢਾ ਕੇ ਵਿਹੜੇ ਦੇ ਵਿੱਚ ਸੌਂ ਜਾਣਾ, ਛੋਟੇ ਛੋਟੇ ਹੁੰਦੇ ਸੀ, ਉਹਨਾਂ ਨੇ ਕਿੱਸੇ ਸੁਣਾਣੇ, ਕਹਾਣੀਆਂ ਸੁਣਾਣੀਆਂ, ਔਰ ਬੜੇ ਨਾਟਕੀ ਅੰਦਾਜ਼ ਵਿੱਚ ਉਹਨਾਂ ਨੇ ਸੁਣਾਣੀਆਂ। ਤੇ ਮੈਂ ਵੱਡੇ ਮਾਮਾ ਜੀ ਦਾ ਸਭ ਤੋਂ ਜ਼ਿਆਦਾ ਇੰਤਜ਼ਾਰ ਕਰਦਾ ਹੁੰਦਾ ਸੀ ਕਿ ਉਹ ਆਣਗੇ ਤੇ ਉਹ ਕੋਈ ਕਹਾਣੀਆਂ ਸੁਣਾਣਗੇ। ਇੱਕ ਤਾਂ ਇਸ ਚੀਜ਼ ਦਾ ਮੇਰੇ ਕਿਤੇ ਸਬਕੌਂਸ਼ੀਅਸ ਦੇ ਵਿੱਚ ਕਿਤੇ ਅਸਰ ਸੀ ਕਿ ਇਸ ਚੀਜ਼ ਦੀ ਮੈਨੂੰ ਹੈਗੀ ਸੀ ਵੀ ਏਦਾਂ ਹੋਣਾ ਚਾਹੀਦਾ ਬੰਦਾ ਕਹਾਣੀਆਂ ਸੁਣਾ ਸਕੇ। ਫਿਰ ਜਿਹੜਾ ਮੇਰੇ ਅੰਦਰ ਜਜ਼ਬਾਤ ਨੇ ਬਹੁਤ ਜ਼ਿਆਦਾ, ਮੈਂ ਬਹੁਤ ਸੰਵੇਦਨਸ਼ੀਲ ਹਾਂ, ਬਹੁਤ ਭਾਵਕ ਹੋ ਜਾਂਦਾ ਜਲਦੀ। ਕਈ ਵਾਰੀ ਭਾਵਕ ਹੋ ਕੇ ਮੈਂ ਉਹ ਗੱਲਾਂ ਵੀ ਕਰ ਦਿੰਦਾ, ਕੇਵਲ ਭਾ ਕਹਿੰਦੇ ਹੁੰਦੇ ਤੂੰ ਥੋੜਾ ਚੁੱਪ ਰਿਹਾ ਕਰ, ਇੰਨਾ ਨਾ ਰਿਐਕਟ ਕਰਿਆ ਕਰ। ਉਹ ਮੇਰੀ ਮਦਰ ਦਾ ਕਿਤੇ, ਮੇਰੇ ਅੰਦਰ ਕਿਤੇ ਮਾਂ ਦੀ ਦੁੱਧ ਦਾ ਕਿਤੇ ਨਾ ਉਹ ਅੰਸ਼ ਹੈ। ਮੇਰੀ ਮਾਂ ਬਹੁਤ ਜਜ਼ਬਾਤੀ ਸੀ, ਬਹੁਤ ਭਾਵਕ ਸੀ। ਮੇਰੇ ਜਿਹੜੇ ਪਿਤਾ ਜੀ ਸੀ ਉਹ ਬਹੁਤ ਛੇਤੀ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਆਪਣੇ ਆਪ ਨੂੰ ਮੁਕਤ ਕਰਕੇ ਕਿਸੇ ਹੋਰ ਜਗ੍ਹਾ ਚਲੇ ਗਏ ਸੀ। ਪਰ ਸਾਨੂੰ 6 ਭੈਣਾਂ ਭਰਾਵਾਂ ਨੂੰ ਸਾਡੀ ਮਾਂ ਨੇ ਸਾਂਭਿਆ। ਸਾਡੀ ਮਾਂ ਨੇ ਸਾਨੂੰ ਕਦੇ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਕਿ ਫਾਦਰ ਦੀ ਕਮੀ ਹੈ। ਫਾਦਰ ਜ਼ਿੰਦਾ ਸੀ ਪਰ ਉਹ ਜ਼ਿੰਮੇਵਾਰੀਆਂ ਨਹੀਂ ਸੀ ਨਿਭਾ ਰਹੇ। ਤੇ ਉਹ ਜਿਹੜੀ ਸੰਵੇਦਨਸ਼ੀਲਤਾ ਸੀ ਉਹ ਮੈਨੂੰ ਉਹਨਾਂ ਤੋਂ ਮਿਲੀ। ਤੇ ਜਿਹੜੇ ਮੇਰੇ ਦਾਦਾ ਜੀ ਸੀਗੇ ਉਹ 4 ਭਰਾ ਸੀ। ਉਹਨਾਂ ਦੇ ਜਿਹੜੇ ਕਿੱਸੇ ਕਹਾਣੀਆਂ ਮੈਂ ਛੋਟੇ ਹੁੰਦਿਆਂ ਸੁਣਦਾ ਹੁੰਦਾ ਸੀ, ਉਹ ਕਮਾਲ ਸੀ, ਉਹ ਨਾਟਕੀ ਸੀ। ਸਾਰਾ ਪਿੰਡ ਇਸ ਗੱਲ ਦੀ ਗਵਾਹੀ ਦਿੰਦਾ ਵੀ ਤੁਹਾਡੇ ਜਿਹੜੇ ਦਾਦੇ ਨੇ 4, ਉਹ 4 ਦਾਦੇ ਆਪਾਂ ਕਹਿੰਦੇ ਸੀ ਉਹਨਾਂ ਨੂੰ, ਵੀ ਉਹ ਡਾਂਗ ਬਾਣ ਦਾ ਬਹੁਤ ਸ਼ੌਂਕ ਹੈ ਉਹਨਾਂ ਨੂੰ, ਤੇ ਬੜੇ ਖਾੜਕੂ ਕਿਸਮ ਦੇ ਸੀ ਕਿ ਪਿੰਡ ਦੇ ਪਰਲੇ ਪਾਸੇ ਵੀ ਜੇ ਲੱਗ ਜਾਂਦਾ ਸੀ ਉਹਨਾਂ ਨੂੰ ਪਤਾ ਕਿ ਕੋਈ ਮੁਸੀਬਤ ਆ ਪਈ ਹੈ ਜਾਂ ਕੋਈ ਬਾਹਰਲਾ ਬੰਦਾ ਆ ਗਿਆ, ਕੋਈ ਕਿਸੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ, ਕਿਸੇ ਨਾਲ ਕੋਈ ਬੇਇਨਸਾਫੀ ਹੋ ਰਿਹਾ, ਤੇ ਬਸ ਉਹ ਬੜਕ ਮਾਰਦੇ ਸੀ ਪਿੰਡ ਦੇ ਇੱਕ ਪਾਸਿਓਂ। ਇਹਨਾਂ ਕਹਿੰਦੇ ਸੀ ਰੋਕ ਲਓ ਇਹਨਾਂ ਨੂੰ, ਬਸ ਅਸੀਂ ਆ ਗਏ ਸਮਝ ਲਓ, ਤੇ ਉਹ ਚਲੇ ਜਾਂਦੇ ਸੀ। ਔਰ ਉਹ ਚੰਗੀ ਡਾਂਗ ਬਣਾਉਂਦੇ ਸੀ ਚਾਰੋਂ ਜਿਹੜੇ ਹੈਗੇ ਆ। ਤੇ ਜਿਹੜੇ ਪਿੰਡ ਦੇ ਪਰਲੇ ਪਾਸੇ ਕਿਰਤੀਆਂ ਦੇ ਘਰ ਸੀ, ਸਾਡਾ ਭਾਜੀ ਨੂੰ ਪਤਾ, ਕੇਵਲ ਭਾਜੀ ਨੂੰ, ਸਾਡਾ ਪਿੰਡ ਦੇ ਬਿਲਕੁਲ ਇੱਕ ਪਾਸੇ ਕੋਨੇ ਦੇ ਉੱਤੇ ਘਰ ਹੈ ਪਿੰਡ ਦੇ ਵਿੱਚ, ਤੇ ਦੂਜੇ ਪਾਸੇ ਕਿਰਤੀਆਂ ਦੇ ਘਰ ਸੀ, ਤੇ ਆਵਾਜ਼ ਉੱਥੇ ਤੱਕ ਪਹੁੰਚਦੀ ਸੀ। ਤੇ ਕਿਰਤੀਆਂ ਦੇ ਘਰਾਂ ਵਿੱਚੋਂ ਵੀ 4-5 ਇਹੋ ਜਿਹੇ ਕਰੈਕਟਰ ਸੀ, ਮਲੂਕਾ, ਮਿਲਖੀ, ਸੀਬਾ, ਸੀਤਲ, ਇਦਾਂ ਦੇ ਨਾਮ ਮੈਨੂੰ ਯਾਦ ਹੈ। ਉਹ ਵੀ ਡਾਂਗਾ ਚੁੱਕ ਕੇ ਆ ਜਾਂਦੇ ਸੀ। ਤੇ ਜੇ ਕੋਈ ਬਾਹਰਲਾ ਹਮਲਾਵਰ ਜਾਂ ਕੋਈ ਇਦਾਂ ਦੀ ਗੱਲ ਹੁੰਦੀ ਸੀ, ਪਿੰਡ ਦੀ ਧੀ ਭੈਣ ਨੂੰ ਕੋਈ ਕਰ ਰਿਹਾ, ਤੇ ਇਕੱਠੇ ਹੋ ਕੇ ਡਾਂਗ ਭਰਾ ਕੇ ਤੇ ਉਹਨੂੰ ਬਾਹਰ ਤੱਕ ਛੱਡ ਕੇ ਆਉਂਦੇ ਸੀ। ਤੇ ਜਦੋਂ ਸ਼ਾਮਾਂ ਨੂੰ ਇਹ ਜਿੱਤ ਕੇ ਆਉਂਦੇ ਸੀ, ਤੇ ਮੈਨੂੰ ਯਾਦ ਹੈ ਹਲੇ ਵੀ, ਮੈਂ ਛੋਟਾ ਜਿਹਾ ਸੀ, ਤੇ ਬੀਬੀ ਨੇ ਮੈਨੂੰ ਕਹਿਣਾ ਕਿ ਆ ਨਾ ਵੱਡਾ ਜਿਹੜੀ ਗੜਵੀ ਹੁੰਦੀ ਹੈ ਵੀ ਉਹਦੇ ਵਿੱਚ ਘਿਓ ਗਰਮ ਕਰਕੇ ਮੈਨੂੰ ਫੜਾ ਦੇਣਾ, ਕਿ ਆ ਲੈ ਤੇ ਤੂੰ ਉਹਨਾਂ ਨੂੰ ਦਿਆ, ਸੀਬੇ ਹੋਣਾ ਨੂੰ ਉਹਨਾਂ ਨੂੰ ਦਿਆ, ਕਿਰਤੀਆਂ ਦੇ ਘਰਾਂ 'ਚ ਦਿਆ, ਤਾਂ ਕਿ ਜੇ ਉਹਨਾਂ ਦੇ ਮਾੜੀ ਮੋਟੀ ਕਿਤੇ ਸੱਟ ਲੱਗੀ ਹੋਏਗੀ ਤਾਂ ਇਹ ਘਿਓ ਜਿਹੜਾ ਹੈਗਾ ਇਹ ਸੱਟਾਂ ਚੁਗ ਲੇਗਾ ਉਹਨਾਂ ਦੀਆਂ। ਇਹ ਗੱਲਾਂ ਮੇਰੇ ਕਿਤੇ ਅੰਦਰ ਹੀ ਸੀਗੀਆਂ, ਔਰ ਬੜੀਆਂ ਬੜੀਆਂ ਨਾਟਕੀ ਗੱਲਾਂ ਸੀਗੀਆਂ ਇਹ ਸਾਰੀਆਂ। ਇਹਨਾਂ ਦਾ ਮੇਰੇ ਅੰਦਰ ਕਿਤੇ ਅਸਰ ਸੀਗਾ। ਫਿਰ ਜਿਹੜੀ ਸਭ ਤੋਂ ਜ਼ਬਰਦਸਤ ਗੱਲ ਹੋਈ ਕਿ ਮੇਰੇ ਤੋਂ ਵੱਡਾ ਭਰਾ ਹੈ, ਉਹ ਜਦੋਂ ਪੰਜਾਬ ਦੇ ਵਿੱਚ ਨਕਸਲਾਈਟ ਮੂਵਮੈਂਟ ਚੱਲ ਰਹੀ ਸੀ, ਉਦੋਂ ਮੈਂ ਛੋਟਾ ਜਿਹਾ ਸੀ, ਮੇਰਾ 67 ਦਾ ਬਰਥ ਹੈ, ਉਦੋਂ ਤਾਂ ਮੈਂ 5-6 ਸਾਲ ਦਾ ਸੀ, 72 73 ਦੇ ਵਿੱਚ। ਲੇਕਿਨ ਜਦੋਂ ਹੌਲੀ ਹੌਲੀ ਨਕਸਲਾਈਟ ਮੂਵਮੈਂਟ ਥੋੜੀ ਜਿਹੀ ਘਟੀ, ਲੇਕਿਨ ਉਹਦਾ ਪ੍ਰਭਾਵ ਕਾਫੀ ਸੀ, ਤਾਂ ਸਾਡੇ ਘਰ ਦੇ ਵਿੱਚ ਬਹੁਤ ਸਾਰੇ ਜਿਹੜੇ ਨਕਸਲਾਈਟ ਲੀਡਰਸ ਨੇ ਉਹ ਆਉਂਦੇ ਸੀ। ਉਹਨਾਂ ਦੇ ਵੈਲਵਿਸ਼ਰਸ ਵੀ ਆਉਂਦੇ ਸੀ, ਉਹ ਖੁਦ ਵੀ ਆਉਂਦੇ ਸੀ ਵੱਡੇ ਭਰਾ ਕੋਲ। ਉਹ ਰਾਤ ਨੂੰ ਜਦੋਂ ਉਹਨਾਂ ਨੇ ਸੌ ਜਾਣਾ, ਉਹਨਾਂ ਨੇ ਇਨਕਲਾਬ ਦੀਆਂ ਗੱਲਾਂ ਕਰਨੀਆਂ, ਤਬਦੀਲੀ ਦੀਆਂ ਗੱਲਾਂ ਕਰਨੀਆਂ, ਰੈਵੋਲੂਸ਼ਨ ਹੁੰਦਾ ਕੀ ਹੈ, ਸਾਮਰਾਜਵਾਦ ਕੀ ਹੁੰਦਾ, ਸਮਾਜਵਾਦ। ਮੈਂ ਕਿਉਂਕਿ ਨਾ ਪੜ੍ਹਾਈ 'ਚ ਬਹੁਤ ਹੁਸ਼ਿਆਰ ਬੱਚਾ ਸੀ, ਮੈਂ ਛੋਟਾ ਸੀ, ਮੈਂ ਦਖਲ ਨਹੀਂ ਸੀ ਦੇ ਸਕਦਾ ਉਹਨਾਂ ਦੀ ਬਹਿਸ ਦੇ ਵਿੱਚ, ਪਰ ਮੈਂ ਬਿਸਤਰੇ ਤੇ ਪਿਆ ਸੁਣਦਾ ਸਭ ਕੁਝ ਰਹਿੰਦਾ ਸੀ ਕਿ ਇਹ ਪ੍ਰੋਲੇਟੇਰੀਅਨਸ ਕੀ ਹੁੰਦੇ ਨੇ, ਬੁਰਜੂਆ ਕੀ ਹੁੰਦਾ, ਇਨਕਲਾਬ ਕੀ ਹੁੰਦਾ, ਕਿਵੇਂ ਤਬਦੀਲੀ ਆਉਂਦੀ ਹੈ, ਰਸ਼ੀਆ ਵਿੱਚ ਕੀ ਹੋਇਆ, ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ। ਫਿਰ ਬ੍ਰਦਰ ਕਰਕੇ ਘਰ ਦੇ ਵਿੱਚ ਲਿਟਰੇਚਰ ਆਉਂਦਾ ਸੀਗਾ। ਜਸਵੰਤ ਸਿੰਘ ਕੰਵਲ ਦਾ ਨਾਵਲ ਲਹੂ ਦੀ ਲੋ ਘਰ ਦੇ ਵਿੱਚ ਆਇਆ, ਜਿਹੜਾ ਜ਼ਬਤ ਵੀ ਹੋ ਰਿਹਾ ਸੀ ਕਿਸੇ ਟਾਈਮ, ਉਹ ਮੈਂ ਸਾਰਾ ਪੜ੍ਹਿਆ। ਪਾਲੀ ਪੜ੍ਹਿਆ, ਰਾਤ ਬਾਕੀ ਹੈ, ਇਸ ਤਰ੍ਹਾਂ ਦੇ ਨਾਵਲ ਪੜ੍ਹੇ। ਨਾਨਕ ਸਿੰਘ ਨੂੰ ਪੜ੍ਹਿਆ। ਫਿਰ ਪ੍ਰੀਤਲੜੀ ਮੈਗਜ਼ੀਨ ਘਰ ਦੇ ਵਿੱਚ ਆਉਂਦਾ ਸੀ, ਉਹ ਪੜ੍ਹਿਆ। ਫਿਰ ਸਮਤਾ ਮੈਗਜ਼ੀਨ ਸ਼ਾਇਦ ਗੁਰਸ਼ਰਨ ਭਾਜੀ ਕੱਢਦੇ ਸੀਗੇ,
ਤੇ ਉਹ ਮੈਗਜ਼ੀਨ, ਇਸ ਤਰ੍ਹਾਂ ਦੀ ਕਿੰਨੀ ਸਾਰੀ ਚੀਜ਼ਾਂ ਉਹ ਮੈਨੂੰ ਏਦਾਂ ਪੜ੍ਹਨ ਨੂੰ ਮਿਲੀਆਂ। ਤੇ ਇਹਦੀ ਕੰਟੀਨਿਊਟੀ ਸੀ ਮੇਰੇ ਦਾਦਿਆਂ ਦੇ ਟਾਈਮ, ਕਿ ਜਿਹੜੀ ਆਜ਼ਾਦੀ ਵੇਲੇ ਬੱਬਰ ਮੂਵਮੈਂਟ ਸੀ, ਦੁਆਬੇ ਦੇ ਵਿੱਚ ਰਹੀ ਉਹ ਮੂਵਮੈਂਟ ਬਹੁਤ ਵੱਡੀ, ਬੱਬਰ ਲਹਿਰ ਸੀ। ਤੇ ਉਹ ਬੱਬਰ ਜਿਹੜੇ ਸੀਗੇ ਉਹ ਵੀ ਸਾਡੇ ਘਰੇ ਆ ਕੇ ਪ੍ਰੋਟੈਕਸ਼ਨ ਲੈਂਦੇ ਹੁੰਦੇ ਸੀ, ਸਾਡੇ ਘਰੇ ਆ ਕੇ ਰਹਿੰਦੇ ਹੁੰਦੇ ਸੀ। ਔਰ ਆਲੇ ਦੁਆਲੇ ਪਿੰਡ ਸਾਰਿਆਂ ਨੂੰ ਪਤਾ ਹੁੰਦਾ ਸੀ ਕਿ ਬੱਬਰ ਹੈਗੇ ਆ ਜਿਹੜੇ ਵਤਨ ਸੋਹਣਾ ਦੇ ਘਰੇ, ਮਲੂਕ ਸੋਹਣਾ ਦੇ ਘਰੇ ਰਹਿੰਦੇ ਆ। ਪਰ ਸਾਡੇ ਦਾਦਿਆਂ ਦਾ ਡਾਂਗ ਦਾ ਜ਼ੋਰ ਇੰਨਾ ਸੀ ਕਿ ਕੋਈ ਕਿਸੇ ਪਾਸੇ ਏਦਾਂ ਗਵਾਹੀ ਨਹੀਂ ਦਿੰਦਾ ਵੀ ਬੱਬਰ ਰਹਿੰਦੇ ਆ। ਸੋ ਇਸ ਤਰ੍ਹਾਂ ਦੀ ਮੇਰੀ ਨਾ ਬੈਕਗ੍ਰਾਉਂਡ ਸੀ, ਤੇ ਮੈਨੂੰ ਬੜਾ ਜੀ ਕਰਦਾ ਹੁੰਦਾ ਸੀ ਕਿ ਕੁਛ ਨਾ ਕੀਤਾ ਜਾਵੇ, ਕੋਈ ਕਿਤੇ ਕਵਿਤਾ ਬੋਲੀ ਜਾਵੇ, ਕਿਤੇ ਕੋਈ ਕਹਾਣੀ ਕਹੀ ਜਾਵੇ, ਕਿਤੇ ਮੈਂ ਵੀ ਕਿਤੇ ਕੁਝ ਚਾਰ ਲੋਕਾਂ ਦੇ ਸਾਹਮਣੇ ਖੜ ਕੇ ਕੋਈ ਗੱਲ ਕਰ ਸਕਾਂ। ਪੜ੍ਹਾਈ 'ਚ ਮੈਂ ਹੁਸ਼ਿਆਰ ਸੀ, ਤੇ ਸਕੂਲ ਦੇ ਵਿੱਚ ਜੇ ਕਵਿਤਾ ਕਿਤੇ ਪੜ੍ਹਨੀ ਹੁੰਦੀ ਸੀ ਤਾਂ ਵੀ ਹੈਡਮਾਸਟਰ ਸਾਹਿਬ ਨੇ ਕਹਿਣਾ ਚਲੋ ਸਾਹਿਬ ਨੂੰ ਬੁਲਾ ਲਓ। ਜੇ ਕਿਤੇ ਕੋਈ ਡਿਬੇਟ ਹੋਣੀ ਤਾਂ ਵੀ ਉਹਨਾਂ ਨੇ ਕਹਿਣਾ ਚਲੋ ਸਾਹਿਬ ਨੂੰ ਸਟੇਜ ਤੇ ਚਾੜ ਦਿਓ। ਡੈਕਲੇਮੇਸ਼ਨ ਕੰਟੈਸਟ ਹੋਣਾ ਤਾਂ ਵੀ, ਕੋਈ ਹੋਰ ਕੁਝ ਵੀ ਹੋਣਾ, ਉਹਨਾਂ ਨੇ ਮੈਨੂੰ, ਤੇ ਮੈਂ ਆਪਣੇ ਪ੍ਰਾਈਜ਼ ਜਿੱਤ ਕੇ ਸਕੂਲ ਦੇ ਵਿੱਚ ਲੈ ਕੇ ਆਉਂਦਾ ਸੀ। ਪਰ ਥੀਏਟਰ ਨਹੀਂ ਸੀ। ਪਿੰਡ ਦਾ ਸਕੂਲ ਸੀ, ਰੁੜਕੀ ਖਾਸ ਸਰਕਾਰੀ ਸਕੂਲ ਸੀ, ਨਵਾਂ ਸ਼ਹਿਰ ਦੇ ਲਾਗੇ 2 ਕਿਲੋਮੀਟਰ। ਤੇ ਜਦੋਂ ਮੈਂ ਇਹ ਸਾਰਾ ਕੁਝ ਹੀ ਕਰਦਾ ਕਰਾਂਦਾ, ਜਦੋਂ ਮੈਂ ਚੰਡੀਗੜ੍ਹ ਪਹੁੰਚਿਆ ਆਯੁਰਵੈਦਿਕ ਦੇ ਵਿੱਚ ਮੈਂ ਐਡਮਿਸ਼ਨ ਲਈ, ਤੇ 1986 ਦੀ ਗੱਲ ਹੈ, ਉੱਥੇ ਐਡਮਿਸ਼ਨ ਲਈ। ਤੇ ਉੱਥੇ ਥੋੜਾ ਜਿਹਾ ਮਾਹੌਲ ਹੋਰ ਖੁੱਲਿਆ, ਹੋਰ ਇੱਧਰ ਉੱਧਰ ਚੀਜ਼ਾਂ ਦੇਖਣ ਦਾ ਮੌਕਾ ਮਿਲਿਆ। ਤੇ ਉੱਥੇ ਜਦੋਂ ਮੈਂ ਪਹੁੰਚਿਆ, ਹਾਲੇ ਸਾਲ 2 ਸਾਲ ਹੀ ਹੋਏ ਸੀ, ਤਾਂ ਨਿਊਜ਼ ਮਿਲੀ ਕਿ ਭਾਜੀ ਗੁਰਸ਼ਰਨ ਸਿੰਘ ਜਿਹੜੇ ਹੈਗੇ ਆ ਅੰਮ੍ਰਿਤਸਰ ਤੋਂ ਸ਼ਿਫਟ ਹੋ ਕੇ ਤੇ ਚੰਡੀਗੜ੍ਹ ਆ ਗਏ। ਭਾਜੀ ਨਾਲ ਮੈਂ ਜੁੜਿਆ ਕਿਵੇਂ ਹੋਇਆ ਸੀ? ਇੱਕ ਤਾਂ ਮੇਰੇ ਬ੍ਰਦਰ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਹਨਾਂ ਦੇ ਇਸ ਤਰ੍ਹਾਂ ਦੇ ਵਿਚਾਰ ਸੀ, ਉਹਨਾਂ ਨੇ 2-3 ਵਾਰੀ ਭਾ ਗੁਰਸ਼ਰਨ ਸਿੰਘ ਦੀ ਟੀਮ ਨੂੰ ਅੰਮ੍ਰਿਤਸਰ ਜਾ ਕੇ ਉਹ ਇਨਵਾਈਟ ਕਰਕੇ ਆਉਂਦੇ ਸੀ। ਉਦੋਂ ਫੋਨ ਵਗੈਰਾ ਨਹੀਂ ਸੀ ਹੁੰਦੇ, ਉਹ ਬੱਸ ਤੇ ਜਾਂਦੇ ਸੀ ਤੇ ਉਹਨਾਂ ਨੇ ਇਨਵਾਈਟ ਕਰਕੇ ਆਣਾ। ਤੇ ਭਾ 2-3 ਵਾਰੀ ਆਪਣੀ ਨਾਟਕ ਟੀਮ ਸਮੇਤ ਸਾਡੇ ਪਿੰਡ ਵਿੱਚ ਆਏ ਸੀ। ਮੈਨੂੰ ਹੁਣ ਯਾਦ ਨਹੀਂ ਕਿ ਉਹਦੇ 'ਚ ਕੇਵਲ ਧਾਲੀਵਾਲ ਜਾਂ ਹੋਰ ਕਲਾਕਾਰ ਆਏ ਹੋਣਗੇ ਕਿ ਨਹੀਂ ਆਏ ਹੋਣਗੇ, ਪਰ ਇਹ ਗੱਲਾਂ ਹੈਗੀਆਂ ਤਕਰੀਬਨ 82, 83, 84 ਦੀਆਂ ਗੱਲਾਂ ਨੇ। ਫਿਰ ਮੈਂ ਜ਼ਰੂਰ ਆਇਆ ਹੋਵਾਂਗਾ, ਹੋ ਸਕਦਾ ਤੁਸੀਂ ਆਏ ਹੋਵੋ। ਉਦੋਂ ਉਦੋਂ ਲਗਾਤਾਰ ਅਸੀਂ ਕੰਮ ਕਰ। ਧਮਕ ਨਗਾਰੇ ਦੀ ਨਾਟਕ ਉਦੋਂ ਭਾਜੀ ਨੇ ਕੀਤਾ ਸੀ। ਤੇ ਕਿਵ ਕੂੜੇ ਤੁੱਤੇ ਪਾਲ, ਚਾਂਦਨੀ ਚੌਕ ਦਾ ਇੱਕੋ ਲਾਸਟ ਵਾਲਾ ਪੋਰਸ਼ਨ ਜਿਹੜਾ ਕਿਵ ਕੂੜੇ ਤੁੱਤੇ ਪਾਲ। ਇੱਕ ਵਾਰੀ ਫਿਰ ਭਾਜੀ ਦੁਬਾਰਾ ਆਏ, ਫਿਰ ਭਾਜੀ ਨੇ ਹੋਰ ਨਾਟਕ ਕੀਤੇ ਸੀ 2-3। ਫਿਰ ਇੱਕ ਵਾਰੀ ਹੰਸਾ ਸਿੰਘ ਹੋਰਾਂ ਨੂੰ ਉਹਨਾਂ ਨੇ ਸੱਦਿਆ। ਮਤਲਬ ਇਸ ਤਰ੍ਹਾਂ ਨਾਟਕੀ ਸਰਗਰਮੀਆਂ ਪਿੰਡ ਦੇ ਵਿੱਚ ਹੁੰਦੀਆਂ ਸੀ। ਤੇ ਫਿਰ ਭਾਈ ਮੰਨਾ ਸਿੰਘ ਜਿਹੜਾ ਬੜਾ ਫੇਮਸ ਹੋਇਆ, ਉਹ ਅਸੀਂ ਪਿੰਡ ਦੇ ਵਿੱਚ ਪੂਰੇ ਇੱਕ ਨਿਤਨੇਮ ਨਾਲ ਸਾਰੇ ਇਕੱਠੇ ਬੈਠ ਕੇ ਘਰਾਂ ਦੇ ਵਿੱਚ ਦੇਖਦੇ ਹੁੰਦੇ ਸੀ। ਤੇ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਨੂੰ ਪਤਾ ਲੱਗਿਆ ਕਿ ਭਾ ਗੁਰਸ਼ਰਨ ਸਿੰਘ ਚੰਡੀਗੜ੍ਹ ਆ ਗਏ। ਤੇ ਮੈਂ ਇੱਧਰ ਉੱਧਰ ਪਤਾ ਕੀਤਾ ਭਾ ਕਿੱਥੇ ਰਹਿੰਦੇ, ਪਤਾ ਲੱਗਾ ਵੀ 43 ਸੈਕਟਰ 'ਚ ਰਹਿੰਦੇ ਨੇ। ਤੇ ਇਨ ਦਾ ਮੇਨ ਟਾਈਮ ਮੇਰੀ ਥੀਏਟਰ ਦੀ ਸ਼ੁਰੂਆਤ ਹੋ ਗਈ ਸੀ। ਭਾ ਨੂੰ ਭਾਵੇਂ ਮੈਂ ਨਹੀਂ ਮਿਲਿਆ ਸੀ। ਪ੍ਰਿਤਪਾਲ ਸੰਧੂ ਸੀ, ਇੰਡੀਅਨ ਥੀਏਟਰ ਤੋਂ ਪਾਸ ਆਊਟ ਸੀ, ਬੜੇ ਬਹੁਤ ਅੱਛੇ ਕਲਾਕਾਰ ਸੀ, ਬਹੁਤ ਅੱਛੇ ਐਕਟਰ, ਬਹੁਤ ਅੱਛੇ ਡਾਇਰੈਕਟਰ। ਉਹਨਾਂ ਨੇ ਰਾਮ ਜਨਮ ਭੂਮੀ ਬਾਬਰੀ ਮਸਜਿਦ ਜਦੋਂ ਅਟੈਕ ਹੋਇਆ, ਉਹਨਾਂ ਨੇ ਅਸਗਰ ਬਜਾਜ ਦਾ ਪਲੇ ਸੀ ਸਬਸੇ ਸਸਤਾ ਗੋਸ਼ਟ, ਉਹਨਾਂ ਨੇ ਅਖਬਾਰ ਦੇ ਵਿੱਚ ਐਡ ਕੀਤੀ ਕਿ ਜਿਹੜੇ ਆਰਟਿਸਟ ਕਰਨਾ ਚਾਹੁੰਦੇ ਆ ਉਹ ਮੈਨੂੰ ਡੀਏਵੀ ਕਾਲਜ ਵਿੱਚ ਆ ਕੇ ਜੁਆਇਨ ਕਰੋ 10 ਸੈਕਟਰ ਦੇ ਵਿੱਚ। ਮੈਂ ਉੱਥੇ ਚਲਾ ਗਿਆ ਕਿਉਂਕਿ ਕਾਲਜ ਵੱਲੋਂ, ਮੈਂ ਆਪਣੇ ਕਾਲਜ ਵੱਲੋਂ ਇੱਕ ਨਾਟਕ ਪਹਿਲਾਂ ਹੀ ਅਰਬਦ ਨਰਬਦ ਧੁੰਦੂਕਾਰਾ ਕਰ ਚੁੱਕਾ ਸੀ, ਅਜਮੇਰ ਔਲਖ ਦਾ ਨਾਟਕ, ਔਰ ਮੈਂ ਬੈਸਟ ਐਕਟਰ ਦਾ ਅਵਾਰਡ ਵੀ ਜਿੱਤ ਚੁੱਕਾ ਸੀ। ਪਰ ਉਸ ਨਾਟਕ ਵਿੱਚ ਸਾਡੇ ਕੋਲ ਕੋਈ ਡਾਇਰੈਕਟਰ ਨਹੀਂ ਸੀ, ਕੋਈ ਸਾਨੂੰ ਡਾਇਰੈਕਟ ਕਰਨ ਵਾਲਾ, ਸਮਝਾਉਣ ਵਾਲਾ ਨਹੀਂ ਸੀ, ਕੋਈ ਸਾਨੂੰ ਸੈਟ ਡਿਜ਼ਾਈਨਿੰਗ ਦੀ ਸਮਝ ਨਹੀਂ ਸੀ। ਅਸੀਂ ਉਦਾਂ ਹੀ ਬਸ 7-8 ਮੁੰਡਿਆਂ ਨੇ ਏਦਾਂ ਹੀ ਇਕੱਠੇ ਹੋ ਕੇ ਨਾਟਕ ਕੀਤਾ ਸੀ। ਤੇ ਜਿਹੜਾ ਵਿਹਲਾ ਹੁੰਦਾ ਸੀ ਉਹ ਸਾਹਮਣੇ ਬਸ ਬੈਠ ਕੇ ਕਹਿ ਦਿੰਦਾ ਸੀ ਆਹ ਡਾਇਲੌਗ ਥੋੜਾ ਐਂ ਬੋਲ ਲੈ, ਥੋੜਾ ਇੱਥੇ ਖੜਾ ਹੋ ਜਾ, ਇੱਥੇ ਬੈਠ ਜਾ, ਇਦਾਂ ਦਾ ਸੀ ਕੰਮ। ਪਰ ਮੈਨੂੰ ਬੈਸਟ ਐਕਟਰ ਦਾ ਉਹ ਅਵਾਰਡ ਮਿਲ ਗਿਆ ਤੇ ਮੇਰੇ ਅੰਦਰ ਬੜੀ ਉਤਸੁਕਤਾ ਸੀ। ਉੱਥੇ ਕੌਣ ਜੱਜਮੈਂਟ ਤੇ ਆਏ ਸੀ ਆਈ ਡੋਂਟ ਨੋ, ਬਟ ਉਹਨਾਂ ਨੇ ਕਿਹਾ ਕਾਕਾ ਇਹ ਜਿਹੜਾ ਟੈਲੈਂਟ ਹੈ ਤੇਰੇ ਅੰਦਰ ਨਾ, ਇਹ ਡਾਕਟਰ ਭਾਵੇਂ ਬੇਸ਼ੱਕ ਬਣ ਜੀ, ਇਹਨੂੰ ਬੁੱਝਣ ਨਾ ਦੇਈਂ। ਮੈਨੂੰ ਉਦੋਂ ਨਹੀਂ ਸੀ ਉਦੋਂ ਸਮਝ, ਪਰ ਮੈਨੂੰ ਲੱਗਾ ਵੀ ਯਾਰ ਕੋਈ ਗੱਲ ਹੈਗੀ ਆ ਅੰਦਰ। ਤੇ ਉਹ ਮੈਂ ਸਿੱਧਾ ਹੀ 43 ਸੈਕਟਰ ਪਤਾ ਕੀਤਾ ਭਾ ਦੇ ਘਰ ਦਾ। ਅਸੀਂ ਮੁੰਨਾ ਦੀ ਮਾਨ ਜਿਹੜਾ ਹੁਣ ਲਿਰਿਸਿਸਟ ਹੈ ਬਹੁਤ ਫੇਮਸ, ਹਿੰਦੀ ਫਿਲਮਾਂ 'ਚ ਲਿਖਦਾ, ਉਹ ਸੀ। ਇੱਕ ਮੁੰਡਾ ਤਨੂ ਸੀ, ਇੱਕ ਮੁੰਡਾ ਸੋਨੂ ਸੀ। ਅਸੀਂ ਇਕੱਠੇ ਹੋ ਕੇ ਭਾ ਦੇ ਕੋਲ ਚਲੇ ਗਏ। ਭਾ ਗਏ ਤੇ ਭਾ ਦਾ ਜਿਵੇਂ ਦਾ ਅੰਦਾਜ਼ ਹੀ ਸੀ, ਭਾ ਕਹਿੰਦੇ ਆਹ ਫੜੋ ਸਕ੍ਰਿਪਟ, ਇਹ 3 ਦਿਨ ਬਾਅਦ ਆਪਾਂ ਨਾਟਕ ਕਰਨਾ ਕਿਸਾਨ ਭਵਨ ਦੇ ਵਿੱਚ। ਸਾਡੀ ਹੈਰਾਨੀ ਦੀ ਹੱਦ ਨਾ ਰਹੀ ਵੀ ਜਾ ਭਾ ਨੇ ਗੱਲ ਨਹੀਂ ਕੀਤੀ ਕੋਈ ਵੀ। ਉਹ ਟੋਆ ਨਾਟਕ ਸੀ ਤੇ ਟੋਆ ਨਾਟਕ ਦੇ ਵਿੱਚ ਭਾ ਨੇ ਕਿਹਾ ਆਹ ਤੇਰਾ ਰੋਲ ਹੈ, ਮੈਨੂੰ ਰੋਲ ਦਿੱਤਾ ਅਫਸਰ ਵਾਲਾ ਰੋਲ। ਪਹਿਲੇ ਦਿਨ ਤੋਂ ਹੀ ਸਾਹਬ ਵਾਲੀ ਗੱਲ, ਤੇ ਉਹ ਇੱਕ ਨੂੰ ਰਾਮ ਅਵਤਾਰ, ਬਾਕੀ ਰੋਲ ਵੰਡਤੇ। ਅਸੀਂ ਉਹ ਕਿਸਾਨ ਭਵਨ ਦੇ ਵਿੱਚ ਕੋਈ ਕਾਨਫਰੰਸ ਸੀ, ਉਹਦਾ ਜਦੋਂ ਲੰਚ ਹੋਇਆ, ਸਾਨੂੰ ਇਸ ਤਰ੍ਹਾਂ ਦਾ ਬਿਲਕੁਲ ਵੀ ਪਤਾ ਨਹੀਂ ਸੀ। ਜਦੋਂ ਲੰਚ ਹੋਇਆ ਤੇ ਉਹ ਕਾਨਫਰੰਸ ਹਾਲ ਤੋਂ ਨਿਕਲ ਕੇ ਜਦੋਂ ਲੰਚ ਕਰਨ ਲੱਗੇ, ਭਾ ਕਹਿੰਦੇ ਬਸ ਇੱਥੇ ਸ਼ੁਰੂ ਹੋ ਜਾਓ। ਤੇ ਉਹ ਇੱਧਰ ਉੱਧਰ ਲੋਕੀ ਲੰਚ ਕਰ ਰਹੇ, ਰਾਈਟਰਸ ਸੀ, ਤੇ ਵਿੱਚ ਅਸੀਂ ਸੈਂਟਰ ਵਿੱਚ ਨਾਟਕ ਖੇਡ ਰਹੇ, ਤੇ ਲੋਕੀ ਏਦਾਂ ਪਲੇਟਾਂ 'ਚ ਖਾਣਾ ਪਾ ਕੇ ਹੌਲੀ ਹੌਲੀ ਸਾਡੇ ਆਲੇ ਦੁਆਲੇ ਇਕੱਠੇ ਹੁੰਦੇ ਰਹੇ, ਤੇ ਸਾਡੀ ਝਿਜਕ ਲੈ ਗਈ। ਫਿਰ ਭਾ ਮੈਨੂੰ ਕਹਿੰਦੇ, ਮੈਨੂੰ ਹੌਲੀ ਹੌਲੀ ਜਿਹੜੇ ਬਾਕੀ ਨਾਲ ਦੇ ਕਿਰਦੇ ਗਏ। ਪ੍ਰਿਤਪਾਲ ਸੰਧੂ ਵੀ ਕਿਰ ਗਿਆ, ਉਹਦੀਆਂ ਆਪਣੀਆਂ ਕੋਈ ਨਿੱਜੀ ਪ੍ਰੋਬਲਮ ਸੀਗੀਆਂ, ਡਰੱਗਸ ਵਗੈਰਾ ਦਾ ਚੱਕਰ ਹੋ ਗਿਆ ਸੀ, ਕੁਝ ਹੋ ਗਿਆ ਸੀ। ਪਰ ਭਾ ਨੇ ਮੈਨੂੰ ਬੁਲਾਇਆ ਇੱਕ ਦਿਨ, ਭਾ ਕਹਿੰਦੇ ਵੀ ਤੇਰੇ 'ਚ ਮੈਨੂੰ ਬਹੁਤ ਸਪਾਰਕ ਨਜ਼ਰ ਆਉਂਦਾ, ਤੂੰ ਜੇ ਤਾਂ ਇਮਾਨਦਾਰੀ ਨਾਲ ਔਰ ਪ੍ਰਤੀਬੱਧਤਾ ਨਾਲ ਲਗਾਤਾਰ ਮੇਰੇ ਨਾਲ ਚੱਲਣਾ ਚਾਹਨਾ ਤੇ ਦੱਸ।
ਮੈਂ ਕਿਹਾ ਹਾਂਜੀ ਭਾਜੀ ਬਿਲਕੁਲ ਮੈਂ ਤੁਹਾਡੇ ਨਾਲ ਚੱਲਣਾ ਚਾਹੁੰਦਾ, ਮੈਂ ਤੁਹਾਡਾ ਬਹੁਤ ਫੈਨ ਹਾਂ। ਭਾ ਕਹਿੰਦੇ ਠੀਕ ਹੈ। ਫਿਰ ਭਾ ਨੇ ਜਿਹੜਾ ਉਹ ਨਾਟਕ ਸੀ ਪਹਿਲਾਂ ਜਿਹੜਾ ਪ੍ਰਿਤਪਾਲ ਨੇ ਕਰਵਾਇਆ ਸੀ, ਵੱਡੀ ਹਵੇਲੀ 'ਚ ਕੋਈ ਧਾਹਾਂ ਮਰਦੀ ਨਿਕਲੀ, ਉਹਦਾ ਇੱਕੋ ਹੀ ਸ਼ੋਅ ਹੋਇਆ, ਕੋਈ ਜ਼ਿਆਦਾ ਸ਼ੋਅ ਨਹੀਂ ਹੋਏ ਡਿਊ ਟੂ ਪ੍ਰਿਤਪਾਲ। ਫਿਰ ਭਾਜੀ ਨੇ ਕਮੀਆਂ ਦਾ ਵਿਹੜਾ ਨਾਟਕ ਸਾਨੂੰ ਦਿੱਤਾ ਤਿਆਰ ਕਰਨ ਲਈ। ਉਹਦੇ ਵਿੱਚ ਉਦੋਂ ਟੀਮ ਸਾਡੀ ਏਦਾਂ ਬਣਦੀ ਹੁੰਦੀ ਸੀ ਕਿ 2 ਕਲਾਕਾਰ ਮੁੱਲਾਂਪੁਰ ਤੋਂ ਆਉਂਦੇ ਹੁੰਦੇ ਸੀ, ਹਰਕੇਸ਼ ਚੌਧਰੀ, ਰਾਜੀਵ ਸ਼ਰਮਾ ਜਾਂ ਹਰਕੇਸ਼ ਚੌਧਰੀ ਤੇ ਸੁਰਿੰਦਰ ਸ਼ਰਮਾ, ਤੇ ਗੁਲਸ਼ਨ ਆਉਂਦਾ ਹੁੰਦਾ ਸੀਗਾ, ਤੇ ਬੀਬਾ ਕੁਲਵੰਤ ਜਿਹੜੇ ਹੈਗੇ ਆ ਉਹ ਉਦੋਂ ਨਵਾਂ ਸ਼ਹਿਰ ਤੋਂ ਆਉਂਦੇ ਸੀ ਜਾਂ ਲੁਧਿਆਣਾ ਤੋਂ ਆਉਂਦੇ ਸੀ ਉਦੋਂ। ਇਸ ਤਰ੍ਹਾਂ ਟੀਮ ਬੱਸਾਂ ਵਿੱਚ ਹੀ ਜਾਂਦੇ ਹੁੰਦੇ ਸੀ, ਤੇ ਭਾਜੀ ਨਾਲ ਮੈਂ ਇੱਥੋਂ ਜਾਂਦਾ ਸੀ, ਤੇ ਇੱਕ ਹਰਪਾਲ ਸਿੰਘ ਐਕਟਰ ਸੀਗਾ ਤੇ ਉਹਨੂੰ ਵੀ ਨਾਲ ਕਦੇ ਕਦੇ ਲੈ ਲੈਂਦੇ ਸੀ। ਉੱਥੋਂ ਮੇਰੀ ਭਾ ਦੇ ਨਾਲ ਸ਼ੁਰੂਆਤ ਹੋਈ। ਉਹ ਮੇਰੀ ਫਸਟ ਜਾਣੀ ਕਿ ਪਿੰਡਾਂ ਦੇ ਵਿੱਚ ਪੇਸ਼ਕਾਰੀ ਸੀ। ਉਹ ਪੇਸ਼ਕਾਰੀ ਵੀ ਬੜੀ ਇਤਿਹਾਸਕ ਪਿੰਡ ਸੀ, ਸੰਤ ਰਾਮਦਾਸੀ ਦਾ ਪਿੰਡ ਰਾਏਸਰ ਬਰਨਾਲੇ ਦੇ ਲਾਗੇ। ਉੱਥੇ ਉਹ ਪਹਿਲਾ ਸ਼ੋਅ ਸੀ ਪ੍ਰੋਪਰ, ਜਿਹਨੂੰ ਕਹੀਏ ਕਿ ਪਿੰਡ ਦਾ ਸ਼ੋਅ। ਔਰ ਮੈਂ ਬੜੀ ਵਾਰੀ ਇਸ ਗੱਲ ਨੂੰ ਕਹਿਣਾ ਹੁੰਦਾ ਮੈਂ ਕਿ ਉਹ ਜ਼ਿੰਦਗੀ ਦਾ ਇੱਕ ਬੈਸਟ ਡਾਇਲੋਗ ਸੀ ਮੇਰੇ ਵਾਸਤੇ, ਜਿਹੜਾ ਭਾ ਨੇ ਬੋਲਿਆ ਕਿ ਜਦੋਂ ਅਸੀਂ ਬੱਸ ਦੇ ਵਿੱਚੋਂ ਉਤਰੇ ਤੇ ਮੈਂ ਪੂਰਾ ਸੱਜ ਧੱਜ ਕੇ ਗਿਆ ਸੀ ਕਿ ਮੈਂ ਸੰਤ ਰਾਮਦਾਸੀ ਦੇ ਪਿੰਡ, ਕਿਉਂਕਿ ਸੰਤ ਰਾਮਦਾਸੀ ਦੇ ਗੀਤ ਸੁਣੇ ਹੋਏ ਸੀ, ਜ਼ੇਨ ਸੀ ਕਿ ਵੱਡੇ ਕਵੀ ਦੇ ਪਿੰਡ ਜਾ ਰਹੇ, ਤੇ ਮੈਂ ਪੂਰਾ ਸੱਜ ਧੱਜ ਕੇ ਵਾਈਟ ਸ਼ਰਟ ਪਾਈ ਹੋਈ, ਪੈਂਟ ਪ੍ਰੈਸ ਕਰਕੇ ਤੇ ਨੀਚੇ ਪਾਲਿਸ਼ ਕਰਕੇ ਸ਼ੂਜ਼ ਪਾਏ ਹੋਏ, ਤੇ ਜਿਵੇਂ ਮੈਂ ਬੱਸ ਤੋਂ ਉਤਰਿਆ, ਇਹ ਨਹੀਂ ਕਿ ਸਾਡੇ ਦੁਆਬੇ ਵਿੱਚ ਮਿੱਟੀ ਘੱਟਾ ਨਹੀਂ ਹੁੰਦਾ, ਪਰ ਮਾਲ ਵਿੱਚ ਥੋੜਾ ਜਿਹਾ ਵੱਧ ਹੁੰਦਾ। ਜਿਵੇਂ ਹੀ ਥੱਲੇ ਉਤਰੇ ਤਾਂ ਮੇਰੇ ਬੂਟ ਪੂਰੇ ਉਹ ਜਿਹੜੀ ਸੀ ਮਿੱਟੀ ਸੀ ਉਹਦੇ ਵਿੱਚ ਧੱਸ ਗਏ, ਤੇ ਮੇਰੇ ਮੂੰਹ ਅਚਾਨਕ ਹੀ ਨਿਕਲ ਗਿਆ। ਮੈਂ ਕਿਹਾ ਇੰਨੀ ਜ਼ਿਆਦਾ ਮਿੱਟੀ ਰਾਹਾਂ ਦੇ ਵਿੱਚ? ਤੇ ਭਾ ਕਹਿੰਦੇ ਸਾਹਿਬ ਇਹਨਾਂ ਰਾਹਾਂ ਤੇ ਇੰਨੀ ਜ਼ਿਆਦਾ ਮਿੱਟੀ ਹੈ ਤੇ ਚੰਡੀਗੜ੍ਹ ਦੀਆਂ ਸੜਕਾਂ ਇੰਨੀਆਂ ਸਾਫ਼ ਨੇ, ਮੈਂ ਇਸੇ ਲਈ ਥੀਏਟਰ ਕਰਦਾ। ਮੇਰੇ ਕਿਤੇ ਅੰਦਰ ਸਟ੍ਰਾਈਕ ਕੀਤੀ ਗੱਲ ਕਿ ਬੰਦਿਆ ਤੂੰ ਜਿਸ ਬੰਦੇ ਨਾਲ ਤੁਰਿਆ ਹੋਇਆ ਨਾ, ਇਹ ਬੰਦਾ ਓਡਾ ਕਿੰਨੀਆਂ ਜਿੱਡਾ ਨਜ਼ਰ ਆ ਰਿਹਾ, ਕੋਈ ਗੱਲ ਹੋਰ ਹੈ। ਉਦੋਂ ਤੱਕ ਤਾਂ ਐ ਸੀ ਵੀ ਨਾਟਕ ਕਰਾਂਗੇ ਵਾਹ ਵਾਹ ਹੋਏਗੀ ਜਾਂ ਕਿੱਦਾਂ। ਵਾਹ ਵਾਹ ਦੀ ਭੁੱਖ ਅੱਜ ਤੱਕ ਵੀ ਹੈਗੀ ਹੈ, ਮੈਨੂੰ ਨਹੀਂ ਲੱਗਦਾ ਕਲਾਕਾਰ ਦੇ ਅੰਦਰ ਉਹ ਨਹੀਂ ਹੋਣੀ ਚਾਹੀਦੀ, ਜ਼ਰੂਰ ਹੋਣੀ ਚਾਹੀਦੀ ਹੈ, ਪਰ ਉੱਥੋਂ ਕਿਤੇ ਲੱਗਾ ਵੀ ਗੱਲ ਕੋਈ ਹੋਰ ਹੈ। ਫਿਰ ਮੈਂ ਭਾ ਦੇ ਨਾਲ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ। ਮੈਂ ਉਦੋਂ ਭਾ ਨਾਲ ਜਿੰਨੇ ਆਰਟਿਸਟ ਜਾਂਦੇ ਹੁੰਦੇ ਸੀ ਉਹਨਾਂ ਚੋਂ ਲਗਭਗ ਮੈਂ ਮਤਲਬ ਸਭ ਤੋਂ ਜ਼ਿਆਦਾ ਕਿਤਾਬਾਂ ਪੜ੍ਹਨ ਵਾਲਾ ਮੈਂ ਸੀ। ਜਿੱਥੋਂ ਕਿਉਂਕਿ ਹੌਲੀ ਹੌਲੀ ਅਸੀਂ ਗੱਡੀ 'ਚ ਜਾਣਾ ਸ਼ੁਰੂ ਕਰਤਾ, ਗੱਡੀ 'ਚ ਕਿਤਾਬਾਂ ਪਿੱਛੇ ਪਈਆਂ ਹੁੰਦੀਆਂ ਸੀ, ਸਾਲ ਕ ਅਸੀਂ ਬੱਸਾਂ ਉੱਤੇ ਚੱਲਦੇ ਰਹੇ। ਫਿਰ ਗੱਡੀ, ਫਿਰ ਇੱਕ ਕਾਲੇ ਰੰਗ ਦੀ ਫੀਟ ਜਾਂਦੀ ਹੁੰਦੀ ਸੀ, ਮੈਨੂੰ ਅੱਜ ਵੀ ਯਾਦ ਹੈ, ਉਸ ਫੀਟ ਦੇ ਵਿੱਚ ਸਫ਼ਰ ਕਰਨਾ ਸ਼ੁਰੂ ਕੀਤਾ। ਫਿਰ ਮਾਰੂਤੀ ਵੈਨ ਆਈ, ਉਹਦੇ 'ਚ ਰਸ਼ੀਅਨ ਲਿਟਰੇਚਰ, ਹੋਰ ਨਾਵਲ, ਬੜਾ ਕੁਝ ਪਿਆ ਹੁੰਦਾ ਸੀ। ਤੇ ਭਾਜੀ ਨਾਲ ਤੁਰ ਕੇ 15-20 ਮਿੰਟ ਭਾਜੀ ਨਾਲ ਗੱਲਾਂ ਹੋਣੀਆਂ, ਫਿਰ ਭਾਜੀ ਕਈ ਵਾਰੀ ਸੌਂ ਜਾਂਦੇ ਸੀ, ਤੇ ਮੈਂ ਕਿਤਾਬ ਚੁੱਕਣੀ, ਕਿਤਾਬ ਚੁੱਕ ਕੇ ਮੈਂ ਪੜ੍ਹਨੀ ਸ਼ੁਰੂ ਕਰ ਦੇਣੀ, ਜਿੱਥੇ ਤੱਕ ਮੈਂ ਪੜ੍ਹ ਸਕਦਾ ਸੀ ਫਿਰ ਪੜ੍ਹਨੀ, ਵਾਪਸੀ ਤੇ ਫਿਰ ਪੜ੍ਹਨੀ। ਫਿਰ ਮੈਂ ਜਦੋਂ ਘਰੇ ਆਣਾ, ਮੈਂ ਕਿਤਾਬ ਇੱਕ ਅੱਧੀ ਉਹਦੇ ਚੋਂ ਕੱਢ ਲੈਣੀ, ਉਹ ਮੈਂ ਪੜ੍ਹਨੀ, ਪੜ੍ਹ ਕੇ ਫਿਰ ਵਾਪਸ ਉਸ ਤਰ੍ਹਾਂ ਰੱਖ ਲੈਣੀ। ਉਦੋਂ ਐ ਨਹੀਂ ਸੀ ਹੁੰਦਾ ਵੀ ਕਿਤਾਬ ਖਰੀਦ ਲਈਏ ਜਾਂ ਕੁਝ। ਸੋ ਇਹਨਾਂ ਸਾਰੀਆਂ ਚੀਜ਼ਾਂ ਨੇ ਮੇਰੇ ਮਾਈਂਡ ਦੇ ਉੱਤੇ ਇੱਕ ਐਸਾ ਅਸਰ ਪਾਇਆ ਕਿ ਮੈਂ ਭਾ ਗੁਰਸ਼ਰਨ ਸਿੰਘ ਦੇ ਬਹੁਤ ਨੇੜੇ ਹੁੰਦਾ ਗਿਆ ਔਰ ਜ਼ਿੰਦਗੀ ਦਾ ਮਕਸਦ ਸਮਝਦਾ ਗਿਆ। ਉਹ ਵਿਚਾਰਧਾਰਾ ਪਹਿਲੇ ਕਿਤੇ ਬ੍ਰਦਰ ਕਰਕੇ ਆਈ ਹੋਈ ਸੀ ਪ੍ਰੋਗਰੈਸਿਵ, ਪਰ ਭਾ ਨੇ ਉਸ ਨੂੰ ਬੁਲੰਦੀ ਤੇ ਲੈ ਗਏ। ਔਰ ਉਹ ਦੌਰ ਵੀ ਇਹੋ ਜਿਹਾ ਸੀ ਕਿ ਪੰਜਾਬ 'ਚ ਕੋਈ ਅੱਛਾ ਦੌਰ ਨਹੀਂ ਸੀ, ਬੜਾ ਬੜਾ ਅਸ਼ਾਂਤੀ ਸੀ ਚਾਰੇ ਪਾਸੇ, ਬੜੀ ਹਲਚਲ ਸੀ ਚਾਰੇ ਪਾਸੇ, ਪਤਾ ਨਹੀਂ ਸੀ ਲੱਗਦਾ ਕਿਹੜੇ ਵੇਲੇ ਕੀ ਵਾਪਰ ਜਾਣਾ। ਮੈਨੂੰ ਇਹ ਵੀ ਯਾਦ ਹੈ ਕਿ ਕਈ ਵਾਰੀ ਅਸੀਂ ਇਹੋ ਸ਼ੋਅਜ਼ ਤੇ ਵੀ ਜਾਂਦੇ ਹੁੰਦੇ ਸੀ ਜਿੱਥੇ ਅਸੀਂ ਸਟੇਜ ਕਰਦੇ ਹੁੰਦੇ ਸੀ ਔਰ 2 ਬੰਦੂਕਾਂ, ਦੇਸੀ ਜੀਆਂ ਬੰਦੂਕਾਂ ਲੈ ਕੇ ਕਾਮਰੇਡ ਸੱਜੇ ਖੱਬੇ ਸਟੇਜ ਦੇ ਖੜੇ ਹੁੰਦੇ ਸੀ। ਔਰ ਮਤਲਬ ਮੈਨੂੰ ਪਤਾ ਹੁੰਦਾ ਸੀ ਵੀ ਜੇ ਕੁਝ ਹੋ ਗਿਆ ਇਹ ਬੰਦੂਕਾਂ ਘੱਟੋ ਘੱਟ ਸਾਨੂੰ ਤਾਂ ਨਹੀਂ, ਸੇਫ ਤਾਂ ਨਹੀਂ ਰੱਖ ਸਕਦੀਆਂ, ਪਰ ਉਹ ਭਾ ਵਾਲੀ ਸਪਿਰਿਟ ਜਿਹੜੀ ਸੀ ਉਹ ਬੰਦੂਕ ਤੋਂ ਜ਼ਿਆਦਾ ਸਟਰੋਂਗ ਸੀ। ਉਹਦੇ ਕਰਕੇ ਕੌਨਫੀਡੈਂਸ ਸੀਗਾ ਕਿ ਨਹੀਂ ਚੱਲੀ ਜਾਓ ਜਿੱਥੇ ਵੀ ਜਾਣਾ। ਤੇ ਅਸੀਂ 3-3 ਦਿਨ ਬਾਹਰ ਵੀ ਰਹਿਣਾ, ਥੀਮ ਡੈਮ ਦੇ ਉੱਤੇ ਗਏ, 3-4 ਦਿਨ ਉੱਥੇ ਨਾਟਕ ਕੀਤੇ। ਸੋ ਬਹੁਤ ਲੰਬਾ ਤਜਰਬਾ ਸੀ ਭਾਜੀ ਦੇ ਨਾਲ। ਕਮੀਆਂ ਦਾ ਬੇੜਾ, ਫਿਰ ਨਵਾਂ ਜਨਮ ਨਾਟਕ ਭਾਜੀ ਨੇ ਤਿਆਰ ਕਰਾਇਆ ਸਾਨੂੰ, ਫਿਰ ਹੌਲੀ ਹੌਲੀ ਹੋਰ ਕਿੰਨੇ ਨਾਟਕ ਭਾਜੀ ਸਾਨੂੰ ਕਰਾਉਂਦੇ ਰਹੇ। ਫਿਰ ਗੁਲਾਬੀ ਪੱਗ ਨਾਟਕ ਭਾਜੀ ਨੇ, ਉਹ ਛੇਤੀ ਹੀ, ਉਦੋਂ ਮੇਰਾ 1.5 ਸਾਲ ਦਾ ਹੀ ਸਫ਼ਰ ਹੋਇਆ ਸੀ ਭਾਜੀ ਦੇ ਨਾਲ, ਉਹ ਗੁਲਾਬੀ ਪੱਗ ਨਾਟਕ ਭਾਜੀ ਨੇ ਕਰਵਾਇਆ। ਉਦੋਂ ਭਾਜੀ ਨੇ, ਕਿਉਂਕਿ ਭਾਜੀ ਨਾਲ ਕੀ ਹੁੰਦਾ ਸੀ ਕਿ ਭਾਜੀ ਏਦਾਂ ਜਾਂਦੇ ਆ, ਭਾਜੀ ਨੇ ਕਿਹਾ ਕਿ ਅੱਛੀ ਪਰਸਨੈਲਿਟੀ ਹੈ ਸਾਹਿਬ ਤੇਰੀ, ਅੱਛੀ ਆਵਾਜ਼ ਹੈ, ਸੋਹਣਾ ਲੱਗਦਾ, ਜਿਵੇਂ ਕੇਵਲ ਭਾ ਨੇ ਇੰਟਰੋਡਕਸ਼ਨ 'ਚ ਕਿਹਾ। ਤੇ ਭਾਜੀ ਨੇ ਜਿਹੜਾ ਵੀ ਨਾਟਕ ਹੋਣਾ, ਨਾਇਕ ਸਾਹਿਬ ਸਿੰਘ, ਕਮੀਆਂ ਦਾ ਬੇੜਾ ਦੇ ਵਿੱਚ ਨਾਇਕ ਸਾਹਿਬ ਸਿੰਘ, ਨਵਾਂ ਜਨਮ ਹੈ ਤੇ ਨਾਇਕ ਸਾਹਿਬ ਸਿੰਘ, ਹੋਰ ਵੀ ਕੋਈ ਨਾਟਕ ਜਦੋਂ ਰੋਸ਼ਨੀ ਹੁੰਦੀ ਹੈ ਕੀਤਾ, ਉਹਦੇ ਵਿੱਚ ਵੀ ਹੋਰ ਵੀ ਕਿੰਨੇ ਨਾਟਕ ਜਿਹੜੇ ਮੈਨੂੰ ਭੁੱਲ ਰਹੇ ਆ, ਹਮੇਸ਼ਾ ਨਾਇਕ। ਤੇ ਮੈਂ ਨਾ ਐਜ਼ ਐਨ ਐਕਟਰ ਥੋੜਾ ਅੱਕ ਗਿਆ ਸੀ, ਮੈਨੂੰ ਇਰੀਟੇਸ਼ਨ ਜੀ ਹੋਣੀ ਸ਼ੁਰੂ ਹੋਈ ਸੀ ਕਿ ਮੇਰੇ ਸੱਜੇ ਖੱਬੇ ਜਿਹੜੇ ਐਕਟਰ ਨੇ, ਗੁਲਸ਼ਨ ਹੈ ਜਾਂ ਮਲਕੀਤ ਹੈ ਜਾਂ ਹਰਕੇਸ਼ ਹੈ, ਇਹਨਾਂ ਨੂੰ ਜ਼ਿਆਦਾ ਮੌਕਾ ਮਿਲਦਾ ਐਕਟਿੰਗ ਕਰਨ ਦਾ, ਤੇ ਮੈਂ ਤੇ ਨਾਇਕ ਤਾਂ ਇੱਕੋ ਜਿਹਾ ਹੁੰਦਾ ਕਿ ਉਹ ਬਗਾਵਤ ਕਰਦਾ ਤੇ ਜਾਂ ਕੁਝ ਹੋਰ ਗੱਲਾਂ ਬਾਤਾਂ ਕਰਦਾ। ਮਿੱਟੀ ਦਾ ਮੁੱਲ ਨਾਟਕ ਸੀ, ਉਹ 'ਚ ਰਾਮਾ ਮੈਂ ਬਣਦਾ ਸੀ, ਰੋਜ਼ੀ ਮਿੰਦੋ ਬਣਦੀ ਸੀ। ਮੈਂ ਭਾਜੀ ਨੂੰ ਇੱਕ ਦਿਨ ਵੈਸੇ ਕਹਿਤਾ, ਮੈਂ ਭਾਜੀ ਮੈਨੂੰ ਵੀ ਕੋਈ ਉਹੋ ਜਿਹਾ ਰੋਲ ਦਿਓ ਨਾ, ਜੇ ਕੋਈ ਨੈਗੇਟਿਵ ਸ਼ੇਡ ਦਾ ਕੁਝ। ਭਾਈ ਕਹਿੰਦੇ ਨਹੀਂ ਤੂੰ ਇੰਨਾ ਸੋਹਣਾ ਸੁਨੱਖਾ ਹੈਗਾ,
ਇੰਨੀ ਅੱਛੀ ਆਵਾਜ਼ ਹੈ ਨਾਇਕਾਂ ਵਾਲੀ, ਨਾਇਕ ਚਾਹੀਦਾ ਹੁੰਦਾ ਨਾਟਕ ਦਾ, ਸਭ ਤੋਂ ਬੈਟਰ ਤਾਂ ਤੂੰ ਹੈ। ਮੈਂ ਚੁੱਪ ਕਰ ਗਿਆ। ਪਰ ਭਾਜੀ ਦਾ ਤੁਹਾਨੂੰ ਪਤਾ ਹੀ ਹੈ, ਭਾਜੀ ਦਾ ਇਹ ਸਟਾਈਲ ਸੀ ਕਿ ਭਾਜੀ ਨੂੰ ਜਦੋਂ ਵੀ ਕੋਈ ਕਲਾਕਾਰ ਸਵਾਲ ਪਾਉਂਦਾ ਸੀ ਤੇ ਇੱਕਦਮ ਜਵਾਬ ਨਹੀਂ ਸੀ ਦਿੰਦੇ, ਪਰ ਭਾਜੀ ਕਿਤੇ ਇੱਥੇ ਫੀਡ ਕਰ ਲੈਂਦੇ ਹੁੰਦੇ ਸੀ। ਭਾਜੀ ਨੇ ਕਿਤੇ ਫੀਡ ਕਰ ਲਿਆ ਸੀ ਤੇ ਇਹਨੂੰ ਕੋਈ ਡਿਫਰੈਂਟ ਕਰੈਕਟਰ ਚਾਹੀਦਾ। ਉਹ ਫਿਰ ਗੁਲਾਬੀ ਪੱਗ ਨਾਟਕ ਦੀ ਸਕ੍ਰਿਪਟ ਜਦੋਂ ਭਾਜੀ ਨੇ ਫੜਾਈ, ਮੈਨੂੰ ਲੱਗਾ ਕਿ ਫਿਰ ਮੈਨੂੰ ਮੁੰਡੇ ਵਾਲਾ ਰੋਲ ਮਿਲਣ ਲੱਗਾ। ਭਾਜੀ ਮੈਨੂੰ ਕਹਿੰਦੇ ਨਹੀਂ, ਇਹਦੇ 'ਚ ਤੂੰ ਫਾਦਰ ਦਾ ਰੋਲ ਕਰੇਂਗਾ। ਉਹ ਫਾਦਰ ਬੜਾ ਇੰਟਰਸਟਿੰਗ ਕਰੈਕਟਰ ਸੀ ਕਿ ਮੁੰਡਾ ਇਨਕਲਾਬੀ ਹੈ, ਪੁਲਿਸ ਉਹਦੇ ਪਿੱਛੇ ਪਈ ਹੋਈ ਹੈ, ਪੁਲਿਸ ਮੁੰਡੇ ਨੂੰ ਖਾੜਕੂ ਸਮਝ ਰਹੀ ਹੈ, ਘਰ ਦੇ ਵਿੱਚ ਉਹਦੀ ਬੇਟੀ ਹੈ, ਉਹਦਾ ਵਿਆਹ ਧਰਿਆ ਹੋਇਆ, ਤੇ ਪਿਓ ਨੂੰ ਆਦਤ ਹੈ ਕਿ ਡੇਲੀ ਸ਼ਾਮ ਨੂੰ 2-3 ਪੈਗ ਲਾ ਕੇ ਉੱਪਰ ਗਾਲਾਂ ਗੂਲਾਂ ਕੱਢਦਾ ਤੇ ਸਾਰਾ ਕੁਝ ਕਰਦਾ। ਉਹ ਮੈਨੂੰ ਯਾਦ ਹੈ ਕਿ ਨਾਟਕ ਜਦੋਂ ਅਸੀਂ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਕੀਤਾ, ਕੇਵਲ ਭਾਈ ਤੁਸੀਂ ਉੱਥੇ ਸੀਗੇ। ਮੈਂ ਉੱਥੇ ਸੀ, ਬਿਲਕੁਲ ਬਿਲਕੁਲ ਉੱਥੇ ਸੀ, ਹੀਰਾ ਸਿੰਘ ਰੰਧਾਵਾ ਉੱਥੇ ਸੀ। ਮੈਂ ਬਾਅਦ ਵਾਲੀ ਵੀ ਸਾਰੀ ਘਟਨਾ ਦੇ ਵਿੱਚ ਮੈਂ ਸਾਰਾ ਦੇਖਿਆ। ਪੁਲਿਸ ਨਾਟਕ ਨੇ ਜਦੋਂ ਹੋਇਆ ਤਾਂ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਹੋਇਆ, ਉਹ ਹੋਇਆ ਸੀ ਉਹ ਜਿਹੜਾ ਜੱਸੋਵਾਲ ਹੋਰੀ ਮੇਲਾ ਕਰਾਉਂਦੇ ਹੁੰਦੇ ਸੀ, ਬਿਲਕੁਲ ਬਿਲਕੁਲ ਉਸ ਮੇਲੇ ਦੇ ਵਿੱਚ ਸੀ ਤੇ ਬਹੁਤ ਕਰਾਊਡ ਸੀ। ਔਰ ਕਰਾਊਡ ਇਦਾਂ ਸੀ ਕਿ ਪੰਜਾਬੀ ਭਵਨ ਭਰਿਆ ਪਿਆ ਐਂਡ ਪੱਗਾਂ ਹੀ ਪੱਗਾਂ, ਮੁੰਡੇ ਮਤਲਬ ਬੈਠੇ ਨੇ। ਮਾਹੌਲ ਕਿਉਂਕਿ ਬਹੁਤ ਏਦਾਂ ਦਾ ਸੀਗਾ ਕਿ ਪੁਲਿਸ ਪ੍ਰਤੀ ਲੋਕਾਂ ਦੇ ਮਨ 'ਚ ਖਿੱਚ ਸੀਗੀ ਕਿ ਜੋ ਕੁਝ ਚੱਲ ਰਿਹਾ ਸੀ। ਤੇ ਮੇਰੇ ਡਾਇਲੋਗ ਕੁਛ ਏਦਾਂ ਦੇ ਸੀ। ਮੈਨੂੰ ਆ ਕੇ ਮੁੰਡਾ ਪੁੱਛਦਾ ਵੀ ਬਾਪੂ ਕਿੱਦਾਂ ਤੂੰ ਜੇਲ੍ਹ 'ਚ ਰਿਹਾ ਤੇ ਕਿੱਦਾਂ ਦਾ ਰਿਹਾ? ਮੈਂ ਕਿਉਂ ਕਹਿੰਦਾ ਬਹੁਤ ਵਧੀਆ ਰਿਹਾ, ਜਵਾਈਆਂ ਦੀ ਤਰ੍ਹਾਂ ਮੇਰੀ ਸੇਵਾ ਹੋਈ। ਇੱਕ ਵਾਰੀ ਕੁੜੀ ਦਾ ਵਿਆਹ ਕਰਦਾ ਬਸ, ਫੇ ਭਾਵੇਂ ਪੱਕਾ ਹੀ ਰੱਖ ਲੈਣ ਪਰ ਰਹੂੰਗਾ ਜਵਾਈ ਬਣ ਕੇ। ਜਦੋਂ ਮੈਂ ਇਹ ਡਾਇਲੋਗ ਬੋਲਿਆ, ਇੱਕ ਤਾਂ ਮੈਂ ਚੜ੍ਹਾਈ 'ਚ ਡਾਇਲੋਗ ਬੋਲ ਰਿਹਾ, ਇੱਕ ਅੱਗੋਂ ਹਜ਼ਾਰਾਂ ਦੀ ਤਾਦਾਦ 'ਚ ਲੋਕੀ ਉਸ ਤਰ੍ਹਾਂ ਤਪੇ ਖਿਜੇ ਬੈਠੇ ਪੁਲਿਸ ਤੋਂ, ਉਹ ਡਾਇਲੋਗ ਨੂੰ ਜੋ ਹੁੰਗਾਰਾ ਮਿਲਿਆ। ਔਰ ਅਖੀਰ ਦੇ ਵਿੱਚ ਤਾਂ ਮੈਨੂੰ ਮਤਲਬ ਮੋਢਿਆਂ ਤੇ ਚੁੱਕ ਕੇ ਉਹ ਖਾਣੇ ਤੱਕ ਲੈ ਕੇ ਗਏ ਮੁੰਡੇ ਕਿ ਤੁਸੀਂ ਕਮਾਲ ਕਰਤਾ ਜੀ। ਉਹ ਮੈਨੂੰ ਮੋਢਿਆਂ ਤੇ ਚੁੱਕ ਕੇ ਲੈ ਕੇ ਗਏ। ਜਦੋਂ ਖਾਣਾ ਖਾ ਕੇ ਮੈਂ ਵਾਪਸ ਆਇਆ ਤੇ ਪੁਲਿਸ ਵਾਲੇ ਮੈਨੂੰ ਦੂਜੇ ਮੋਢਿਆਂ ਤੇ ਚੁੱਕਣ ਨੂੰ ਤਿਆਰ ਬੈਠੇ। ਉਹ ਕਹਿੰਦੇ ਆ ਜਾ ਬੱਚੂ, ਆ ਜਾ, ਤੈਨੂੰ ਅੱਜ ਨਾਲ ਲੈ ਕੇ ਚੱਲਾਂਗੇ ਸਮਰਾਲਾ ਮਾਛੀਵਾੜਾ ਦੀਆਂ ਗਲੀਆਂ ਦੇ ਵਿੱਚ, ਤੈਨੂੰ ਖੇਤਾਂ 'ਚ ਘੁਮਾਵਾਂਗੇ ਰਾਤ ਨੂੰ ਪੁਲਿਸ ਦੇ ਨਾਲ। ਫਿਰ ਤੈਨੂੰ ਪਤਾ ਲੱਗੂ ਬੱਚੂ ਪੁਲਿਸ ਦਾ ਜਵਾਈ ਕਿੱਦਾਂ ਬਣੀਦਾ ਹੁੰਦਾ। ਤੁਹਾਨੂੰ ਪਤਾ ਨਹੀਂ ਹੈ, ਤੁਸੀਂ ਕਲਾਕਾਰ ਨਾ ਸਟੇਜ ਤੋਂ ਬੋਲ ਦਿੰਦੇ ਹੋ, ਤੁਹਾਨੂੰ ਨਹੀਂ ਪਤਾ ਅਸੀਂ ਕਿੱਦਾਂ ਜ਼ਿੰਮੇਵਾਰੀਆਂ ਨਿਭਾ ਰਹੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇਸ ਤਰ੍ਹਾਂ ਤਾਂ ਕੋਈ ਗੱਲ ਨਹੀਂ ਹੈਗੀ ਵੀ ਤੁਹਾਡੇ ਖਿਲਾਫ ਕੋਈ ਸਮੁੱਚੀ ਕੋਈ ਗੱਲ ਇਹੋ ਜਿਹੀ ਤਾਂ ਕੀਤੀ ਨਹੀਂ ਹੈਗੀ। ਉਹ ਤਾਂ ਕਰੈਕਟਰ ਹੈ ਕਿ ਕਰੈਕਟਰ ਉਸ ਤਰ੍ਹਾਂ। ਕਹਿੰਦਾ ਨਹੀਂ, ਕਰੈਕਟਰ ਸਾਨੂੰ ਵੀ ਪਤਾ। ਉਹ ਹੌਲੀ ਹੌਲੀ ਸਿਪਾਹੀ ਤੋਂ ਹਵਲਦਾਰ ਤੋਂ ਡੀਐਸਪੀ, ਗੱਲ ਵੱਧਦੀ ਮਤਲਬ ਵੱਡੇ ਆਫੀਸਰ। ਕਿੰਨਾ ਦੀ ਉਹਨਾਂ ਦੀ ਤੁਹਾਡੇ ਆਵਾਜ਼ ਬੰਦ ਹੋ ਗਈ ਹੈ ਸਾਹਿਬ, ਆਵਾਜ਼ ਨਹੀਂ ਆ ਰਹੀ ਤੁਹਾਡੀ, ਆਵਾਜ਼ ਕੱਲੇ ਨੂੰ। ਫਿਰ ਤੁਸੀਂ ਸਾਨੂੰ ਸਾਰਿਆਂ ਨੂੰ ਲੈ ਚਲੋ, ਤੁਸੀਂ ਉੱਥੇ ਸੀਗੇ ਤੇ ਫਿਰ ਉਹਨਾਂ ਨੂੰ ਥੋੜਾ ਮਹਿਸੂਸ ਹੋਇਆ ਵੀ ਨਹੀਂ ਇਹਨਾਂ ਦੀ ਵੀ ਕੋਈ ਸਟਰੈਂਥ ਹੈਗੀ ਹੈ। ਸੋ ਉਸ ਦੌਰ ਚੋਂ ਨਿਕਲਿਆ ਉਹ ਬੜਾ ਭਾਜੀ, ਮਤਲਬ ਕਹਿਣ ਨੂੰ ਅੱਜ ਜਦੋਂ ਸੋਚਦੇ ਆ ਤਾਂ ਐ ਸੋਚਦੇ ਆ ਕਿ ਗੋਲੀ ਵੀ ਵੱਜ ਸਕਦੀ ਸੀ, ਕੁਝ ਹੋ ਵੀ ਸਕਦਾ ਸੀ। ਘਰ ਦੇ ਵੀ ਕਈ ਵਾਰੀ ਪਰੇਸ਼ਾਨ ਹੁੰਦੇ ਸੀ ਕਿ ਤੁਸੀਂ ਕਿਸ ਰਾਹ ਤੇ ਤੁਰ ਗਏ ਹੋ, ਤੁਹਾਨੂੰ ਕੁਝ ਹੋ ਨਾ ਜਾਵੇ ਜਿੱਦਾਂ ਬੋਲਦੇ ਹੋ। ਪਰ ਅੱਜ ਜਦੋਂ ਉਸ ਦੌਰ ਬਾਰੇ ਮੈਂ ਸੋਚਦਾ ਤੇ ਸਕੂਨ ਬਹੁਤ ਮਿਲਦਾ, ਆਪਣੇ ਆਪ ਨੂੰ ਤਸੱਲੀ ਬਹੁਤ। ਯੈਸ, ਯੂ ਹੈਵ ਡਨ ਸਮਥਿੰਗ। ਤੁਸੀਂ ਗੁਰਸ਼ਰਨ ਸਿੰਘ ਵਰਗੇ ਬੰਦੇ ਨਾਲ ਜੁੜ ਕੇ ਤੁਸੀਂ ਇੱਕ ਇਹੋ ਜਿਹਾ ਕੰਮ ਕੀਤਾ ਉਸ ਦੌਰ ਦੇ ਵਿੱਚ ਜਿਹਦੀ ਸਭ ਤੋਂ ਜ਼ਿਆਦਾ ਲੋੜ ਸੀ ਕਿ ਲੋਕਾਂ ਨੂੰ ਜਾਗਰਤ ਕਰਨਾ, ਲੋਕਾਂ ਨੂੰ ਇਹ ਸੁਨੇਹਾ ਦੇਣਾ ਕਿ ਭਾਈਚਾਰਕ ਸਾਂਝ ਕੀ ਹੁੰਦੀ ਹੈ। ਮਸਲਾ ਹਿੰਦੂ ਸਿੱਖ ਦਾ ਨਹੀਂ ਹੈ, ਮਸਲਾ ਕੋਈ ਹੋਰ ਹੈ। ਤੇ ਜੇ ਹਾਲਾਤ ਅੱਜ ਖਰਾਬ ਹੈ, ਹਮੇਸ਼ਾ ਹਾਲਾਤ ਖਰਾਬ ਨਹੀਂ ਰਹਿਣਗੇ। ਉਹ ਜਿਹੜਾ ਸੰਗਰਾਮ ਦਾ ਹੁੱਕਾ ਭਾਜੀ ਦੇ ਨਾਲ ਮਿਲ ਕੇ ਕਿਤੇ ਅਸੀਂ ਤਿਲ ਫੁੱਲ ਆਪਣਾ ਯੋਗਦਾਨ ਪਾਉਂਦੇ ਰਹੇ, ਉਹ ਮੈਂ ਆਪਣੀ ਜ਼ਿੰਦਗੀ ਦਾ ਇੱਕ ਮੈਡਲ ਸਮਝਦਾ ਭਾਜੀ ਆਪਣੇ। ਇਹ ਸਾਹਿਬ, ਇਹ ਬਿਲਕੁਲ ਤੁਹਾਡਾ ਬੜੀ ਖੂਬਸੂਰਤ ਗੱਲ ਹੈ ਕਿ ਤੁਹਾਨੂੰ ਸ਼ੁਰੂ ਵਿੱਚ ਇੱਕ ਕਮਿਟਮੈਂਟ ਵਾਲਾ ਜਿਹੜਾ ਸਫ਼ਰ ਸੀਗਾ ਕਿ ਰੰਗਮੰਚ ਹੈ ਕੀ ਆ, ਕਰਨਾ ਕਿਹਦੇ ਨਾਲ ਹੈ, ਕਿੱਥੇ ਕਰਨਾ ਹੈ, ਕਿੰਨਾ ਲੋਕਾਂ ਲਈ ਕਰਨਾ ਹੈ, ਇਹ ਤੁਹਾਨੂੰ ਸਮਝ ਆ ਗਈ ਗੁਰਸ਼ਰਨ ਭਾਜੀ ਨਾਲ ਕੰਮ ਕਰਦਿਆਂ ਹੋਇਆ। ਫਿਰ ਤੁਹਾਡਾ ਅਗਲਾ ਪੜਾਅ ਸ਼ੁਰੂ ਹੁੰਦਾ ਹੈ ਜਦੋਂ ਤੁਸੀਂ ਨਾਟਕ, ਇਸ ਦੌਰਾਨ ਪਰ ਤੁਹਾਡੀ ਮੈਰਿਜ ਵੀ ਹੋ ਗਈ, ਰੋਜ਼ੀ ਵੀ ਤੁਹਾਨੂੰ ਮਿਲ ਪਈ। ਰੋਜ਼ੀ ਵਾਲੀ ਗੱਲਬਾਤ 'ਚ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਰੋਜ਼ੀ ਸਾਹਿਬ ਸਿੰਘ ਨੇ ਰੋਜ਼ੀ ਨੂੰ ਕਿੱਦਾਂ ਲੱਭ ਲਿਆ, ਹੈ ਨਾ, ਉਹ ਸਾਨੂੰ ਪਤਾ ਲੱਗ ਗਿਆ ਸੀਗਾ। ਤੇ ਉਸ ਵੇਲੇ ਅੱਛਾ, ਉਹ ਮੈਂ ਛੋਟੀ ਜਿਹੀ ਗੱਲ ਦੇ ਵਿੱਚ, ਥੋੜੀਆਂ ਜਿਹੀਆਂ ਗੱਲਾਂ 'ਚ, ਥੋੜੇ ਜਿਹੇ ਸਮੇਂ 'ਚ ਤੁਹਾਡੇ ਕੋਲ ਛੋਟਾ ਜਿਹਾ ਆਨਸਰ ਚਾਹਾਂਗਾ ਵੀ ਇਹ ਕਿੱਦਾਂ ਲੱਗਾ ਸੀਗਾ ਵੀ ਇਹ ਰੋਜ਼ੀ ਹੀ ਮੇਰੀ ਹਮਸਫਰ ਬਣ ਸਕਦੀ ਹੈ। ਇਹ ਕੁੜੀ ਜਿਹੜੀ ਤੇ ਰੇਸਲਾਂ ਕਰਦੀ ਪਈ ਹੈ, ਡਾਂਸ ਕਰਦੀ ਹੈ, ਤਾਂ ਤੁਸੀਂ ਨਾਟਕ ਵੀ ਨਹੀਂ ਵੇਖਿਆ, ਫਿਰ ਵੀ ਲੱਗਾ ਵੀ ਇਹੋ ਹੀ ਕੁੜੀ ਚਾਹੀਦੀ ਹੈ। ਇਹਦਾ ਕੀ ਕਾਰਨ ਸੀ? ਹਾਂ, ਇਹ ਭਾਜੀ ਇਸ ਤਰ੍ਹਾਂ ਸੀਗਾ ਕਿ ਕਿਉਂਕਿ ਖੁਦ ਮੈਂ ਰੰਗਮੰਚ ਨਾਲ ਜੁੜ ਗਿਆ ਸੀ ਭਾਜੀ ਕਰਕੇ, ਭਾਜੀ ਕੋਲ ਰਿਹਰਸਲਸ ਵਗੈਰਾ ਕਰਨ ਜਾਂਦਾ ਸੀ। ਤੇ ਮੈਂ ਮੈਨੂੰ ਨਾ ਜਿੰਨੀਆਂ ਤੁਸੀਂ ਮੇਰੀਆਂ ਕੁਆਲਿਟੀਆਂ ਗਣਾਈਆਂ ਅੱਜ, ਉਹ ਕਿਉਂਕਿ ਕਾਫੀ ਸਾਰੀਆਂ ਨੇ, ਉਹ ਇੱਕ ਰਹਿ ਗਈ ਕਿ ਮਨ ਸੰਚਾਲਨ ਕਰਨ ਦਾ ਵੀ ਮੈਨੂੰ ਬੜਾ ਸ਼ੌਂਕ ਹੈ।
ਤੇ ਅੱਛਾ, ਉਹ ਕਸਬ ਵੀ ਮੇਰੇ ਕੋਲ ਕਿਤੇ ਹੈਗਾ, ਸ਼ੁਰੂ ਤੋਂ ਮੈਨੂੰ ਆਦਤ ਹੈ। ਹਾਂ ਹਾਂ ਮੈਂ ਵਿਦਆਊਟ ਸ਼ੇਰੋ ਸ਼ਾਇਰੀ ਮੰਚ ਸੰਚਾਲਨ ਕਰਦਾ, ਮਤਲਬ ਮੈਂ ਆਪਣੇ ਆਪ ਨੂੰ ਡਿਫਰੈਂਟ ਸਮਝਦਾ ਬਾਕੀਆਂ ਨਾਲੋਂ। ਤੇ ਉਹ ਨਾ ਇੱਕ ਪ੍ਰੋਗਰਾਮ ਸੀ, ਉੱਥੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਮੰਚ ਸੰਚਾਲਨ ਕਰਨਾ। ਮੈਂ ਉੱਥੇ ਗਿਆ ਤੇ ਉੱਥੇ ਬਹੁਤ ਸਾਰੇ ਕਲਾਕਾਰ ਸੀ, ਕੁਝ ਗਾਇਕ ਸੀ, ਕੁਝ ਮਿਮਿਕਰੀ ਕਰ ਰਹੇ ਸੀ, ਕੁਝ ਭੰਗੜਾ ਸੀ, ਗਿੱਧਾ ਸੀ। ਉੱਥੇ ਰੋਜ਼ੀ ਆਈ ਹੋਈ ਸੀ ਗੀਤ ਗਾਉਣ ਵਾਸਤੇ। ਤੇ ਉਹ ਬਤੌਰ ਮੰਚ ਸੰਚਾਲਕ ਤੁਹਾਨੂੰ ਹੁੰਦਾ ਕਿ ਤੁਸੀਂ ਇੱਕ ਸੂਚੀ ਤਿਆਰ ਕਰਨੀ ਹੁੰਦੀ ਹੈ ਕਿ ਪਹਿਲੇ ਨੰਬਰ ਤੇ ਕੌਣ, ਦੂਜੇ ਪਰਫਾਰਮੈਂਸ ਕਿਹੜੀ ਹੋਏਗੀ। ਤੇ ਮੈਂ ਮਿਲਿਆ ਜਾ ਕੇ ਰੋਜ਼ੀ ਨੂੰ, ਮੈਨੂੰ ਲੱਗਾ ਕੁੜੀ ਬੜੀ ਸੋਹਣੀ ਹੈ, ਤੇ ਮੈਂ ਉਹਨੂੰ ਕਿਹਾ ਕਿ ਤੁਹਾਡਾ ਜਿਹੜਾ Song ਹੈ, ਸ਼ਾਇਦ ਰੋਜ਼ੀ ਨੇ 2 ਗੀਤ ਗਾਣੇ ਸੀਗੇ, ਮੈਂ ਕਿਹਾ ਕਿ ਇੰਨੇ ਨੰਬਰ ਤੇ ਤੁਹਾਡਾ ਗੀਤ ਹੋਏਗਾ। ਤੇ ਉਹ ਜਿਸ ਤਰ੍ਹਾਂ ਨਾ ਵੈਰਾਈਟੀ ਪ੍ਰੋਗਰਾਮ ਹੁੰਦੇ ਆ, ਵੈਰਾਈਟੀ ਪ੍ਰੋਗਰਾਮਾਂ 'ਚ ਨਾ ਇੰਟਰਫੇਰੈਂਸ ਬਹੁਤ ਜ਼ਿਆਦਾ ਹੁੰਦੀ ਪ੍ਰਬੰਧਕਾਂ ਦੀ। ਉਹ ਕੋਈ ਆ ਕੇ ਮੇਰੇ ਤੋਂ ਤਬਦੀਲ ਕਰਾ ਦੇਵੇ, ਕੋਈ ਆ ਕੇ ਫਿਰ ਤਬਦੀਲ ਕਰਾ ਦੇ। ਰੋਜ਼ੀ ਫਿਰ ਮੇਰੇ ਕੋਲ ਆਈ ਕਿ ਤੁਸੀਂ ਮੇਰਾ ਗਾਣਾ ਤਾਂ ਤੁਸੀਂ ਮੇਰਾ ਲਵਾ ਨਹੀਂ ਰਹੇ, ਕੀ ਗੱਲ ਹੋ ਗਈ? ਮੈਂ ਉਹਨੂੰ ਕਿਹਾ ਨਹੀਂ ਏਦਾਂ ਵਿੱਚ ਹੋ ਗਿਆ, ਪਰ ਬਸ 2 ਹੁਣ ਸੀਕੁਐਂਸ ਹੋਰ ਆਣੇ, ਆ ਜਾਣਾ। ਸੋ ਉਸ ਤਰ੍ਹਾਂ ਸਾਡੀ ਕਾਫੀ ਵਾਰੀ ਇੰਟਰੈਕਸ਼ਨ ਹੋਈ। ਕਦੇ ਮੈਂ ਗਿਆ ਕਿ ਹਾਂ ਤੁਹਾਡਾ ਗਾਣਾ ਆ ਰਿਹਾ। ਉਹ ਜਦੋਂ ਇਹਨੇ ਗਾਣਾ ਗਾਇਆ ਤੇ ਉਹ ਗਾਣੇ ਦੇ ਮੈਨੂੰ ਬੋਲ ਯਾਦ ਆ, ਤਾਰਿਆਂ ਦੀ ਛਾਵੇਂ ਛਾਵੇਂ ਆ ਜਾ ਸੱਜਣਾ, ਉਡੀਕਾਂ ਤੇਰੀਆਂ, ਏਦਾਂ ਦੀ ਕੋਈ ਗੱਲ ਸੀ। ਤੇ ਤੇ ਫਿਰ ਤੂੰ ਉਦੋਂ ਹੀ ਸੋਚ ਲਿਆ ਕਿ ਮੈਂ ਆ ਜਾਵਾਂਗਾ। ਮੈਂ ਸੋਚ ਲਿਆ ਸੀ ਕਿ ਮੈਂ ਆ ਜਾਊਂਗਾ, ਆ ਜਾਊਂਗਾ। ਤੇ ਅੱਛਾ। ਪਰ ਮੈਂ ਇਦਾਂ ਸੋਚਿਆ ਸੀ ਥੋੜਾ ਜਿਹਾ 4-5 ਵਾਰੀ ਕਹਾਂਗੀ ਫਿਰ ਮੈਂ ਆ ਜਾਊਂਗਾ। ਫਿਰ ਬਸ ਉੱਥੋਂ ਮੁਲਾਕਾਤ ਦਾ ਭਾਜੀ ਦੌਰ ਸ਼ੁਰੂ ਹੋਇਆ, ਮਿਲਦੇ ਰਹੇ। ਤੇ ਜਦੋਂ ਮਿਲਦੇ ਰਹੇ ਤੇ ਮੈਂ ਇੱਕ ਦਿਨ ਇਹਨਾਂ ਨੂੰ ਕਿਹਾ, ਇਹਦੀ ਨਾਲ 2 ਫਰੈਂਡਸ ਹੋਰ ਸੀਗੀਆਂ, ਤੇ ਮੈਂ ਵਿਨੇ ਵਡੇਰਾ ਦੇ ਨਾਲ ਨਾ ਨਾਟਕ ਕਰ ਰਿਹਾ ਸੀ, ਸਫਦਰ ਹਾਸ਼ਮੀ ਦਾ ਔਰਤ। ਤੇ ਉਹ ਵਿਨੇ ਵਡੇਰਾ ਨੇ ਮੈਨੂੰ ਕਿਹਾ ਕਿ ਯਾਰ ਤੂੰ ਮਤਲਬ ਕਿ ਜਵਾਨ ਮੁੰਡਾ ਹੈ ਤੇ ਸਾਨੂੰ ਕੁੜੀਆਂ ਨਹੀਂ ਮਿਲ ਰਹੀਆਂ। ਮੈਂ ਕੋਈ ਗੱਲ ਹੀ ਨਹੀਂ, ਮੈਂ ਫੜ ਮਾਰੀ ਪੂਰੀ, ਕੁੜੀਆਂ ਆ ਜਾਣਗੀਆਂ, ਐਡੀ ਕਿਹੜੀ ਗੱਲ ਹੈ। ਕਹਿੰਦੇ ਯਾਰ ਕੁੜੀਆਂ ਚਾਹੀਦੀਆਂ ਸਾਨੂੰ 3-4। ਮੈਂ ਅਗਲੇ ਦਿਨ ਇਹ ਨਾ 3 ਨੂੰ ਹੀ ਲੈ ਗਿਆ ਤੇ ਮੈਂ ਉਹਨੂੰ ਕਿਹਾ ਮੈਂ ਕਰਾਓ ਰਿਹਰਸਲ ਸ਼ੁਰੂ ਕਰਾਓ। ਚਲੋ ਇਹ 3 ਦਾ ਹੀ ਸਟੇਜ ਨਾਲ ਸੰਬੰਧਿਤ ਹੈਗਾ ਸੀ, ਦੂਜੀਆਂ ਦੋਨੋਂ ਕੁੜੀਆਂ ਦਾ ਵੀ ਹੈਗਾ ਸੀ। ਉਹ ਰਿਹਰਸਲ ਹੋਈ, ਔਰਤ ਨਾਟਕ ਕਰਦੇ ਰਹੇ। ਉਹ ਰੋਜ਼ੀ ਤੁਹਾਨੂੰ ਦੱਸ ਵੀ ਚੁੱਕੀ ਹੈ ਕਿ ਬਾਅਦ ਦੇ ਵਿੱਚ ਇੱਕ ਪੰਗਾ ਪੈ ਗਿਆ ਕਿ ਇਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਨੁੱਕੜ ਹੋਣਾ, ਇਹ ਏਦਾਂ ਸ਼ਰੇਆਮ ਹੋਣਾ, ਇਹਨਾਂ ਨੂੰ ਸੀ ਸਟੇਜ ਉੱਤੇ ਹੋਣਾ। ਉਹ ਇਹਨਾਂ ਨੇ ਪਰਫਾਰਮ ਨਹੀਂ ਕੀਤਾ। ਪਰ ਵਿਨੇ ਵਡੇਰਾ, ਕਿਉਂਕਿ ਤੁਸੀਂ ਜਾਣਦੇ ਹੋਵੋਗੇ ਕਿ ਉਹ ਬਹੁਤ ਅੱਛੇ ਮਖੌਟੇ ਬਣਾਉਣ ਦੇ ਮਾਹਰ ਨੇ, ਐਕਸਪਰਟ ਨੇ। ਉਹਨਾਂ ਨੇ ਫਿਰ 1 ਰਾਤ ਪਹਿਲੇ ਸਾਡੇ ਨਾਲ ਹੰਗਾਮਾ ਹੋਇਆ। ਉਹਨਾਂ ਨੇ ਫਿਰ ਰਾਤੋਂ ਰਾਤ ਮਖੌਟੇ ਬਣਾਏ, 3 ਮਾਸਕ ਬਣਾਏ। ਇੱਕ ਮਾਸਕ ਉਹਨਾਂ ਨੇ ਖੁਦ ਪਾਇਆ, ਇੱਕ ਮਾਸਕ ਅਸ਼ਵਨੀ ਚੌਧਰੀ ਹੁੰਦੇ ਸੀ ਆਰਟਿਸਟ, ਇੱਕ ਰਕੇਸ਼ ਸ਼ਰਮਾ ਸੀ। ਤੇ ਇਦਾਂ ਮਾਸਕ ਪਹਿਨਾਏ ਔਰ ਫਿਰ ਕਿਹਾ ਵੀ ਲੋਕਾਂ ਨੂੰ ਵੀ ਦੇਖੋ ਸਾਡੇ ਨਾਲ ਇਦਾਂ ਵਾਪਰ ਗਿਆ, ਅਸੀਂ ਔਰਤ ਦਿਵਸ ਦੇ ਉੱਤੇ, ਸਾਡੇ ਕੋਲ ਔਰਤ ਨਹੀਂ ਹੈ, ਸਾਨੂੰ ਔਰਤ ਬਣਨਾ ਪੈ ਰਿਹਾ। ਹੋ ਸਕਦਾ ਮਰਦ ਨੇ ਜਿਹੜੇ ਔਰਤ ਨਾਲ ਇੰਨੇ ਗੁਨਾਹ ਕੀਤੇ ਆ, ਸ਼ਾਇਦ ਉਹਦੀ ਸਜ਼ਾ ਅਸੀਂ ਭੁਗਤ ਰਹੇ ਹਾਂ ਕਿ ਸਾਨੂੰ ਹੁਣ ਔਰਤ ਦਿਵਸ ਤੇ ਖੁਦ ਔਰਤ ਬਣਨਾ ਪੈ ਰਿਹਾ। ਸੋ ਉਹ ਹੋਇਆ। ਪਰ ਹੌਲੀ ਹੌਲੀ ਰੋਜ਼ੀ ਨੂੰ ਫਿਰ ਬਾਅਦ ਚ ਸਮਝ ਆ ਗਈ ਕਿ ਨਹੀਂ, ਇਦਾਂ ਨਹੀਂ ਹੈਗਾ। ਫਿਰ ਨਾਟਕ ਉਹ ਵੱਡੀ ਹਵੇਲੀ ਚੋਂ ਕੋਈ ਧਾਹਾਂ ਮਾਰਦੀ ਨਿਕਲੀ, ਉਹ ਫਿਰ ਨਾਟਕ ਹੋਇਆ। ਫਿਰ ਤੇ ਚੱਲ ਹੋਇਆ ਭਾਜੀ। ਫਿਰ ਤੇ ਬਸ ਤੁਰੇ ਹੀ ਰਹੇ। ਤੈਅ ਕਰ ਲਿਆ ਵੀ ਬਸ ਹੁਣ ਤੁਰ ਪਾਂਗੇ ਅਸੀਂ ਔਰ ਤੁਰ ਇਕੱਠੇ। ਪਾਂਗੇ। ਚਲੋ ਹਾਂ, ਇੱਕ ਔਰ ਸੂਰਤ ਇਕੱਠੇ ਜੋੜੀ ਤੁਰਾਂਗੇ। ਹੈ, ਬਹੁਤ ਵਧੀਆ, ਗ੍ਰੇਟ ਸਾਹਿਬ। ਮੈਂ ਅਗਲੇ ਸਫ਼ਰ ਦੀ ਫਿਰ ਤੁਸੀਂ, ਮੇਰੇ ਖਿਆਲ ਹੈ ਕਿ ਡਾਇਰੈਕਸ਼ਨ ਤੋਂ ਪਹਿਲਾਂ ਨਾਟਕ ਲਿਖਿਆ ਜੀ ਸ਼ਾਇਦ, ਜੀ ਫੁੱਲਾਂ ਵਾਲੀ ਚਾਦਰ, ਕੁਝ ਏਦਾਂ ਨਾਮ ਸੀਗਾ, ਜੀ ਹੈਨਾ? ਜੀ ਹਾਂਜੀ ਤੇ ਫਿਰ ਕਿੱਦਾਂ ਲੱਗਾ ਵੀ ਮੈਂ ਇਹ ਲਿਖ ਸਕਦਾ ਨਾਟਕ, ਤੇ ਹਾਂਜੀ ਫਿਰ ਮੁੜ ਕੇ ਮੈਂ ਡਾਇਰੈਕਟਰ ਵੀ ਬਣ ਜਾਵਾਂ, ਤੇ ਫਿਰ ਆਪਣਾ ਅਦਾਕਾਰ ਮੰਚ ਵੀ ਬਣਾ ਲਈਏ, ਤੇ ਫਿਰ ਹਾਂਜੀ। ਅਗਲੀ ਦੂਜਾ ਪੜਾਅ ਸਾਡਾ ਸ਼ੁਰੂ ਹੋ ਜਾਵੇ। ਉਹ ਭਾਜੀ ਉਹਦੇ ਚ ਨਾ ਰੀਜ਼ਨ ਹੋਇਆ, ਡਾਕਟਰ ਆਤਮਜੀਤ ਰੀਜ਼ਨ ਬਣੇ, ਤੁਸੀਂ ਰੀਜ਼ਨ ਬਣੇ। ਕਿ ਮੈਂ ਉਦੋਂ ਤੱਕ, ਜਦੋਂ ਤੁਸੀਂ NSD ਚੋਂ 91 ਚ ਵਾਪਸ ਆਏ ਹੋ, ਉਦੋਂ ਗੁਰਸ਼ਰਨ ਭਾਜੀ ਨਾਲ ਹੀ ਮੈਂ ਥੀਏਟਰ ਕਰਦਾ ਸੀ, ਮੈਂ ਹੋਰ ਕਿਸੇ ਨਾਲ ਥੀਏਟਰ ਨਹੀਂ ਸੀ ਕੀਤਾ। ਤੇ 1-2 ਦੋਸਤ ਸੀਗੇ ਜਿਨ੍ਹਾਂ ਨਾਲ ਮੈਂ ਨਾਟਕ ਕੀਤਾ ਸੀ, ਆਪਣੇ ਡਿਪਾਰਟਮੈਂਟ ਤੋਂ ਸੀ, ਮੇਰੇ ਦੋਸਤ ਸੀ। ਉਹਨਾਂ ਨੇ ਇੱਕ ਨਾਟਕ ਤਿਆਰ ਕਰਾਇਆ ਸੀ, ਸਟੋਨਮੈਨ, ਰਸ਼ੀਅਨ ਪਲੇ ਜਿਹੜਾ ਹੈਗਾ, ਉਹ ਕਰਾਇਆ ਸੀ। ਉਹਦੇ ਚ ਮੈਂ ਵੀ, ਰੋਜ਼ੀ ਨੇ ਵੀ ਕੀਤਾ। ਉਹ ਇੱਕ ਡਿਫਰੈਂਟ ਸਾਡਾ ਐਕਸਪੀਰੀਅੰਸ ਸੀ। ਫਿਰ ਮੈਂ ਆਤਮਜੀਤ ਸਰ ਦੇ ਨਾਲ ਨਾਟਕ ਕੀਤਾ ਪੂਰਨ, ਤੇ ਉਹਦੇ ਚ ਸਲਵਾਨ ਦੀ ਭੂਮਿਕਾ ਵੀ ਅਦਾ ਕੀਤੀ, ਪੂਰਨ ਵਾਲੀ ਵੀ ਕੀਤੀ, ਕਾਦਰ ਯਾਰ ਵੀ, ਕਈ ਰੋਲ ਉਹਦੇ ਵਿੱਚ ਕੁਝ ਕੀਤੇ। ਫਿਰ ਮੈਨੂੰ ਤੁਹਾਡੇ ਨਾਲ ਨਾਟਕ ਕਰਨ ਦਾ ਮੌਕਾ ਮਿਲਿਆ, ਜਦੋਂ ਤੁਹਾਡੇ ਨਾਲ ਕੋਰਟ ਮਾਰਸ਼ਲ ਨਾਟਕ ਕੀਤਾ। ਫਿਰ ਮੇਰਾ ਖਿਆਲ ਫਾਸਲੇ ਨਾਟਕ ਕੀਤਾ, ਤਰਕਾਲਾਂ ਕੀਤਾ। ਫਿਰ ਬਾਅਦ ਚ ਆ ਕੇ ਹੋਰ ਵੀ 1-2 ਨਾਟਕ ਤੁਹਾਡੇ ਨਾਲ ਕੀਤੇ। ਸੋ ਉਹ ਨਾ ਮੇਰੇ ਵਾਸਤੇ ਏਦਾਂ ਸੀ ਕਿ ਜਿੱਦਾਂ ਹੁੰਦਾ ਨਾ ਕਿ ਤੁਸੀਂ ਇੱਕੋ ਤਰ੍ਹਾਂ ਦਾ ਖਾਣਾ ਖਾਈ ਜਾ ਰਹੇ ਹੋ ਤੇ ਅਚਾਨਕ ਤੁਹਾਨੂੰ ਇੱਕ ਡਿਫਰੈਂਟ ਫਲੇਵਰ ਮਿਲਦਾ। ਉਹ ਇੱਕ ਡਿਫਰੈਂਟ ਮੈਨੂੰ ਫਲੇਵਰ ਮਿਲਿਆ। ਜਦੋਂ ਡਿਫਰੈਂਟ ਫਲੇਵਰ ਮਿਲਿਆ ਤੇ ਮੇਰੇ ਅੰਦਰ ਭੁੱਖ ਜ਼ਿਆਦਾ ਜਾਗ ਪਈ ਕਿ ਹੁਣ ਮੈਨੂੰ ਹੋਰ ਵੀ ਕਈ ਕੁਝ ਕਰਨ ਦੀ ਲੋੜ। ਇਹਨਾਂ ਵਿੱਚ ਜਿਹੜੀ ਕਹਾਣੀ ਪਈ ਹੁੰਦੀ ਉਹਦਾ ਨਾਟਕ ਬਣ ਸਕਦਾ। ਇਹ ਮੈਨੂੰ ਐ ਲੱਗਾ ਸੀ ਕਿ ਬਹੁਤ ਕੋਈ ਔਖੀ ਗੱਲ ਨਹੀਂ ਏਦਾਂ ਉਸ ਵੇਲੇ। ਤਾਂ ਮੈਂ ਉਹ ਗੁਰਚਰਨ ਚਾਲ ਭੀਖੀ ਦੀ ਕਿਤਾਬ ਸੀ ਭਾਜੀ ਦੀ ਲਾਇਬ੍ਰੇਰੀ, ਜਿਹੜੀ ਕਿਤਾਬ ਜਾਂਦੀ ਸੀ ਗੱਡੀ ਵਿੱਚ,
ਉਹ ਮੈਂ ਪੜ੍ਹੀ, ਉਹਦੇ ਵਿੱਚ ਮੈਨੂੰ ਦੋ ਕਹਾਣੀਆਂ ਬੜੀਆਂ ਖੂਬਸੂਰਤ ਲੱਗੀਆਂ। ਇੱਕ ਕਹਾਣੀ ਸੀ ਗੋਪੀਆ, ਤੇ ਦੂਜੀ ਸੀ ਇੱਕ ਚਿੱਟੀ ਫੁੱਲਾਂ ਕੱਢੀ ਚਾਦਰ। ਉਹ ਮੈਂ ਗੋਪੀਆ ਉੱਤੇ ਨਾਟਕ ਲਿਖਿਆ। ਭਾਜੀ ਨੂੰ ਮੈਂ ਕਿਹਾ ਪਿਆ ਏਦਾਂ, ਭਾਜੀ ਨੇ ਪੜ੍ਹਿਆ ਨਹੀਂ। ਉਹਨਾਂ ਦਿਨਾਂ 'ਚ ਭਾਜੀ ਦੇ ਨਾ ਸੱਟ ਲੱਗੀ ਸੀ ਬੜੀ ਜ਼ਬਰਦਸਤ, ਔਰ ਭਾਜੀ ਪੀਜੀਆਈ ਰਹੇ ਸੀ ਕਾਫੀ ਦੇਰ, ਤੁਹਾਨੂੰ ਯਾਦ ਹੋਏਗਾ। ਭਾਜੀ ਦਾ ਆਪਰੇਸ਼ਨ ਵੀ ਹੋਇਆ ਸੀਗਾ, ਕਾਫੀ ਜ਼ਿਆਦਾ ਸੱਟ ਲੱਗੀ ਸੀ ਭਾਜੀ ਦੇ। ਤੇ ਉਹ ਭਾਜੀ ਨੇ ਉੱਥੋਂ ਹੀ ਇੱਕ ਫੈਸਟੀਵਲ, ਪੀਜੀਆਈ 'ਚ ਬੈਠੇ ਫੈਸਟੀਵਲ ਪਲਾਨ ਕੀਤਾ, ਇਦਾਂ 2 ਦਿਨ ਦਾ ਫੈਸਟੀਵਲ ਹੋਏਗਾ। ਉਹਦੇ ਜਿਹੜੇ ਨੌਜਵਾਨ ਨਿਰਦੇਸ਼ਕ ਨੇ ਉਹ ਆਪਣੇ ਆਪਣੇ ਨਾਟਕ ਕਰਨਗੇ ਉੱਥੇ। ਲੱਦਣੀ ਵੀ ਨਹੀਂ ਹੋਣਾ, ਕਿੱਥੇ ਕਿੱਥੇ ਲਾਉਂਦੀ ਤੇ ਵਿੱਚ ਕੋਈ ਕਿਸੇ ਦੀ ਆਡੀਓ ਆਣੀ ਸ਼ੁਰੂ ਹੋ ਗਈ ਹੈ ਜੀ। ਭਾਜੀ ਕੰਟੀਨਿਊ ਰੱਖਾਂ? ਕੰਟੀਨਿਊ ਹੋ ਗਈ ਬੰਦ। ਹਾਂ, ਤੇ ਉਹ ਗੋਪੀਆ ਨਾਟਕ ਭਾਜੀ ਨੇ ਕਿਹਾ ਕਿ ਉੱਥੇ ਕਰੋ। ਉਹ ਮੇਰੀ ਇੱਕ ਸ਼ੁਰੂਆਤੀ ਜਿਵੇਂ ਹੁੰਦੀ ਇੱਕ ਮਸ਼ਕਾਂ ਹੁੰਦੀਆਂ। ਵੈਸੇ ਅੱਜ ਜਦੋਂ ਮੈਂ ਬਹੁਤ ਦੇਰ ਬਾਅਦ ਉਹ ਸਕ੍ਰਿਪਟ ਕੱਢੀ ਤੇ ਮੈਂ ਕੱਢ ਕੇ ਪਾੜ ਕੇ ਸੁੱਟ ਦਿੱਤੀ ਸੀ, ਕਿ ਉਹ ਮੈਨੂੰ ਸੀਗਾ ਕਿ ਬਹੁਤ ਇੱਕ ਐਕਸਰਸਾਈਜ਼ ਟਾਈਪ ਸੀਗੀ। ਫਿਰ ਉਸ ਤੋਂ ਬਾਅਦ ਮੈਂ ਫੁੱਲਾਂ ਕੱਢੀ ਚਾਦਰ ਨਾਟਕ ਲਿਖਿਆ। ਉਹ ਵੀ ਭਾਜੀ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਇਹਨੂੰ ਕਰੋ। ਉਦੋਂ 3 ਦਿਨ ਦਾ ਫੈਸਟੀਵਲ ਹੋਇਆ ਸੀ। ਇੱਕ ਨਾਟਕ ਹਾਣੀ ਭਾਜੀ ਦਾ ਟੋਨੀ ਬਾਤਿਸ਼ ਨੇ ਤਿਆਰ ਕਰਵਾਇਆ। ਇੱਕ ਨਾਟਕ ਕਵਿਤਾ ਦੇ ਉੱਤੇ ਸੀ, ਅਸੀਂ ਯੁੱਗ ਸਿਰਜਾਂਗੇ, ਕੁਮਾਰ ਪਵਨਦੀਪ ਨੇ। ਤੇ ਤੀਸਰਾ ਨਾਟਕ ਜਿਹੜਾ ਫੁੱਲਾਂ ਕੱਢੀ ਚਾਦਰ ਸੀ, ਇੱਕ ਵਰਕਸ਼ਾਪ ਲੱਗੀ ਸੀ 15-20 ਦਿਨ ਦੀ, ਉੱਥੇ ਤਿਆਰ ਕੀਤਾ ਸੀ। ਇਹ ਚੀਜ਼ਾਂ ਚਲਦਿਆਂ ਚਲਦਿਆਂ ਭਾਜੀ ਨੇ ਇੱਕ ਨਾਟਕ ਲਿਖਿਆ, ਕਰਮਜੀਤ ਕੁੱਸਾ ਦਾ ਨਾਵਲ ਸੀ ਜ਼ਖਮੀ ਦਰਿਆ, ਪੰਜਾਬ ਦੇ ਉਹਨਾਂ ਦਿਨਾਂ ਦੇ ਹਾਲਾਤਾਂ ਤੇ ਆਧਾਰਿਤ ਸੀ। ਉਹ ਭਾਜੀ ਨੇ ਸਕ੍ਰਿਪਟ ਏਦਾਂ ਮੈਨੂੰ ਫੜਾਤੀ। ਭਾਜੀ ਕਹਿੰਦੇ ਵੀ ਤੂੰ ਇਹਨੂੰ ਡਾਇਰੈਕਟ ਕਰ। ਉਦੋਂ ਤੱਕ ਡਾਇਰੈਕਸ਼ਨ ਦੀ ਕੋਈ ਬਹੁਤ ਜ਼ਿਆਦਾ ਸਮਝ ਨਹੀਂ ਸੀ, ਤੇ ਮੈਂ ਕਿਹਾ ਠੀਕ ਹੈ ਭਾਜੀ ਕਰਦੇ ਆ। ਇਹ ਕੋਈ 94 ਦੇ ਲਾਗੇ ਛਾਗੇ ਦੀ ਗੱਲ ਹੈ। ਤੇ ਉਹ ਮੈਂ ਨਾਟਕ ਭਾਜੀ ਨੇ ਕਰਾਇਆ, ਤੇ ਉਹ ਰੋਜ਼ੀ ਰੋਲ ਕਰ ਰਹੀ ਸੀ, ਗੁਲਸ਼ਨ ਸੀ, ਮਲਕੀਤ ਸੀ, ਹਰਪਾਲ ਸੀ, ਤੇ ਇੱਕ ਵਿਨੋਦ ਹੈ ਲੜਕੀ ਉਹ ਸੀ, ਤੇ ਰੋਜ਼ੀ। ਤੇ ਇਹ ਅਸੀਂ ਉਹ ਨਾਟਕ ਫਿਰ ਅਸੀਂ ਤਿਆਰ ਕੀਤਾ, ਕਲਾ ਭਵਨ ਦੇ ਵਿੱਚ ਅਸੀਂ ਉਹ ਪਰਫਾਰਮ ਕੀਤਾ। ਉਹ ਇੱਕ ਸ਼ੁਰੂਆਤ ਹੋ ਗਈ ਸੀ ਕਿ ਯੈਸ ਤੁਸੀਂ ਨਾਟਕ ਲਿਖਣ ਵਾਲੇ ਪਾਸੇ ਵੀ ਤੁਸੀਂ ਰੁਚਿਤ ਹੋ ਗਏ, ਫਿਰ ਤੁਸੀਂ ਨਾਟਕ ਤਿਆਰ ਕਰਨ ਵਾਲੇ ਪਾਸੇ ਵੀ ਰੁਚਿਤ ਹੋ ਗਏ। ਲੇਕਿਨ ਉਸ ਦੌਰ ਨੂੰ ਮੈਂ ਆਪਣਾ ਇੱਕ ਸਮਝ ਲਓ ਪ੍ਰੈਕਟਿਸ ਦਾ ਦੌਰ ਮੰਨਦਾ, ਕਿ ਕੋਈ ਬਹੁਤ ਪਕਿਆਈ ਨਹੀਂ ਸੀ ਦੋਨਾਂ ਚੀਜ਼ਾਂ ਵਿੱਚੋਂ, ਕਿਸੇ ਚੀਜ਼ ਵਿੱਚ ਵੀ। ਪਕਿਆਈ ਤਾਂ ਕਿਤੇ ਹੌਲੀ ਹੌਲੀ ਐਕਟਿੰਗ ਵਿੱਚ ਹੀ ਆ ਰਹੀ ਸੀ, ਪਰ ਕਿਉਂਕਿ ਮੇਰਾ ਸ਼ੁਰੂ ਤੋਂ ਹੀ ਮੇਰਾ ਇਦਾਂ ਦਾ ਹੀ ਦੌਰ ਰਿਹਾ ਕਿ ਮੈਂ ਕਿਸੇ ਵੀ ਚੀਜ਼ ਦੀ ਟ੍ਰੇਨਿੰਗ ਕਿਤੋਂ ਲੈ ਨਹੀਂ ਸਕਿਆ। ਮੈਂ ਇਸ ਚੀਜ਼ ਤੋਂ ਬਹੁਤ ਸਾਰੇ ਲੋਕੀ ਪ੍ਰਾਊਡ ਫੀਲ ਕਰਦੇ ਇਸ ਚੀਜ਼ ਦੇ ਉੱਤੇ ਕਿ ਦੇਖੋ ਅਸੀਂ ਅਨਟ੍ਰੇਨਡ ਆਰਟਿਸਟ ਹਾਂ, ਤੇ ਫਿਰ ਕੀ ਹੋ ਗਿਆ। ਮੈਂ ਇਸ ਚੀਜ਼ ਦਾ ਹਮੇਸ਼ਾ ਮੈਨੂੰ ਹੁੰਦਾ ਕਿ ਮੈਂ ਕਿਉਂ ਨਹੀਂ ਕਿਸੇ ਟਾਈਮ ਇਦਾਂ ਫੈਸਲਾ ਲੈ ਕੇ ਕਿਸੇ ਚੀਜ਼ ਦੀ ਟ੍ਰੇਨਿੰਗ ਲੈ ਸਕਿਆ, ਪਰ ਨਹੀਂ ਲਈ। ਪਰ ਏਦਾਂ ਹੀ ਪ੍ਰੈਕਟਿਸ ਦੇ ਜ਼ਰੀਏ ਹੀ ਚੀਜ਼ਾਂ ਹੌਲੀ ਪਕੜ 'ਚ ਆਉਂਦੀਆਂ ਗਈਆਂ। ਫਿਰ ਉਹ 95 'ਚ ਮੈਂ ਭਾਜੀ ਨਾਲ ਜਦੋਂ ਗਿਆ ਕੈਨੇਡਾ, ਅਮਰੀਕਾ, ਇੰਗਲੈਂਡ ਦੇ ਟੂਰ ਤੇ ਅਸੀਂ ਗਏ। ਅਸੀਂ 8 ਆਰਟਿਸਟ ਸੀ, ਹਰਦੀਪ ਗਿੱਲ ਸੀ ਉਹ 'ਚ, ਪਵਨ, ਅਨੀਤਾ, ਧੌਲਾ, ਮੈਂ ਤੇ ਰੋਜ਼ੀ, ਤੇ ਬਾਕੀ ਭਾਜੀ ਤੇ ਭਾਬੀ ਜੀ ਸੀਗੇ। ਉੱਥੇ ਜਦੋਂ ਪਰਫਾਰਮ ਕੀਤਾ ਸੰਤਾਪ ਨਾਟਕ ਭਾਜੀ ਦੇ ਨਾਲ, ਉਹ ਸੰਤਾਪ ਨਾਟਕ ਵੀ ਉੱਥੇ ਉਹਦੀ ਬਹੁਤ ਸਾਰੀ ਜ਼ਿੰਮੇਵਾਰੀ ਭਾਜੀ ਨੇ ਮੈਨੂੰ ਦੇ ਦਿੱਤੀ ਸੀ ਕਿ ਭਾਜੀ ਕਈ ਵਾਰ ਕਹਿੰਦਾ ਰਿਹਰਸਲ ਤੂੰ ਕਰਵਾ ਦੇ ਜਾਂ ਕੁਝ ਇਸ ਤਰ੍ਹਾਂ ਹੈਗਾ। ਸੋ ਉਹ ਇਨ ਦਾ ਮੇਨ ਟਾਈਮ ਮੈਨੂੰ ਕਾਫੀ ਕੌਨਫੀਡੈਂਸ ਇਸ ਚੀਜ਼ ਦਾ ਹੋ ਗਿਆ ਸੀ ਕਿ ਯੈਸ ਮੈਂ ਕਰ ਸਕਦਾ, ਮੈਂ ਚੀਜ਼ਾਂ ਨੂੰ ਡਾਇਰੈਕਟ ਵੀ ਕਰ ਸਕਦਾ, ਮੈਨੇਜ ਵੀ ਕਰ ਸਕਦਾ, ਪ੍ਰਬੰਧ ਵੀ ਕਰ ਸਕਦਾ, ਤੇ ਮੈਂ ਨਾਟਕ ਲਿਖ ਸਕਦਾ। ਫਿਰ ਮੈਂ ਵਾਪਸ ਆ ਕੇ ਜਿਹੜਾ ਅਗਲਾ ਇੱਕ ਮੇਰਾ ਪ੍ਰੋਸੈਸ ਸ਼ੁਰੂ ਹੋਇਆ ਕਿ ਮੈਂ ਪਿੰਜਰ ਨਾਟਕ ਉੱਥੋਂ ਵਾਪਸ ਆ ਕੇ ਲਿਖਿਆ ਸੀ, ਜਿਹੜਾ ਕਿ ਤੁਸੀਂ ਫਿਰ ਕਿਹਾ ਕਿ ਸਾਹਿਬ ਇਹ ਮੈਂ ਡਾਇਰੈਕਟ ਕਰਾਂਗਾ ਇਸ ਨਾਟਕ ਨੂੰ, ਤੇ ਤੁਸੀਂ ਫਿਰ ਡਾਇਰੈਕਟ ਕੀਤਾ। ਮੈਂ ਤੇ ਰੋਜ਼ੀ ਤੁਹਾਡੇ ਕੋਲ ਰੁਕੇ 15-20 ਦਿਨ, ਤੁਸੀਂ ਉਹਨੂੰ ਤਿਆਰ ਕਰਵਾਇਆ। ਉਹਨਾਂ ਹੀ ਦਿਨਾਂ ਦੇ ਵਿੱਚ ਇਤਿਹਾਸ ਦੇ ਸਫ਼ੇ ਤੇ ਨਾਟਕ ਜਿਹੜਾ ਗਦਰੀ ਬਾਬਿਆਂ ਦੇ ਮੇਲੇ ਤੇ ਤਿਆਰ ਹੋਇਆ, ਉਹਦੇ ਵਿੱਚ ਵੀ ਮੈਂ ਇੱਕ ਪੀਸ ਜਿਹੜਾ ਹੈਗਾ ਗਦਰੀ, ਜਦੋਂ ਬਾਅਦ ਦੇ ਵਿੱਚ ਉਹ ਜਦੋਂ ਬਦਲਾ ਲੈਂਦੇ ਆ, ਤੇ ਉਹ ਜਿਹੜਾ ਜਿੱਥੇ ਹਰਵਿੰਦਰ ਭੰਡਾਲ ਕੈਰੈਕਟਰ ਕਰ ਰਿਹਾ ਸੀਗਾ, ਉਹ ਪੀਸ ਦੇ ਕਾਫੀ ਸਾਰੇ ਡਾਇਲੌਗ ਸੀਨ ਉਹ ਮੈਂ ਲਿਖੇ। ਸੋ ਇਸ ਤਰ੍ਹਾਂ ਲਿਖਣ ਦਾ ਨਾ ਰੁਝਾਨ ਚੱਲਦਾ ਰਿਹਾ। ਲੇਕਿਨ ਉਹਦਾ ਇੱਕ ਸਮਝਦਾ ਮੈਂ ਨਾ ਇੱਕ ਪੀਕ ਤਾਂ ਨਹੀਂ ਕਹਿ ਸਕਦਾ, ਇੱਕ ਵੈਲਿਡ ਪੁਆਇੰਟ ਉਦੋਂ ਆਇਆ ਮੈਨੂੰ ਇਹ ਲੱਗਾ ਕਿ ਸਾਹਿਬ ਸਿਆਂ ਤੇਰਾ ਜਿਹੜਾ ਤੂੰ ਪਿੰਡ ਦੇ ਵਿੱਚ ਜਿਹੜੇ ਇੰਨੇ ਸਾਲ ਤੂੰ ਬਿਤਾਏ ਨੇ, ਜਿਹੜਾ ਤੇਰਾ ਫਸਟ ਹੈਂਡ ਐਕਸਪੀਰੀਅੰਸ ਹੈ ਪਿੰਡ ਦਾ, ਜੱਟ ਕਿਸਾਨੀ ਪਰਿਵਾਰ ਦਾ, ਤੈਨੂੰ ਉਹਦੇ ਤੇ ਨਾਟਕ ਲਿਖਣਾ ਚਾਹੀਦਾ। ਉਦੋਂ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਦਾ ਦੌਰ ਸ਼ੁਰੂ ਹੋ ਗਿਆ ਸੀ, ਕਿਸਾਨ ਖੁਦਕੁਸ਼ੀ ਕਰਨ ਲੱਗ ਪਏ ਸੀ। ਮੈਨੂੰ ਬੜੀ ਤਕਲੀਫ ਹੁੰਦੀ ਸੀ ਕਿ ਕਿਸਾਨ ਖੁਦਕੁਸ਼ੀ ਕਿਉਂ ਕਰ ਰਿਹਾ। ਕਿਸਾਨ ਤੇ ਮਤਲਬ ਕਿ ਮੇਲਿਆਂ 'ਚ ਜਾਣ ਵਾਲਾ ਕੈਰੈਕਟਰ ਜਿਹਨੂੰ ਪੜ੍ਹਦੇ ਹਾਂ ਅਸੀਂ ਅੱਜ ਤੱਕ ਆਏ ਹਾਂ, ਚਾਦਰੇ ਛੱਡਣ ਵਾਲਾ, ਪੱਗਾਂ ਬੰਨਣ ਵਾਲਾ, ਗੀਤ ਗਾਉਣ ਵਾਲਾ, ਭੰਗੜੇ ਪਾਉਣ ਵਾਲਾ, ਖੇਤਾਂ 'ਚ ਕੰਮ ਕਰਨ ਵਾਲਾ, ਢੱਗਿਆਂ ਦੇ ਪਿੱਛੇ ਤੁਰਨ ਵਾਲਾ, ਉਹ ਖੁਦਕੁਸ਼ੀ ਕਿੱਦਾਂ ਕਰਨ ਲੱਗ ਪਿਆ। ਤੇ ਉਹ ਮੇਰੇ ਲਈ ਬੜੀ ਅਜੀਬ ਗੱਲ ਸੀ। ਫਿਰ ਮੈਂ ਉਹਦੇ ਬਾਰੇ ਮਤਲਬ ਰਿਸਰਚ ਕਰਨੀ ਸ਼ੁਰੂ ਕੀਤੀ। ਬਹੁਤ ਸਾਰੀ ਚੀਜ਼ਾਂ ਮੈਨੂੰ ਪਿੰਡ ਦੀਆਂ ਪਤਾ ਸੀ, ਮੇਰੇ ਅੰਦਰ ਹੀ ਕਿਤੇ ਜਜ਼ਬ ਸੀ। ਕੈਰੈਕਟਰਸ ਮੇਰੇ ਆਲੇ ਦੁਆਲੇ ਤੁਰੇ ਫਿਰਦੇ ਸੀਗੇ। ਆਬਜ਼ਰਵੇਸ਼ਨ ਮੇਰੀ ਸ਼ੁਰੂ ਤੋਂ ਹੀ ਅੱਛੀ ਸੀ ਕਿ ਮੈਂ ਕੈਰੈਕਟਰਸ ਨੂੰ, ਚੀਜ਼ਾਂ ਨੂੰ ਆਬਜ਼ਰਵ ਕਰਦਾ ਸੀ। ਫਿਰ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਣਾ ਸ਼ੁਰੂ ਕੀਤਾ, ਉਹਨਾਂ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੁਸੀਂ ਇਸ ਵਰਤਾਰੇ ਨੂੰ ਕਿੱਦਾਂ ਸਮਝਦੇ ਹੋ,
ਜੋ ਕੋਈ ਕਿਸਾਨ ਯੂਨੀਅਨ ਵਗੈਰਾ ਚਲਾਉਂਦੇ ਨੇ ਉਹ ਕਿੱਦਾਂ ਸਮਝਦੇ ਨੇ, ਜਾਂ ਕੋਈ ਹੋਰ ਲੋਕੀ ਨੇ ਉਹ ਕਿੱਦਾਂ, ਟੀਚਰਸ ਕਿੱਦਾਂ ਸਮਝਦੇ ਨੇ, ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਮੈਂ ਮਿਲਿਆ। ਫਿਰ ਉੱਥੋਂ ਨਾਟਕ ਮੇਰਾ ਉਹ ਇੱਕੋ ਰਾਹ ਸਵੱਲੜਾ ਨਾਟਕ, ਜਿਹੜਾ ਫਿਰ ਹੁਣ ਤੱਕ 600-700 ਦੀਆਂ ਪਰਫਾਰਮੈਂਸ ਹੋਈਆਂ, ਹੁਣ ਤੱਕ ਵੀ ਕਈ ਵਾਰੀ ਅਸੀਂ ਪਰਫਾਰਮ ਕਰਦੇ ਹਾਂ। ਉਹ ਬਤੌਰ ਨਾਟਕਕਾਰ ਉਹ ਨਾਟਕ ਆਇਆ। ਉਹ ਨਾਟਕ ਆ ਇਸੇ ਕਰਕੇ ਗਿਆ ਕਿ ਮੈਂ ਬਹੁਤ ਸਪਸ਼ਟ ਸੀਗਾ ਕਿ ਜਿਹੜਾ ਪਿੰਡ ਦਾ ਜਿਹੜਾ ਛੋਟਾ ਕਿਸਾਨ ਹੈ, ਜਿਹੜਾ ਜੱਟ ਕਿਸਾਨ ਹੈ, ਉਹਦੀ ਜਿਹੜੀ ਆਰਥਿਕ ਤੰਗੀ ਹੈ, ਉਹਦੇ ਵਿੱਚੋਂ ਨਿਕਲਣ ਦੇ ਰਾਹ ਚਾਰ ਕੋਈ ਨੇ, ਜਿਹੜੇ ਮਤਲਬ ਉਹ ਸਮਝਦਾ ਚਾਰ ਕੋਈ ਰਾਹ ਨੇ। ਪਹਿਲਾ ਰਾਹ ਹੈਗਾ ਕਿ ਘਰ ਦੇ ਕਿਸੇ ਮੈਂਬਰ ਨੂੰ ਕੋਈ ਸਰਕਾਰੀ ਨੌਕਰੀ ਮਿਲ ਜਾਵੇ। ਸਰਕਾਰੀ ਨੌਕਰੀ ਆਮ ਤੌਰ ਤੇ ਜੱਟ ਕਿਸਾਨ ਪਰਿਵਾਰਾਂ ਦੇ ਮੁੰਡਿਆਂ ਨੂੰ ਕਈ ਵਾਰੀ ਬਹੁਤ ਮੁਸ਼ਕਲ ਮਿਲਦੀ, ਉਹਦੇ ਕਈ ਸਾਰੇ ਕਾਰਨ ਨੇ। ਦੂਸਰਾ ਹੁੰਦਾ ਕਿ ਕੋਈ ਮੁੰਡਾ ਫੌਜ ਵਿੱਚ ਚਲ ਜਾਏ ਜਾਂ ਘਰ ਦਾ ਹੈਡ ਫੌਜ ਵਿੱਚ ਚਲ ਜਾਏ। ਤੀਸਰਾ ਕਿ ਕੋਈ ਬਾਹਰ ਚਲ ਜਾਏ। ਤੇ ਜਾਂ ਫਿਰ ਚੌਥਾ ਹੈਗਾ ਜੇ ਕੋਈ ਅਵੇਅਰ ਹੋ ਜਾਏ ਘਰ ਦਾ ਇੱਕ ਮੈਂਬਰ, ਉਹ ਫਿਰ ਸਟਰਗਲ ਵਾਲੇ ਪਾਸੇ ਪੈਂਦਾ, ਉਹ ਕਿਸੇ ਮੂਵਮੈਂਟ ਦਾ ਹਿੱਸਾ ਬਣਦਾ। ਉਹ ਮੂਵਮੈਂਟ ਰੋਂਗ ਵੀ ਹੋ ਸਕਦੀ, ਰਾਈਟ ਵੀ ਹੋ ਸਕਦੀ, ਉਹ ਫਿਰਕੂ ਵੀ ਹੋ ਸਕਦੀ ਹੈ, ਦੂਸਰੀ ਤਰ੍ਹਾਂ ਦੀ ਬੈਲੈਂਸ ਵੀ ਹੋ ਸਕਦੀ, ਕੁਝ ਵੀ ਹੋ ਸਕਦੀ ਹੈ। ਉਹ ਚਾਰਾਂ ਹੀ ਚੀਜ਼ਾਂ ਨੂੰ ਮੈਂ ਉਸ ਨਾਟਕ ਦੇ ਵਿੱਚ ਸਮੇਟਣ ਦੀ ਕੋਸ਼ਿਸ਼ ਕੀਤੀ। ਪਰ ਐਂਡ ਮੇਰਾ ਉਹੀ ਸੀ ਕਿ ਨਹੀਂ, ਖੁਦਕੁਸ਼ੀ ਨਹੀਂ ਹੋਣੀ ਚਾਹੀਦੀ, ਸੰਘਰਸ਼ ਹੋਣਾ ਚਾਹੀਦਾ, ਸੰਘਰਸ਼ ਹੀ ਹੋਏਗਾ। ਤੇ ਉਹਦਾ ਪ੍ਰੋਸੈਸ ਵੀ ਮੈਂ ਥੋੜਾ ਉਲਟ ਰੱਖਿਆ ਸੀ ਕਿ ਫਾਦਰ ਜਿਹੜਾ ਹੈਗਾ ਉਹ ਮੁੰਡੇ ਤੋਂ ਪ੍ਰੇਰਣਾ ਲੈ ਕੇ ਐਂਡ ਦੇ ਵਿੱਚ ਕਹਿੰਦਾ ਕਿ ਮੈਂ ਮੈਂ ਸੰਘਰਸ਼ ਕਰਾਂਗਾ, ਜੋ ਮੇਰਾ ਮੁੰਡਾ ਕਰ ਰਿਹਾ ਮੈਂ ਉਹ ਕਰਾਂਗਾ। ਉੱਥੋਂ ਮੇਰਾ ਮੁੱਢ ਬਚ ਗਿਆ। ਮੈਨੂੰ ਭਾਜੀ ਨੇ ਬੜਾ ਹੌਸਲਾ ਦਿੱਤਾ। ਭਾਜੀ ਕਹਿੰਦੇ ਇਹ ਜਿਹੜਾ ਤੂੰ ਨਾਟਕ ਕੀਤਾ ਹੈ ਪੰਜਾਬ ਦੀਆਂ ਸਟੇਜਾਂ ਤੇ ਬਾਰ-ਬਾਰ ਨਾਟਕ ਹੋਏਗਾ, ਇਹ ਤੂੰ ਹੁਣ ਲੀਹ ਤੇ ਆ ਗਿਆ, ਤੇ ਤੂੰ ਪਹਿਲਾਂ ਜਦੋਂ ਪਿੰਜਰ ਲਿਖਿਆ ਸੀ ਉਹ ਵੀ ਬੜਾ ਅੱਛਾ ਲਿਖਿਆ ਸੀ, ਤੇਰੀ ਪਕੜ ਹੈਗੀ ਹੈ, ਤੂੰ ਲਿਖਦਾ ਰਹੀਂ, ਭਾਜੀ ਨੇ ਮੈਨੂੰ ਕਿਹਾ। ਤੇ ਉਹ ਭਾਜੀ ਦੀ ਪ੍ਰੇਰਣਾ ਸੀ, ਤੁਹਾਡੀ ਸਾਰਿਆਂ ਦੀ ਪ੍ਰੇਰਣਾ ਸੀ, ਜਦੋਂ ਪਿੰਡਾਂ 'ਚ ਜਾਂਦੇ ਸੀ ਲੋਕਾਂ ਦੀ ਪ੍ਰੇਰਣਾ ਸੀ, ਲੋਕ ਜਿਸ ਤਰ੍ਹਾਂ ਦਾ ਪਿਆਰ। ਸਾਹਿਬ ਤੁਹਾਡਾ ਇਹ ਪ੍ਰੋਸੈਸ ਤਾਂ ਚੱਲ ਪਿਆ ਕਿ ਤੁਸੀਂ ਨਾਟਕ ਲਿਖਣ ਲੱਗ ਪਏ, ਡਾਇਰੈਕਟ ਕਰਨ ਲੱਗ ਪਏ, ਤੇ ਪਰ ਇਹ ਸੀ ਕਿ ਫਿਰ ਤੁਸੀਂ ਆਪਣਾ ਇਹ ਜਦੋਂ ਗਰੁੱਪ ਬਣਾ ਲਿਆ ਸਾਰਾ ਅਦਾਕਾਰ ਮੰਚ, ਮੈਂ ਉਹਦੇ ਸੰਘਰਸ਼ ਬਾਰੇ ਕਿ ਅਦਾਕਾਰ ਮੰਚ ਨੂੰ ਸਟੈਬਲਿਸ਼ ਕਰਨ ਵਾਸਤੇ ਫਿਰ ਤੁਹਾਨੂੰ ਕਿਹੜੇ ਪੜਾਅ ਦੇ ਵਿੱਚੋਂ ਲੰਘਣਾ ਪਿਆ, ਵੀ ਇੱਕ ਗਰੁੱਪ ਨੂੰ ਮੇਨਟੇਨ ਕਰਨਾ, ਉਸ ਦੀ ਸਾਰੀ ਮੈਨੇਜਮੈਂਟ ਕਰਨੀ, ਉਹਦੇ ਲਈ ਤਿਆਰੀਆਂ, ਫਾਈਨਾਂਸ, ਇਹ ਕਿੱਦਾਂ ਤੁਸੀਂ ਉਹਦੇ ਵਿੱਚੋਂ ਗੁਜ਼ਰੇ? ਕਿਉਂਕਿ ਫਿਰ ਇੰਡੀਪੈਂਡੈਂਟ ਭਾਜੀ ਨਾਲ ਨਹੀਂ ਸੀ ਕੰਮ ਕਰਦੇ, ਤੁਸੀਂ ਆਪਣਾ ਇੰਡੀਪੈਂਡੈਂਟ ਗਰੁੱਪ ਚਲਾ ਰਹੇ ਹੋ। ਉਹ ਜਿਹੜਾ ਇੰਡੀਪੈਂਡੈਂਟ ਗਰੁੱਪ ਚਲਾਉਣਾ, ਉਹਦੀ ਮੈਨੇਜਮੈਂਟ, ਉਹਦਾ ਫਾਈਨਾਂਸ, ਉਹਦਾ ਸੰਘਰਸ਼, ਉਹਦਾ ਜ਼ਰਾ ਕੁਝ ਪੜਾਅ ਨੂੰ ਜ਼ਰਾ ਸਾਂਝਾ ਕਰੋ। ਬਿਲਕੁਲ। ਕਿਉਂਕਿ ਉਹ 1995 ਦੇ ਵਿੱਚ ਅਸੀਂ ਅਦਾਕਾਰ ਮੰਚ ਬਣਾਉਂਦੇ ਹਾਂ, ਉਦੋਂ ਤੱਕ ਮੇਰਾ 6-7 ਸਾਲ ਦਾ ਤਜਰਬਾ ਮੇਰਾ ਹੋ ਗਿਆ ਸੀ, 5-5.5 ਸਾਲ ਦਾ ਤਜਰਬਾ ਰੋਜ਼ੀ ਦਾ ਹੋ ਗਿਆ ਸੀ। ਸਾਲ ਕੁ ਬਾਅਦ ਰੋਜ਼ੀ ਨੂੰ ਜੁਆਇਨ ਕਰ ਲਿਆ ਸੀ, ਤੇ ਅਸੀਂ ਸਾਰੀਆਂ ਚੀਜ਼ਾਂ ਆਲੇ ਦੁਆਲੇ ਦੇਖ ਵੀ ਰਹੇ ਸੀ, ਓਬਜ਼ਰਵ ਵੀ ਕਰ ਰਹੇ ਸੀ। ਤੇ ਮੋਹਾਲੀ ਦੇ ਵਿੱਚ ਇੱਕ ਨਾ ਸੰਸਥਾ ਬਣੀ ਸੀ, ਸਾਡਾ ਵਿਰਸਾ ਮੰਚ, ਏਦਾਂ ਕਰਕੇ ਡਾਕਟਰ ਸੁਲਤਾਨਾ ਬੇਗਮ ਨੇ ਉਹ ਕੋਈ ਬਣਾਈ ਸੀ। ਤੀਆਂ ਦਾ ਮੇਲਾ ਲਾਉਂਦੇ ਸੀ ਤੇ ਵਿੱਚ ਵਾਲੇ ਕਹਿੰਦੇ ਸੀ ਆਪਾਂ ਨਾਟਕ ਕਰ ਲੈਂਦੇ ਹਾਂ। ਅਸੀਂ ਵੀ ਉਹਦੇ ਵਿੱਚ ਇਨਵੋਲਵ ਹੋਏ ਸੀ, ਤੇ ਸਾਨੂੰ ਲੱਗਾ ਕਿ ਇਹਦੀ ਮੈਨੇਜਮੈਂਟ ਦੇ ਵਿੱਚ ਜਿਹੜੀ એનર્ਜੀ ਅਸੀਂ ਲਗਾ ਰਹੇ ਹਾਂ, ਇਸ એનર્ਜੀ ਦੀ ਜਿਹੜੀ ਆਊਟਪੁੱਟ ਹੈ ਉਹ ਰੰਗਮੰਚ ਵਾਲੇ ਪਾਸੇ ਤਾਂ ਜਾ ਨਹੀਂ ਰਹੀ। ਇਹ ਤਾਂ ਆਊਟਪੁੱਟ ਹੈ ਕਿਉਂਕਿ ਸਾਲ 'ਚ ਇੱਕ ਤੀਆਂ ਦਾ ਮੇਲਾ ਲਾ ਲਓ, ਇੱਕ ਅੱਧਾ ਕੁਝ ਹੋਰ ਕਰ ਲਓ, ਕਿਤੇ ਕੋਈ ਖੂਨਦਾਨ ਕੈਂਪ ਲੱਗ ਗਿਆ, ਕੋਈ ਇੱਕ ਨਾਟਕ ਕਰ ਲਿਆ। ਤੇ ਜੇ ਅਸੀਂ ਇੰਨੀ એનર્ਜੀ ਲਾਈ ਸਕਦੇ ਹਾਂ ਤੇ ਫਿਰ ਕਿਉਂ ਨਾ ਆਪਣਾ ਇੱਕ ਰੰਗਮੰਚ ਗਰੁੱਪ ਸਥਾਪਿਤ ਕਰੀਏ ਤੇ ਆਪਣੇ ਹਿਸਾਬ ਨਾਲ ਕੰਮ ਕਰੀਏ। ਉੱਥੋਂ ਅਸੀਂ ਫੈਸਲਾ ਲਿਆ ਕਿ ਅਸੀਂ ਆਪਣਾ ਇੱਕ ਗਰੁੱਪ ਬਣਾਵਾਂਗੇ, ਆਪਣੇ ਹਿਸਾਬ ਨਾਲ ਚੱਲਾਂਗੇ। ਕਿਉਂਕਿ ਭਾਅ ਵੱਲੋਂ ਵੀ ਇੱਕ ਬੜੀ ਸਟਲ ਵੇ 'ਚ ਭਾਅ ਵੀ ਕਹਿ ਦਿੰਦੇ ਹੁੰਦੇ ਸੀ ਕਿ ਹੁਣ ਤੂੰ ਭਾਈ ਸਿਆਣਾ ਹੋ ਗਿਆ, ਹੁਣ ਤੂੰ ਆਪਣਾ ਘਰ ਬਣਾ, ਆਪਣਾ ਕੁਝ ਸ਼ੁਰੂ ਕਰ। ਜਿਵੇਂ ਘਰਾਂ ਦੇ ਸਿਆਣੇ ਹੈਡ ਵੀ ਹੁੰਦੇ ਕਿ ਹੌਲੀ ਬੰਦੇ ਨੂੰ ਸਾਈਡ ਤੇ ਕਰ ਦਿੰਦੇ ਕਿ ਹੁਣ ਤੂੰ ਆਪਣਾ ਕਰ। ਸੋ ਉਹ ਭਾਜੀ ਨਾਲੋਂ ਵੀ ਹੌਲੀ ਲਗਾਤਾਰਤਾ ਟੁੱਟ ਗਈ ਸੀ ਤੇ ਉਹ ਗਰੁੱਪ ਬਣਾਇਆ ਅਦਾਕਾਰ ਮੰਚ ਗਰੁੱਪ ਬਣਾਇਆ। ਯੰਗ ਆਰਟਿਸਟ ਸੀਗੇ, 10-15 ਆਰਟਿਸਟ ਸੀ, ਸਾਰੇ ਇਕੱਠੇ ਹੋ ਕੇ ਕੁਝ ਮੇਰੇ ਸਟੂਡੈਂਟ ਸੀ, ਕੁਝ ਹੋਰ ਲਾਈਕ ਮਾਈਂਡਡ ਬੰਦੇ ਆਏ, ਕੁਝ ਸਾਡੇ ਐਡਵਾਈਜ਼ਰਸ ਸਾਡੇ ਅੱਛੇ ਸੀ, ਸੀਨੀਅਰ ਸੀਗੇ, ਐਡਵੋਕੇਟ ਸੀ ਮੋਹਾਲੀ ਤੋਂ, ਉਹ ਸਾਡੇ ਨਾਲ ਜੁੜੇ। ਇੱਕ ਅਕਾਊਂਟੈਂਟ ਸੀ, ਉਹ ਸਾਡੇ ਨਾਲ ਜੁੜੇ ਕਿ ਮੈਂ ਤੁਹਾਨੂੰ ਉਹ ਚੀਜ਼ਾਂ ਮੈਂ ਸਮਝਾ ਦਿੰਦਾ ਕਿ ਕਿਵੇਂ ਇਹਦੀ ਬੁੱਕ ਮੇਨਟੇਨ ਕਰੀਦੀ ਹੈ ਜਾਂ ਕਿਵੇਂ ਚੀਜ਼ਾਂ ਫਾਈਨੈਂਸਿਸ ਦੇਖੀ ਦੇ ਹੁੰਦੇ। ਤੇ ਉਦੋਂ ਤੱਕ ਬਤੌਰ ਅਦਾਕਾਰ ਇੱਕ ਪਹਿਚਾਣ ਬਣੀ ਹੋਈ ਸੀ ਮੋਹਾਲੀ ਸ਼ਹਿਰ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਲੋਕੀ ਸਪੋਰਟ ਕਰਨ ਨੂੰ ਤਿਆਰ ਸੀ। ਉਹ ਫਿਰ ਅਸੀਂ ਅਦਾਕਾਰ ਮੰਚ ਬਣਾਇਆ। ਭਾਜੀ ਨੂੰ ਵੀ ਕਿਹਾ, ਭਾਜੀ ਨੇ ਵੀ ਸਪੋਰਟ ਕੀਤੀ। ਜਿੱਥੇ ਕਿਤੇ ਕੋਈ ਫੈਸਟੀਵਲ ਹੋਣਾ, ਭਾਜੀ ਨੇ ਕਹਿਣਾ ਕਿ ਤੁਸੀਂ ਆਪਣੇ ਵੱਲੋਂ ਨਾਟਕ ਤਿਆਰ ਕੀਤਾ, ਤੁਸੀਂ ਉੱਥੇ ਕਰ ਲਓ। ਡਾਕਟਰ ਨਾਰ ਸਿੰਘ ਹੋਰਾਂ ਨੇ ਬੜੀ ਸਪੋਰਟ ਕੀਤੀ, ਉਹ ਉਦੋਂ ਸੈਕਟਰੀ ਸੀ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ। ਉਹਨਾਂ ਨੇ ਸਾਡਾ ਨਾਟਕ ਦੇਖਿਆ, ਇੱਕ ਪੂਰਾ ਸਵਲੜਾ, ਉਹਨਾਂ ਨੇ ਸਾਨੂੰ ਕੁਝ ਸ਼ੋਜ਼ ਦਿੱਤੇ। ਏਦਾਂ ਹੌਲੀ ਗੱਲ ਪੰਜਾਬ ਵੱਲ ਨੂੰ, ਪਿੰਡਾਂ ਵਾਲੇ ਪਾਸੇ ਨੂੰ, ਕਸਬਿਆਂ ਵਾਲੇ ਪਾਸੇ ਨੂੰ ਤੁਰ ਪਈ। ਫਿਰ ਅਸੀਂ ਇੱਕ ਤੋਂ ਬਾਅਦ ਇੱਕ ਨਾਟਕ, ਫਿਰ ਅਸੀਂ ਪਰਿੰਦੇ ਜਾਣ ਨੂੰ ਕਿੱਥੇ ਨਾਟਕ ਤਿਆਰ ਕੀਤਾ, ਉਹ ਸਾਡਾ ਕਾਫੀ ਫੇਮਸ ਨਾਟਕ ਹੋਇਆ। ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਕਹਾਣੀ ਕੇਰੂ 10 ਨੰਬਰੀਆ ਤੇ। ਫਿਰ ਹਰਸਰਨ ਸਿੰਘ ਦਾ ਨਾਟਕ ਛੱਕੇ ਹੈ, ਉਹ ਅਸੀਂ ਤਿਆਰ ਕੀਤਾ।
ਫਿਰ ਅਸੀਂ 97 98 ਦੇ ਵਿੱਚੋਂ ਸਾਡਾ ਇਹ ਵੀ ਇੱਕ ਪੱਕਾ ਹੋ ਗਿਆ ਕਿ ਪੰਜਾਬੀ ਅਕੈਡਮੀ ਦਿੱਲੀ ਜਿਹੜਾ ਸਾਲ ਦੇ ਵਿੱਚ ਇੱਕ ਫੈਸਟੀਵਲ ਕਰਵਾਉਂਦੀ ਸੀ, ਸਾਨੂੰ ਇਹ ਪਤਾ ਹੁੰਦਾ ਸੀ ਵੀ ਅਸੀਂ ਨਵੀਂ ਪ੍ਰੋਡਕਸ਼ਨ ਕਰਨੀ ਹੈ ਔਰ ਦਿੱਲੀ ਜ਼ਰੂਰ ਜਾਣਾ। ਉਹ ਹਰ ਸਾਲ ਅਸੀਂ ਉਹ ਜਾਂਦੇ ਰਹੇ, ਬਹੁਤ ਸਾਲ ਜਾਂਦੇ ਰਹੇ ਹਾਂ, ਤੇ ਉੱਥੋਂ ਅਵਾਰਡ ਵੀ ਕਾਫੀ ਐਜ਼ ਐਨ ਐਕਟਰ ਮਿਲਣੇ, ਕਦੇ ਐਜ਼ ਡਾਇਰੈਕਟਰ ਵੀ ਮਿਲ ਗਿਆ ਜਾਂ ਕੁਛ ਹੈ। ਇਦਾਂ ਕਿੰਨੀਆਂ ਸਾਰੀਆਂ ਚੀਜ਼ਾਂ ਦਾ ਬਲੈਂਡ। ਭਾਸ਼ਾ ਵਿਭਾਗ ਨੇ ਸਾਡੇ ਤੋਂ ਕਾਫੀ ਸਾਰੇ ਸ਼ੋਜ਼ ਕਰਾਏ, ਕੁਛ ਜਿਵੇਂ ਸ਼ੋਜ਼ ਹੁੰਦੇ ਨਾ ਇੱਕ ਮਿਸ਼ਨਰੀ ਟਾਈਪ, ਕਿ ਨਸ਼ਿਆਂ ਦੇ ਖਿਲਾਫ ਤੁਸੀਂ 40 ਸ਼ੋਅ ਕਰ ਦਿਓ ਜਾਂ ਆਹ ਪ੍ਰੋਬਲਮ ਹੈ ਇਦਾਂ ਕਰ ਦਿਓ ਕੁਛ, ਉਹ ਵੀ ਅਸੀਂ, ਕਿਉਂਕਿ ਉਹ ਵੀ ਰੰਗਮੰਚ ਦੀ ਇੱਕ ਜ਼ਿੰਮੇਵਾਰੀ ਹੈ, ਸਾਰੇ ਗਰੁੱਪ ਕਰਦੇ ਆ ਨਾ, ਤੇ ਉਹ ਵੀ ਅਸੀਂ ਕਰਦੇ ਰਹੇ। ਸੋ ਇਦਾਂ ਲਗਾਤਾਰਤਾ ਬਣਦੀ ਰਹੀ, ਤੇ ਜੋਸ਼ ਬਹੁਤ ਜ਼ਿਆਦਾ ਸੀ ਅੰਦਰ ਕਿ ਕੁਝ ਅਦਾਕਾਰ ਮੰਚ ਵੱਲੋਂ ਕੁਝ ਕਰਨਾ ਹੈ। ਨਵੇਂ ਨਵੇਂ ਨਾਟਕ, ਮਿੱਟੀ ਰੁਦਨ ਕਰੇ ਕੀਤਾ, ਉਹਦੇ ਬਹੁਤ ਸਾਰੇ ਸ਼ੋਅ ਕੀਤੇ, ਹੋਰ ਵੀ ਮੈਂ ਕਿੰਨੇ ਨਾਟਕ ਗਿਣਾਵਾਂ, ਉਹ ਅਸੀਂ ਕਰਦੇ ਰਹੇ। ਤੇ ਉਹਦੇ ਵਿੱਚ ਜ਼ਿੰਮੇਵਾਰੀਆਂ ਅਸੀਂ ਵੰਡ ਲਈਆਂ ਸੀ ਕਿ ਮੈਂ ਨਾਟਕ ਲਿਖਾਂਗਾ, ਮੈਂ ਨਾਟਕ ਡਾਇਰੈਕਟ ਕਰਾਂਗਾ, ਜਿਹੜੀਆਂ ਬਾਕੀ ਜ਼ਿੰਮੇਵਾਰੀਆਂ ਉਹ ਰੋਜ਼ੀ ਸੰਭਾਲੇਗੀ। ਕਿ ਸੈੱਟ ਨੂੰ ਕਿਵੇਂ ਡਿਜ਼ਾਈਨ ਕਰਨਾ, ਸਲਾਹ ਕਰ ਲਈ ਜਾਂਦੀ ਸੀ ਆਪਸ ਦੇ ਵਿੱਚ, ਮੇਰੀ ਜਿੰਨੀ ਇਨਪੁਟ ਸੀ ਮੈਂ ਆਪਣੀ ਦੇ ਦਿੰਦਾ ਸੀ। ਉਹ ਕਿਵੇਂ ਸੈੱਟ ਡਿਜ਼ਾਈਨ ਹੋਏਗਾ, ਕਿਵੇਂ ਸੈੱਟ ਲੱਗੇਗਾ, ਉਹਦੀਆਂ ਚੀਜ਼ਾਂ ਕਿੱਥੋਂ ਆਉਣਗੀਆਂ, ਮੇਕਅਪ ਕਿਵੇਂ ਹੋਏਗਾ, ਕਾਸਟਿਊਮ ਕਿਵੇਂ ਅਰੇਂਜ ਹੋਏਗੀ, ਕਿਵੇਂ ਬਣੇਗੀ, ਕੀ ਖਰੀਦਿਆ ਜਾਏਗਾ ਕੀ ਨਹੀਂ, ਕੀ ਘਰ 'ਚ ਪਿਆ ਸੰਭਾਲਿਆ ਜਾਏਗਾ, ਪ੍ਰਾਪਰਟੀ ਕਿੱਥੇ ਸੰਭਾਲੀ ਜਾਏਗੀ, ਇਹ ਜ਼ਿੰਮੇਵਾਰੀਆਂ ਰੋਜ਼ੀ ਨੇ ਤੇ ਬਾਕੀ ਸਾਰੇ ਕਲਾਕਾਰ ਨਾਲ ਸਪੋਰਟ ਕਰਦੇ ਸੀ। ਸਾਡੇ ਕੋਲ ਕਾਫੀ ਅੱਛੀ ਟੀਮ ਸੀ ਉਦੋਂ, 20-25 ਆਰਟਿਸਟ ਸੀ। ਹੌਲੀ ਹੌਲੀ ਬਹੁਤ ਆਰਟਿਸਟ ਸਾਡੇ ਨਾਲ ਜੁੜਦੇ ਗਏ, ਮੁੰਡੇ ਕੁੜੀਆਂ, ਤੇ ਇੱਕ ਅੱਛੀ ਖਾਸੀ ਟੀਮ ਉਹ ਸਾਡੀ ਬਣ ਗਈ। ਤੇ ਉਹ ਇਸ ਤਰ੍ਹਾਂ ਚੀਜ਼ਾਂ ਮੈਨੇਜ ਹੁੰਦੀ ਰਹੀਆਂ। ਉਦੋਂ ਅਸੀਂ ਕਿਰਾਏ ਦੇ ਮਕਾਨ 'ਚ ਰਹਿੰਦੇ ਸੀ, ਫਿਰ ਅਸੀਂ ਸ਼ਿਫਟ ਹੋਏ, 2-3 ਅਲੱਗ-ਅਲੱਗ ਮਕਾਨਾਂ ਦੇ ਵਿੱਚ ਸ਼ਿਫਟ ਹੋਏ। ਪਰ ਜਿੱਥੇ ਵੀ ਅਸੀਂ ਕਿਰਾਏ ਦੇ ਮਕਾਨ 'ਚ ਜਾਂਦੇ ਸੀ, ਅਸੀਂ ਇਹ ਜ਼ਰੂਰ ਦੇਖਦੇ ਸੀ ਕਿ ਸਾਡਾ ਸੈੱਟ ਦਾ ਜਿਹੜਾ ਸਮਾਨ ਹੈ ਉਹ ਕਿੱਥੇ ਰੱਖਿਆ ਜਾਏਗਾ। ਅਸੀਂ ਇੱਕ ਘਰ ਦੇ ਵਿੱਚ ਉੱਤੇ ਪੜਛੱਤੀਆਂ ਜਿਹੜੀਆਂ ਹੁੰਦੀਆਂ, ਉਹ ਰੋਸ਼ਨਦਾਨ ਦੇ ਕੋਲ ਜਿਹੜੇ ਹੁੰਦੇ ਆ, ਉਹ ਭਰੇ ਪਏ ਸੀ ਪੂਰੇ ਸੈੱਟ ਦੇ। ਜਦੋਂ ਕਿਤੇ ਸ਼ੋਅ ਤੇ ਜਾਣਾ ਤੇ ਸਾਡੇ ਸਭ ਤੋਂ ਪਤਲੇ ਕਲਾਕਾਰ ਨੇ ਕੁਰਸੀ ਉੱਤੇ ਚੜ੍ਹ ਕੇ ਉਹਦੇ ਅੰਦਰ ਵੜ ਜਾਣਾ, ਉਹਦੇ ਵਿੱਚੋਂ ਭਾਲੇ ਕੱਢਣੇ, ਕਦੇ ਕਿਰਪਾਨਾਂ ਕੱਢਣੀਆਂ, ਕਦੇ ਹੋਰ ਚੀਜ਼ਾਂ, ਕਾਸਟਿਊਮ ਕੱਢਣੀਆਂ। ਬੜਾ ਹਸੀਨ ਤਜਰਬਾ ਸੀ ਉਹ ਸਾਨੂੰ ਆਰੇ ਲਾਈ ਰੱਖਦਾ ਸੀਗਾ। ਤੇ ਇਹ ਜਦੋਂ ਇੰਨਾ ਕੁਝ ਹੋਣ ਲੱਗ ਪਿਆ, ਤੇ ਮੈਨੂੰ ਡਾਕਟਰੀ ਜਿਹੜੀ ਪ੍ਰੋਫੈਸ਼ਨ, ਜਿਹੜਾ ਮੈਂ ਡਿਗਰੀ ਹੋਲਡਰ ਹੈ ਡਾਕਟਰੀ ਦਾ, ਉਹ ਬਹੁਤ ਸਾਈਡ ਤੇ ਹੋ ਗਿਆ। ਮੈਨੂੰ ਲੱਗਾ ਕਿ ਇਹ ਦੋ ਕਿਸ਼ਤੀਆਂ ਦਾ ਸਵਾਰ ਹੋ ਕੇ ਗੱਲ ਨਹੀਂ ਬਣਨੀ। ਹਾਲਾਂਕਿ ਮੈਂ ਕਲੀਨਿਕ ਵੀ ਸ਼ੁਰੂ ਕੀਤਾ, ਮੇਰਾ ਬੜਾ ਗੱਜ ਵੱਜ ਕੇ ਕਲੀਨਿਕ ਦਾ ਉਦਘਾਟਨ ਹੋਇਆ, ਸਾਹਿਬਸ ਕਲੀਨਿਕ ਉਹਦਾ ਨਾਮ ਰੱਖਿਆ। ਮੈਂ 6 ਮਹੀਨੇ ਲੋਕਾਂ ਨੂੰ ਠੀਕ ਵੀ ਕੀਤਾ, ਦਵਾਈਆਂ ਵੀ ਦਿੱਤੀਆਂ। ਮੈਂ ਗਿਆ ਸੀ ਉਸ ਕਲੀਨਿਕ ਤੇ, ਤੇਰਾ ਹਾਂ ਸਕੂਟਰ ਲੈ ਕੇ ਮੈਂ ਦੇਖਿਆ ਸੀ। ਹਾਂ, ਫਿਰ ਮੈਨੂੰ ਹੌਲੀ ਹੌਲੀ ਲੱਗਾ ਕਿ ਐਵੇਂ ਗਲੂਕੋਜ਼ ਚੜਾਈ ਜਾਓ ਲੋਕਾਂ ਦੇ, ਟੀਕੇ ਲਾਏ ਜਾਓ, ਪੱਟੀਆਂ ਕਰੀ ਜਾਓ ਲੋਕਾਂ ਦੀਆਂ, ਇਹ ਨਹੀਂ ਯਾਰ, ਇਸ ਵਾਸਤੇ ਨਹੀਂ ਸੀ ਜੰਮਿਆ ਮੈਂ, ਇਸ ਵਾਸਤੇ ਹੋਰ ਬਹੁਤ ਕੁਝ ਹੈਗਾ। ਬਸ ਫਿਰ ਉਹ ਵਾਈਂਡ ਅਪ ਕਰਤਾ ਏਦਾਂ ਹੀ, ਚਲਦਾ ਚਲਾਇਆ ਕਲੀਨਿਕ। ਫਿਰ ਮੈਂ ਹੌਲੀ ਸੋਲੀ ਇਸ ਪ੍ਰੋਫੈਸ਼ਨ 'ਚ ਆ ਗਿਆ। ਫਿਰ ਤੇ ਅੱਗੇ ਤੇ ਫਿਰ ਜਿਹੜਾ ਦੌਰ ਹੈ, ਫਿਰ ਬਹੁਤ ਮਤਲਬ ਕਿ ਇੰਨਾ ਕਿ ਮਾਣ ਵਾਲਾ ਦੌਰ ਸ਼ੁਰੂ ਹੋਇਆ। ਵਿੱਚ ਵਿਚਾਲੇ ਕੁਝ ਚੀਜ਼ਾਂ ਕਈ ਵਾਰੀ ਗੈਪ ਪਿਆ। 2003 ਦੇ ਵਿੱਚ ਅਸੀਂ ਇੱਕ ਸੋਚਿਆ ਕਿ ਚੰਡੀਗੜ੍ਹ ਦੇ ਵਿੱਚ ਥੀਏਟਰ ਜਿਹੜਾ ਹੈਗਾ ਬਹੁਤ ਠਹਿਰਾਵ ਦੇ ਵਿੱਚ ਆ ਗਿਆ, ਆਡੀਅנס ਘੱਟ ਆ ਰਹੀ ਹੈ, ਨਾਟਕ ਨਹੀਂ ਹੋ ਰਿਹਾ, ਪੈਸਾ ਨਹੀਂ ਕਿਸੇ ਪਾਸਿਓਂ ਆ ਰਿਹਾ। ਇਦਾਂ ਚੰਡੀਗੜ੍ਹ ਦੇ ਸਾਰੇ ਗਰੁੱਪਾਂ 'ਚ ਬੜਾ ਫਿਕਰ ਪੈਣਾ ਸ਼ੁਰੂ ਹੋ ਗਿਆ। ਉਦੋਂ ਅਸੀਂ ਭਾਜੀ ਇੱਕ ਮੁਹਿੰਮ ਸ਼ੁਰੂ ਕੀਤੀ ਸੀ, 2003 ਤੋਂ 2006 ਤੱਕ ਅਸੀਂ ਲਗਾਤਾਰ ਉਹ ਚਲਾਈ, ਕਿ ਹਰ ਮਹੀਨੇ ਦੀ 16 ਤਰੀਕ ਨੂੰ ਅਸੀਂ ਇੱਕ ਨਾਟਕ ਕਰਦੇ ਹੁੰਦੇ ਸੀ, ਔਰ ਉਹਦੇ ਲਈ ਮੈਂਬਰ ਬਣਾਏ ਗਏ ਸੀ। 100 ਰੁਪਇਆ ਪਰ ਮੈਂਬਰ ਹੁੰਦਾ ਸੀ। ਉਹਨਾਂ ਦੇ ਘਰੇ ਕਾਰਡ ਪਹੁੰਚਾਇਆ ਜਾਂਦਾ ਸੀ, ਔਰ ਉਹ 100 ਰੁਪਇਆ ਉਸੇ ਵੇਲੇ ਸਾਨੂੰ ਦੇ ਦਿੰਦੇ ਸੀ। ਤੇ ਜਾਂ ਜਿਹੜੇ ਨਹੀਂ ਦਿੰਦੇ ਸੀ, ਉਹ ਜਦੋਂ ਨਾਟਕ ਦੇਖਣ ਆਉਂਦੇ ਸੀ, ਉਸ ਤੋਂ ਬਾਅਦ ਉਹ ਸਾਨੂੰ 100 ਰੁਪਇਆ ਉੱਥੇ ਦੇ ਜਾਂਦੇ ਸੀ। ਉਹ ਅਸੀਂ 1 ਸਾਲ ਵਾਸਤੇ ਹਰ ਮਹੀਨੇ ਦੀ 16 ਤਰੀਕ ਮੈਂ ਇੱਕੋ ਵਾਰੀ ਜਾ ਕੇ ਬੁੱਕ ਕਰਾਇਆ ਹੋਇਆ ਸੀ। ਉਦੋਂ 1650 ਰੁਪਇਆ ਹੁੰਦਾ ਸੀ ਟੈਗੋਰ ਥੀਏਟਰ ਦੀ ਬੁਕਿੰਗ ਦਾ, ਉਹ ਪੂਰੇ 1 ਸਾਲ ਦੇ ਬੁੱਕ ਕਰਾਤੇ, ਤੇ ਹਰ ਮਹੀਨੇ ਅਸੀਂ ਨਾਟਕ ਕਰਦੇ ਸੀ। ਉਹ ਬਹੁਤ ਕਮਾਲ ਦਾ ਤਜਰਬਾ ਰਿਹਾ। 3 ਸਾਲ ਅਸੀਂ ਚਲਾਇਆ, ਜਿੰਨਾ ਵੀ ਚਲਾ ਸਕਦੇ। ਔਰ ਉਹ ਜਿਹੜੀ ਆਡੀਅנס ਉਦੋਂ ਬਣੀ, ਹਾਲ ਫੁੱਲ ਹੋਣੇ ਸ਼ੁਰੂ ਹੋਏ। ਤੁਸੀਂ ਬਾਅਦ ਚ ਵੀ ਦੇਖਿਆ ਹੋਣਾ, ਬਤੌਰ ਆਰਗੇਨਾਈਜ਼ਰ ਮੈਂ ਤੁਹਾਡੇ ਵੀ 2-3 ਨਾਟਕਾਂ ਨੂੰ ਬਤੌਰ ਹੋਸਟ ਕੀਤਾ ਸੀ, ਤੇ ਆਡੀਅנס, ਬਾਕੀ ਸਾਰਾ ਕੰਮ ਤੁਹਾਡਾ ਆਪਣਾ ਹੁੰਦਾ ਸੀ। ਵੀ ਹੁੰਦਾ ਸੀ ਹੋਸਟ ਮੈਂ ਕਰ ਦਾਂਗਾ। ਤੁਹਾਨੂੰ ਪਤਾ ਕਿ ਮੈਂ ਜਿੰਨੀ ਵਾਰੀ ਤੁਹਾਨੂੰ ਬੁਲਾਇਆ ਹਾਊਸਫੁੱਲ ਹੁੰਦਾ ਸੀ, ਵੀ ਉਹ ਮੇਰੀ ਸਪੈਸ਼ਲਿਟੀ ਹੋ ਗਈ ਸੀ। ਬਾਅਦ ਚ ਤੁਸੀਂ ਅਜੋਕਾ ਥੀਏਟਰ ਨੂੰ ਵੀ ਹੁਣ ਜਦੋਂ ਬੁਲਾਇਆ, ਉਦੋਂ ਵੀ ਹਾਊਸਫੁੱਲ ਹੁੰਦਾ ਸੀ। ਤੇ ਮੈਂ ਸਾਰਿਆਂ ਨੂੰ ਕਹਿੰਦਾ ਹੁੰਦਾ ਸੀ, ਇਹ ਵੀ ਇੱਕ ਕਹਿਣ ਦਾ ਮਤਲਬ ਹੁਨਰ ਹੈ, ਤੁਸੀਂ ਆਡੀਅנס ਨੂੰ ਕਿਵੇਂ ਬੁਲਾਣਾ। ਜਦੋਂ ਅਸੀਂ ਇੰਨੀ ਮਿਹਨਤ ਕਰਦੇ ਹਾਂ, ਤੇ ਜੇ ਆਡੀਅנס ਨਾ ਆਵੇ ਤਾਂ ਫਿਰ ਉਸ ਮਿਹਨਤ ਦਾ ਸਵਾਦ ਜਿਹਾ ਨਹੀਂ ਆਉਂਦਾ। ਵੀ ਆਡੀਅנס ਆਣੀ ਚਾਹੀਦੀ ਹੈ ਸਾਰੀ। ਤੇ ਉਹ ਤਰ੍ਹਾਂ ਮੈਂ ਫੋਨ ਕਰਦਾ ਸੀ, ਫਿਰ ਹੌਲੀ ਹੌਲੀ ਪੇਜਰ ਆਏ, ਪੇਜਰ ਦੇ ਉੱਤੇ ਮੈਸੇਜ ਜਾਣੇ ਸ਼ੁਰੂ ਹੋਏ, ਫਿਰ ਮੋਬਾਈਲ ਆ ਗਏ, ਉਹਦੇ ਉੱਤੇ ਮੈਸੇਜ ਜਾਣੇ ਸ਼ੁਰੂ ਹੋਏ, ਫਿਰ ਈਮੇਲ ਆ ਗਈਆਂ, ਈਮੇਲ ਆਣੇ, ਫਿਰ WhatsApp, ਹੁਣ ਤੱਕ ਵੀ ਇਦਾਂ ਹੀ ਸਾਡਾ ਐਕਸਪੀਰੀਅੰਸ ਚੱਲ ਰਿਹਾ। ਫਿਰ ਹੌਲੀ ਹੌਲੀ ਸਾਡੇ ਕਾਰਡ ਛਪਣੇ ਬੰਦ ਹੋ ਗਏ, ਸਾਡੀ ਪਰਮਾਨੈਂਟ ਆਡੀਅנס ਬਣ ਗਈ। ਉਹ ਅਦਾਕਾਰ ਮੰਚ ਦਾ ਬਣਾਇਆ ਹੋਇਆ ਆਡੀਅנס ਦਾ ਰਜਿਸਟਰ ਚੰਡੀਗੜ੍ਹ ਦੇ ਸਾਰੇ ਗਰੁੱਪਾਂ ਕੋਲ ਪਹੁੰਚਿਆ, ਸਾਰਿਆਂ ਨੇ ਉਹਦੀ ਫੋਟੋ ਸਟੇਟ ਕਰਾਈ, ਉਹ ਨੰਬਰ ਸੰਭਾਲੇ। ਹੌਲੀ ਹੌਲੀ ਫਿਰ ਜਿਨ੍ਹਾਂ ਨੇ ਹੋਰ ਜ਼ਿਆਦਾ ਮਿਹਨਤ ਕੀਤੀ,
ਜਿਨ੍ਹਾਂ ਵਿੱਚ ਸੁਦੇਸ਼ ਸ਼ਰਮਾ ਹੋਰਾਂ ਨੇ ਥੀਏਟਰ ਪਰ ਥੀਏਟਰ ਨੇ, ਉਹ ਤਾਂ ਫਿਰ ਇਹਨੂੰ ਬਹੁਤ ਉੱਪਰ ਬੁਲੰਦੀ ਤੱਕ ਲੈ ਗਏ। ਲੇਕਿਨ ਉਹ ਜਿਹੜੀ ਆਡੀਅנס ਸੀ, ਲਿਸਟ ਸੀ, ਉਹ ਸਾਰੇ ਗਰੁੱਪਾਂ ਕੋਲ ਚੱਲਦੀ ਰਹੀ। ਉਸ ਗੱਲ ਦਾ ਮੈਨੂੰ ਹਮੇਸ਼ਾ ਮਾਣ ਮਹਿਸੂਸ ਕਰਦਾ ਹੁੰਦਾ ਵੀ ਉਹ ਇੱਕ ਆਡੀਅנס ਸਾਹਿਬ ਇਹ ਤੇ ਬਹੁਤ ਅੱਛੇ ਯਾਨੀ ਮੈਨੇਜਮੈਂਟ ਵਾਲੇ ਸਾਰੇ ਕੰਮ ਤੁਸੀਂ ਆਰੰਭ ਲੈ, ਤੁਸੀਂ ਨਾਟਕ ਲਿਖ ਲੈ, ਡਾਇਰੈਕਸ਼ਨ ਕਰ ਲਈ, ਅਦਾਕਾਰੀ ਵੀ ਕਰਨ ਲੱਗ ਪਏ। ਮੈਂ ਇਹ ਜਾਣਨਾ ਚਾਹੁੰਦਾ ਕਿ ਜਦੋਂ ਆਲੇ ਦੁਆਲੇ ਹੋਰ ਵੀ ਇੰਨਾ ਕੰਮ ਹੋ ਰਿਹਾ ਸੀ ਰੰਗਮੰਚ ਦਾ, ਤੁਸੀਂ ਆਪਣੇ ਰੰਗਮੰਚ ਦੇ ਇਸ ਸਾਰੇ ਪੜਾਅ ਨੂੰ, ਇਹ ਜਿਹੜੀ ਤੁਹਾਡੀ ਸਿਰਜਣਾ ਸੀ, ਉਹ ਦੂਜੇ ਕੰਮ ਤੋਂ ਅਲੱਗ ਕਿਵੇਂ ਦੇਖਦੇ ਹੋ ਕਿ ਮੈਂ ਆਹ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ? ਜੀ 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 ਮੈਂ ਸਮਝਦਾ ਕਿ ਜਿਹੜੀ ਜਦੋਂ ਮੈਂ ਆਪਣੇ ਆਪ ਨੂੰ ਜੱਜ ਕਰਦਾ, ਆਪਣੇ ਆਪ ਨੂੰ ਮੈਂ ਆਪਣਾ ਐਨਾਲਿਸਿਸ ਜਦੋਂ ਮੈਂ ਕਰਦਾ ਕਿ ਮੇਰੇ ਕੋਲ ਡਿਫਰੈਂਟ ਕੀ ਹੈ, ਤਾਂ ਮੈਂ ਨਾ ਬਹੁਤ ਹਿਊਮਿਲਿਟੀ ਨਾਲ, ਬੜੀ ਨਿਮਰਤਾ ਨਾਲ ਇਸ ਚੀਜ਼ ਨੂੰ ਮੈਂ ਮੰਨਦਾ ਕਿ ਜਿਹੜੀ ਗੁਰਸ਼ਰਨ ਭਾਜੀ ਵਾਲੀ ਜਿਹੜੀ ਸਪਿਰਿਟ ਹੈ, ਉਹਦਾ ਕੁਝ ਅੰਸ਼ ਮੇਰੇ ਕੋਲ ਹੈ, ਪਰ ਉਹ ਜਿਹੜੀ ਇੱਕ ਪਰਸੋਨਾ ਐਡਾ ਵੱਡਾ, ਉਹਦੀ ਮੈਂ ਕਾਪੀ ਨਹੀਂ ਕਰ ਸਕਦਾ। ਮੇਰੇ ਕੋਲ ਡਾਕਟਰ ਆਤਮਜੀਤ ਵਾਲੀ ਦਾਰਸ਼ਨਿਕਤਾ ਦਾ ਕੁਝ ਅੰਸ਼ ਹੈਗਾ, ਪਰ ਉਹ ਜਿੱਡੀ ਵੱਡੀ ਦਾਰਸ਼ਨਿਕਤਾ ਉਹ ਹੈ, ਸ਼ਾਇਦ ਮੈਂ ਉਹ ਨਹੀਂ ਹੈ। ਅਜਮੇਰ ਔਲਖ ਦਾ ਜਿਹੜਾ ਲੈਂਗੁਏਜ ਦੇ ਉੱਤੇ ਬਹੁਤ ਵੱਡੀ ਪਕੜ ਹੈ, ਉਹਦਾ ਕੁਝ ਫੈਕਟਰ ਮੇਰੇ ਕੋਲ ਹੈਗਾ ਹੈ, ਪਰ ਉਹ ਨਹੀਂ ਹੈ। ਕੇਵਲ ਧਾਲੀਵਾਲ ਕੋਲ ਜਿਹੜੀ ਤਕਨੀਕੀ ਰਿਚਨੈਸ ਹੈ, ਮੈਂ ਉਹ ਸਿੱਖ ਸਕਦਾ, ਪਰ ਜਿਹੜਾ ਉਹ ਇੱਕ ਪੱਧਰ ਹੈ ਕਿ ਜੇ ਮੈਂ ਕਹਾਂ ਕਿ ਮੈਂ ਉਸ ਪੱਧਰ ਨੂੰ ਕਾਪੀ ਕਰਨਾ, ਤਾਂ ਮੈਂ ਕਿਤੇ ਨਾ ਕਿਤੇ ਲੜਖੜਾ ਜਾਊਂਗਾ। ਇਹ ਸਾਰੇ ਕੁਝ ਦੇ ਵਿੱਚੋਂ ਮੈਂ ਤਾਕਤ ਆਪਣੀ, ਭਾਜੀ ਕਿੱਥੇ ਮੈਂ ਆਪਣੀ ਤਾਕਤ ਸਮਝੀ, ਉਹ ਇਹ ਸਮਝੀ ਕਿ ਤੁਸੀਂ ਦੇਖਿਆ ਹੋਣਾ ਕਿ 2014-15 ਤੋਂ ਬਾਅਦ ਜਿਹੜੇ ਮੈਂ ਨਾਟਕ ਲਿਖਣੇ ਸ਼ੁਰੂ ਕੀਤੇ, ਜਿਨ੍ਹਾਂ ਨਾਟਕਾਂ ਨੇ ਫਿਰ ਮੈਨੂੰ ਇੱਕ ਬਤੌਰ ਨਾਟਕਕਾਰ ਪਹਿਚਾਣ ਵੀ ਦਿੱਤੀ, ਜ਼ਿਆਦਾ ਨਾਟਕ ਸੰਘਣੇ ਵੀ ਹੁੰਦੇ ਗਏ। ਜਿਵੇਂ ਤੁਸੀਂ ਕਹਿੰਦੇ ਹੁੰਦੇ ਸੀ ਕਿ ਨਾਟਕ ਪਹਿਲੇ 1 ਲਕੀਰੀ, ਫਿਰ 2 ਲਕੀਰੀ, ਹੁਣ ਤੇਰੇ ਨਾਟਕ 3 ਲਕੀਰੀ 4 ਲਕੀਰੀ ਹੋਣੇ ਸ਼ੁਰੂ ਹੋਏ ਆ। ਉਹ ਮੈਂ ਸਮਝਿਆ ਕਿ ਮੇਰੀ ਪਕੜ ਜ਼ਿਆਦਾ ਕਿਸ ਚੀਜ਼ ਦੇ ਉੱਤੇ ਹੈ ਕਿ ਮੈਂ ਉਹਨਾਂ ਸਬਜੈਕਟਸ ਨੂੰ ਕਿਤੇ ਮੈਂ ਰੰਗਮੰਚ ਦੇ ਵਿੱਚ ਕਿਤੇ ਲੈ ਕੇ ਆਵਾਂ, ਕਿ ਤਾਂ ਕਿ ਮੈਂ ਉਹਨਾਂ ਨੂੰ ਬੜੇ ਕੰਪਲੈਕਸ ਤਰੀਕੇ ਨਾਲ ਉਹਨਾਂ ਦੀ ਗੁੰਝਲਾਂ ਨੂੰ ਪਕੜ ਸਕਾਂ। ਤੇ ਮੈਨੂੰ ਲੱਗਾ ਕਿ ਮੈਂ ਬਹੁਤ ਸਾਰੇ ਨਾਟਕ ਇਹੋ ਜਿਹੇ ਕੀਤੇ ਜਿਹਦੇ ਵਿੱਚ ਮੈਂ ਪੰਜਾਬ ਦਾ ਜਿਹੜਾ ਪਿੰਡਾਂ ਦਾ ਦਲਿਤ ਵਾਲਾ ਇਸ਼ੂ ਹੈ, ਉਹਨੂੰ ਮੈਂ ਕਿੰਨੇ ਸਾਰੇ ਨਾਟਕਾਂ ਵਿੱਚ ਹੀ ਲੈ ਕੇ ਆਇਆ। ਹੁਣ ਵੀ ਮੈਂ ਇੱਕ ਸਕ੍ਰਿਪਟ ਲਿਖ ਰਿਹਾ, ਟੁੰਡੇ ਅਧੀਏ ਪਊਗੀ, ਮੈਂ ਉਹਨਾਂ ਤੇ ਰਿਸਰਚ ਮੇਰੀ ਬਹੁਤ ਜ਼ਿਆਦਾ ਕੀਤੀ। ਉਹਦਾ ਕਾਰਨ ਇਹ ਸੀ ਕਿ ਜਦੋਂ ਅਸੀਂ ਜਿਹੜੇ ਤਿੰਨੋਂ ਹੀ ਭਰਾ ਸੀ, ਜਦੋਂ ਅਸੀਂ ਪਿੰਡ ਦੇ ਵਿੱਚ ਸੀਗੇ, ਪੜ੍ਹਦੇ ਸੀ, ਅਸੀਂ ਪੜ੍ਹਨ ਨੂੰ ਹੁਸ਼ਿਆਰ ਸੀ, ਸਾਡੀਆਂ ਦੋਸਤੀਆਂ ਸਾਰਿਆਂ ਦੀਆਂ, ਤਿੰਨੇ ਭਰਾਵਾਂ ਦੀਆਂ ਵਿਹੜਿਆਂ ਵਾਲਿਆਂ ਚ ਹੁੰਦੀਆਂ ਸੀ। ਸਾਡੇ ਕੋਈ ਜੱਟ ਮੁੰਡੇ ਦੋਸਤ ਹੁੰਦੇ ਸੀ, ਪਰ ਉਦਾਂ ਨਹੀਂ ਸੀ ਹੁੰਦੇ ਵੀ ਜਿਹਨਾਂ ਨਾਲ ਤੁਹਾਡਾ ਡੇਲੀ ਉੱਠਣਾ ਬੈਠਣਾ ਹੋਵੇ। ਉਹਦਾ ਕਾਰਨ ਇਹੀ ਸੀਗਾ ਕਿ ਬਹੁਤ ਸਾਰੇ ਜੱਟ ਘਰਾਂ ਦੇ ਮੁੰਡੇ ਨੂੰ ਆਉਂਦਾ ਸੀ, ਆਪਾਂ ਪੜ੍ਹ ਕੇ ਕੀ ਲੈਣਾ, ਬਹੁਤਾ ਜ਼ਮੀਨ ਹੈਗੀ ਹੈ, ਕੋਈ ਗੱਲ ਨਹੀਂ, ਖੇਤੀ ਕਰੀ ਜਾਵਾਂਗੇ। ਉਹਨਾਂ ਮੁੰਡਿਆਂ ਨੂੰ ਪਤਾ ਹੁੰਦਾ ਸੀ ਜੇ ਪੜਾਂਗੇ ਤਾਂ ਕੁਝ ਬਣ ਜਾਾਂਗੇ, ਨਹੀਂ ਤਾਂ ਰੁੜ ਜਾਾਂਗੇ। ਸੋ ਪੜ੍ਹਾਈ ਕਰਕੇ ਸਾਡੀ ਕਿਤੇ ਸਾਂਝ ਬਣੀ ਹੋਈ ਸੀ, ਤੇ ਉੱਥੇ ਨਾ ਆਉਣਾ ਜਾਣਾ ਬਹੁਤ ਸੀ। ਉਦੋਂ ਮੈਨੂੰ ਬਹੁਤੀ ਸਮਝ ਨਹੀਂ ਸੀ ਆਉਂਦੀ ਛੋਟੇ ਹੁੰਦਿਆਂ। ਬਾਅਦ ਚ ਵੱਡੇ ਹੋ ਕੇ ਚੀਜ਼ਾਂ ਦੀ ਸਮਝ ਆਈ ਕਿ ਜਦੋਂ ਦਲਿਤ ਫੈਮਿਲੀ ਦੇ ਵਿੱਚ ਕਿਸੇ ਮੁੰਡੇ ਦਾ ਵਿਆਹ ਹੁੰਦਾ ਸੀ, ਵਿਆਹ ਤੋਂ ਬਾਅਦ ਜਿਹੜੇ ਜੱਟ ਮੁੰਡੇ ਹੁੰਦੇ ਸੀ, ਉਹ ਬੈਠ ਕੇ ਨਾ ਮਸ਼ਗੂਲੇ ਕਰਦੇ ਹੁੰਦੇ ਸੀ, ਟਿਚਰਾਂ ਕਰਦੇ ਹੁੰਦੇ ਕਿ ਸਾਲੇ ਨੇ ਪਰਸੋਂ ਆਪਣੀ ਘਰ ਵਾਲੀ ਕੁੱਟਤੀ, ਬਾਂਸ ਨਾਲ ਕੁੱਟਦੀ, ਕਿਸੇ ਨੇ ਕਹਿਣਾ ਫੌੜੇ ਨਾਲ ਕੁੱਟਤੀ, ਇਹਨਾਂ ਨੂੰ ਸਾਲੇ ਨੂੰ ਅਕਲ ਨਹੀਂ, ਇਹਨਾਂ ਨੂੰ ਸਾਲਿਆਂ ਨੂੰ ਜਿਉਣਾ ਨਹੀਂ ਆਉਂਦਾ, ਸਾਲਿਆਂ ਤੋਂ ਪਚਾ ਨਹੀਂ ਹੋਈ 2 ਘੁੱਟ ਪੀ ਕੇ। ਉਦੋਂ ਮੈਂ ਵੀ ਹੱਸ ਲੈਂਦਾ ਸੀ। ਬਾਅਦ ਚ ਸਮਝ ਆਈ ਕਿ ਯਾਰ ਉਹ ਜਿਹੜੀ ਜ਼ਿੰਦਗੀ ਉਹ ਜੀ ਰਹੇ ਨੇ, ਉਸ ਜ਼ਿੰਦਗੀ 'ਚ ਤਾਂ ਫੌੜੇ ਹੀ ਚੱਲਣਗੇ, ਉਸ ਜ਼ਿੰਦਗੀ 'ਚ ਤਾਂ ਹੀ ਕੋਈ ਚੱਲੇਗਾ। 10-12 ਫੁੱਟ ਦਾ ਕਮਰਾ ਹੈ ਤੁਹਾਡੇ ਕੋਲ, ਉੱਥੇ ਤੁਹਾਡੀ ਮਾਂ ਸੁੱਤੀ ਪਈ ਹੈ, ਉੱਥੇ ਤੁਹਾਡਾ ਪਿਓ ਸੁੱਤਾ ਪਿਆ, ਉੱਥੇ ਹੀ ਮੱਝ ਬੰਨੀ ਹੋਈ ਹੈ, ਉੱਥੇ ਤੁਸੀਂ ਨਵੇਂ ਵਿਆਹੇ ਜੋੜੇ ਤੁਸੀਂ ਪਏ ਹੋ, ਤੁਹਾਡੀਆਂ ਸਰੀਰਕ ਮਾਨਸਿਕ ਲੋੜਾਂ ਵੀ ਨੇ, ਤੁਸੀਂ ਉੱਥੇ ਹੀ ਸਾਰਾ ਕੁਝ ਹੋ ਰਿਹਾ। ਕਿਸੇ ਨੇ ਪੱਲੀ ਤਾਣੀ ਹੋਈ ਹੈ, ਕਿਸੇ ਨੇ ਕੋਈ ਚਾਦਰ ਤਾਣੀ ਹੋਈ ਹੈ, ਕਿਸੇ ਨੇ ਮੰਜਾ ਖੜਾ ਕੀਤਾ ਹੋਇਆ, ਤੇ ਉਸ ਘੁਟਨ ਭਰੇ ਮਾਹੌਲ ਦੇ ਵਿੱਚ ਕੁੱਟ-ਕਟਾਪਾ ਨਹੀਂ ਹੋਏਗਾ ਤਾਂ ਕੀ ਹੋਏਗਾ? ਉਹ ਫਿਰ ਮੈਨੂੰ ਲੱਗਾ ਕਿ ਯਾਰ ਆਹ ਤਾਂ ਕੋਈ ਜ਼ਿੰਦਗੀ ਨਾ ਹੋਈ, ਇਹ ਤਾਂ ਕੋਈ ਢੰਗ ਤਰੀਕਾ ਨਾ ਹੋਇਆ। ਫਿਰ ਉਹਨੂੰ ਮੈਂ ਆਪਣੇ ਨਾਟਕਾਂ 'ਚ ਆਗ ਲਵਕੜੀ ਪਾ ਸੱਜਣਾ ਦੇ ਵਿੱਚ ਵੀ ਲੈ ਕੇ ਆਇਆ, ਹੋਰ ਨਾਟਕ ਦੇ ਵਿੱਚ ਵੀ ਲੈ ਕੇ ਆਇਆ। ਜਿਹੜਾ ਜ਼ਖਮੀ ਖੰਭਾਂ ਦੀ ਪ੍ਰਵਾਜ਼ ਮੈਂ ਨਾਟਕ ਕੀਤਾ, ਕਾਫੀ ਪੰਜਾਬ ਦੇ ਵਿੱਚ ਹੋਇਆ, ਯੂਥ ਫੈਸਟੀਵਲ ਦੇ ਵਿੱਚ ਵੀ, ਉਹਦੇ 'ਚ ਵੀ ਇਸ ਸਬਜੈਕਟਸ ਨੂੰ ਲੈ ਕੇ ਆਇਆ ਕਿ ਉਹ ਚੀਜ਼ਾਂ ਨੂੰ ਮੈਂ ਪਕੜ ਸਕਾਂ। ਫਿਰ ਮੈਂ ਜਦੋਂ ਸੰਮਾਂ ਵਾਲੀ ਡਾਂਗ ਨਾਟਕ ਕੀਤਾ, ਤਾਂ ਮੈਨੂੰ ਲੱਗਾ ਕਿ ਐਜ਼ ਐਨ ਐਕਟਰ ਜਿਹੜੀ ਮੇਰੀ ਇੱਕ ਕੈਪੇਬਿਲਿਟੀ ਹੈ, ਜਿਹੜੀ ਮੇਰੀ ਇੱਕ ਸਮਰੱਥਾ ਹੈ, ਜਦੋਂ ਸਾਰੇ ਕਹਿੰਦੇ ਕਿ ਯੂ ਆਰ ਐਨ ਐਕਸਟਰਾਆਰਡੀਨਰੀ ਐਕਟਰ, ਤੇ ਮੈਨੂੰ ਲੱਗਾ ਕਿ ਮੈਂ ਉਹਨੂੰ ਕਿਉਂ ਨਾ ਹੁਣ ਇਸਤੇਮਾਲ ਕਰਾਂ ਬਹੁਤ ਬਿਹਤਰ ਤਰੀਕੇ ਨਾਲ। ਤੇ ਜਿਹੜੇ ਮੇਰੇ ਕੋਲ ਸਬਜੈਕਟਸ ਪਏ ਨੇ, ਉਹਨਾਂ ਨੂੰ ਮੈਂ ਲੈ ਕੇ ਆਵਾਂ, ਦੋਨਾਂ ਦਾ ਬਲੈਂਡ ਸਿਰਜਾਂ, ਫਿਰ ਉਹਨੂੰ ਮੈਂ ਤਾਕਤ ਬਣਾਣੀ ਆਪਣੀ। ਸਾਹਿਬ ਮੈਂ ਇੱਥੇ ਤੁਹਾਡੀ ਗੱਲ ਨੂੰ ਰੋਕ ਰਿਹਾ ਵਾਂ। ਮੈਨੂੰ ਇਹ ਦੱਸੋ ਕਿ ਜਿਹੜੀ ਤੁਸੀਂ ਐਜ਼ ਐਨ ਐਕਟਰ ਵਾਲੀ ਗੱਲ ਕਰ ਰਹੇ ਹੋ, ਤੇ ਅਸੀਂ ਵੀ ਕਹਿੰਦੇ ਹਾਂ ਸਾਹਿਬ ਸਿੰਘ ਅਦਾਕਾਰ ਹੈ, ਅਦਾਕਾਰ ਬਿਹਤਰੀਨ, ਤੁਹਾਡੇ ਗਰੁੱਪ ਦਾ ਨਾਮ ਵੀ ਅਦਾਕਾਰ ਮੰਚ ਹੈ ਨਾ, ਅਦਾਕਾਰ ਉੱਤੇ ਪਹਿਲਾਂ ਆਉਂਦਾ। ਹੁਣ ਜਦੋਂ ਤੁਸੀਂ ਇਸ ਪੜਾਅ ਦੇ ਉੱਤੇ ਹੋ ਕਿ ਤੁਸੀਂ ਅੱਛੇ ਨਾਟਕ ਵੀ ਲਿਖ ਲਏ, ਡਾਇਰੈਕਸ਼ਨ ਵੀ ਦੇ ਲਈ, ਅਦਾਕਾਰੀ ਵੀ ਕਰ ਲਈ, ਫਿਰ ਕਿਹੜੀ ਚੀਜ਼ ਨੂੰ ਪ੍ਰਾਥਮਿਕਤਾ ਦੇ ਉੱਤੇ ਸਮਝਦੇ ਹੋ ਕਿ ਮੈਂ ਅਜੇ ਵੀ ਅਦਾਕਾਰ
ਪਹਿਲੇ ਨੰਬਰ ਤੇ ਆ, ਹਾਲੇ ਕਿ ਇਹ 'ਚ ਨੰਬਰ ਨਹੀਂ ਦਿੱਤੇ ਜਾ ਸਕਦੇ ਹੁੰਦੇ, ਪਰ ਉਸਦੇ ਬਾਵਜੂਦ ਵੀ ਕਿਤੇ ਲੱਗਦਾ ਹੁੰਦਾ ਕਿ ਆਈ ਐਮ ਸੈਟੀਸਫਾਈਡ ਵਿਦ ਦਿਸ, ਕਿ ਇਹ ਚੀਜ਼ ਜਿਹੜੀ ਹੈ ਇਹਦੇ ਵਿੱਚ ਮੈਂ ਜ਼ਿਆਦਾ ਕੰਫਰਟੇਬਲ, ਕਿ ਇਹ ਮੈਂ ਚਾਹੁੰਦਾ ਜੇ ਬਾਕੀ ਕੰਮ ਛੁੱਟ ਵੀ ਜਾਣ ਤੇ ਇਹ ਜ਼ਰੂਰ ਰਹਿ ਜਾਏ। ਮੈਨੂੰ ਮੈਨੂੰ ਹੁਣ ਇਸ ਸਟੇਜ ਦੇ ਉੱਤੇ ਇਹ ਮਹਿਸੂਸ ਹੁੰਦਾ ਕਿ ਜਿਹੜਾ ਮੇਰਾ ਨਾਟਕਕਾਰੀ ਵਾਲਾ ਜਿਹੜਾ ਗੁਣ ਹੈ, ਜਿਹੜਾ ਲਿਖਣ ਵਾਲਾ ਗੁਣ ਹੈ, ਉਹ ਮੈਨੂੰ ਲੱਗਦਾ ਕਿ ਆਈ ਐਮ ਬੈਸਟ ਕੰਫਰਟੇਬਲ ਉਸ ਚੀਜ਼ ਨਾਲ ਹੈ, ਕਿਉਂਕਿ ਮੇਰੇ ਕੋਲ ਬਹੁਤ ਲੰਬੀ ਲਿਸਟ ਹੈ ਜਿਹਨਾਂ ਸਬਜੈਕਟਸ ਉੱਤੇ ਮੈਂ ਨਾਟਕ ਲਿਖਣੇ ਚਾਹਨਾ ਔਰ ਗੁੰਝਲਦਾਰ ਨਾਟਕ ਲਿਖਣਾ ਚਾਹਨਾ, ਉਹਦੀਆਂ ਡਾਇਮੈਂਸ਼ਨਸ ਨੂੰ ਪਕੜ, ਜਿਹੜਾ ਕਿ ਮੈਨੂੰ ਹੌਲੀ ਹੌਲੀ ਕਰਾਫਟ ਪੱਲੇ ਪਿਆ ਕਿ ਨਾਟਕ ਦਾ ਕਰਾਫਟ ਕਿਵੇਂ ਉਹਨੂੰ ਗੁੰਝਲ ਬਣਾਈਦਾ, ਕਿਵੇਂ ਉਹਨੂੰ ਵੀਵ ਕਰੀਦਾ। ਤੇ ਐਕਟਰ ਦੇ ਤੌਰ ਤੇ ਮੈਂ ਹਮੇਸ਼ਾ ਹੀ ਕਹਿੰਦਾ ਕਿ ਐਕਟਰ ਜਿਹੜਾ ਹੈਗਾ, ਮੈਂ ਐਕਟਰ ਦੇ ਤੌਰ ਤੇ ਮੈਂ ਕੋਸ਼ਿਸ਼ ਇਹ ਕਰਦਾ ਹੁੰਦਾ ਮੈਂ ਕਿਸੇ ਹੋਰ ਡਾਇਰੈਕਟਰ ਕੋਲ ਐਕਟ ਕਰਾਂ, ਉੱਥੇ ਮੈਂ ਜ਼ਿਆਦਾ ਕੰਫਰਟੇਬਲ ਫੀਲ ਕਰਦਾ। ਜਦੋਂ ਕਿਸੇ ਹੋਰ ਡਾਇਰੈਕਟਰ ਕੋਲ ਮੈਂ ਈਜ਼ੀ ਫੀਲ ਕਰਦਾ, ਮੈਨੂੰ ਲੱਗਦਾ ਐਜ਼ ਐਨ ਐਕਟਰ ਹੀ ਮੇਰੀਆਂ ਸਾਰੀਆਂ ਰਿਸਪੌਂਸਿਬਿਲਿਟੀਜ਼ ਨੇ, ਬਾਕੀ ਰਿਸਪੌਂਸਿਬਿਲਿਟੀਜ਼ ਉਦੋਂ ਮੈਨੂੰ ਲੈਣ ਦੀ ਲੋੜ ਨਹੀਂ ਹੈ। ਤੇ ਮੈਂ ਤੁਹਾਨੂੰ ਮੈਂ ਕਹਿਣਾ ਵੀ ਹੁੰਦਾ ਕਿ ਜਦੋਂ ਮੈਂ ਤੁਹਾਡੇ ਕੋਲ ਨਾਟਕ ਕਰਨਾ ਨਾ, ਮੈਂ ਬਹੁਤ ਕੰਫਰਟੇਬਲ ਫੀਲ ਕਰਦਾ, ਚਾਹੇ ਕੋਈ ਹਰਿਆ ਬੂਟ ਰਹਿਓਰੀ ਕੀਤਾ, ਚਾਹੇ ਉਹ ਨੂਰਾ ਕੀਤਾ ਜਾਂ ਹੋਰ ਨਾਟਕ ਕੀਤੇ। ਪਰ ਭਾਈ ਇਹਨਾਂ ਤਿੰਨਾਂ ਨੂੰ ਮੈਂ ਐਜ਼ ਡਾਇਰੈਕਟਰ ਵੀ ਮੈਨੂੰ ਹੌਲੀ ਹੌਲੀ ਸਮਝ ਆਈ ਕਿ ਮੈਂ ਆਪਣਾ ਨਾਟਕ ਜਿੱਦਾਂ ਦਾ ਮੈਂ ਨਾਟਕ ਲਿਖਦਾ ਉਹਨੂੰ ਕਿੱਦਾਂ ਦੀ ਡਿਜ਼ਾਈਨਿੰਗ ਚਾਹੀਦੀ ਹੈ, ਉਹ ਵੀ ਮੇਰੇ ਦਿਮਾਗ ਦੇ ਵਿੱਚ ਹੌਲੀ ਹੌਲੀ ਕਲੈਰਿਟੀ ਆਣੀ ਸ਼ੁਰੂ ਹੋਈ। ਸੋ ਮੈਂ ਤਿੰਨਾਂ ਚੀਜ਼ਾਂ ਨੂੰ ਛੱਡਣ ਦੇ ਮੂਡ ਵਿੱਚ ਨਹੀਂ ਹਾਂ, ਮੈਂ ਤਿੰਨਾਂ ਚੀਜ਼ਾਂ ਨੂੰ ਕੋਈ ਨੰਬਰ ਵੀ ਦੇਣ ਦੇ ਮੂਡ ਵਿੱਚ ਨਹੀਂ ਹਾਂ। ਮੈਨੂੰ ਹਾਲੇ ਲੱਗਦਾ ਕਿ ਹਾਲੇ ਤਿੰਨੇ ਚੀਜ਼ਾਂ ਜਿਹੜੀਆਂ ਚੱਲਣਗੀਆਂ, ਪਰ ਮੈਨੂੰ ਇਹ ਲੱਗਦਾ ਕਿ ਜਦੋਂ ਮੈਂ ਕਿਤੇ ਏਜ ਦੇ ਕਿਤੇ ਇਹੋ ਜਿਹੇ ਪੜਾਅ ਤੇ ਆ ਜਾਵਾਂਗਾ ਜਿੱਥੇ ਮੇਰੀ ਜਿਹੜੀ ਫਿਜ਼ੀਕੈਲਿਟੀ ਹੈ, ਮੇਰੀ એનર્ਜੀ ਲੈਵਲ ਹੈ, ਫਿਜ਼ੀਕਲ ਲੈਵਲ ਦੇ ਉੱਤੇ ਜੇ ਕਿਤੇ ਘੱਟ ਵੀ ਹੋ ਜਾਏਗਾ, ਤਾਂ ਜਿਹੜੀ ਨਾਟਕਕਾਰੀ ਮੇਰੇ ਕੋਲ ਪਈ ਹੈ ਉਹ ਕਿਤੇ ਨਹੀਂ ਜਾਏਗੀ। ਉਹ ਮੈਨੂੰ ਲੱਗਦਾ ਕਿ ਆਖਰੀ ਸਾਹ ਤੱਕ ਮੇਰਾ ਸਾਥ ਦੇਗੀ। ਜਿਹੜਾ ਡਾਕਟਰ ਸਾਹਿਬ ਸਿੰਘ ਅਦਾਕਾਰ ਹੈ, ਅਦਾਕਾਰ ਯਾਨੀ ਇੰਨੇ ਸਾਰੇ ਨਾਟਕ ਕੀਤੇ ਤੁਸੀਂ, ਕੋਈ ਅਲੱਗ-ਅਲੱਗ ਡਾਇਮੈਂਸ਼ਨਸ 3-4 ਨਾਟਕਾਂ ਦੀਆਂ ਕੋਈ ਉਹ ਸਾਂਝੀਆਂ ਕਰੋ ਕਿ ਇਹਦੇ ਵਿੱਚ ਮੈਂ ਚਾਹੁੰਦਾ ਕਿ ਬਤੌਰ ਅਦਾਕਾਰ ਤੁਸੀਂ ਉਸ ਕਰੈਕਟਰ ਨੂੰ ਕਿਵੇਂ ਤਿਆਰ ਕੀਤਾ, ਉਹ ਜਿਹੜੀ ਅਦਾਕਾਰ ਦੀ ਤਿਆਰੀ ਹੁੰਦੀ ਹੈ ਵੀ ਇਸ ਨਾਟਕ ਦਾ ਆਹ ਕਰੈਕਟਰ ਸੀ ਤੇ ਇਹਦੇ ਲਈ ਮੈਨੂੰ ਆਹ ਕਰਨਾ ਪਿਆ, ਇਸ ਨਾਟਕ ਦਾ ਇਹ ਕਰੈਕਟਰ ਸੀ ਇਹਦੇ ਲਈ ਫਿਰ ਮੈਂ ਏਦਾਂ ਤਿਆਰੀ ਕੀਤੀ, ਔਰ ਉਹਦੇ ਲਈ ਮੈਂ ਕਿਸੇ ਕੋਲ ਪੁੱਛਿਆ ਜਾਂ ਦੱਸਿਆ ਜਾਂ ਕਿਸੇ ਕਿਤਾਬ ਚੋਂ ਪੜ੍ਹਿਆ ਜਾਂ ਡਾਇਰੈਕਟਰ ਨੂੰ ਫੋਲੋ ਕੀਤਾ ਜਾਂ ਮੈਂ ਆਲੇ ਦੁਆਲੇ ਚ ਕੋਈ ਕਰੈਕਟਰ ਲੱਭਿਆ। ਉਹ ਮੈਂ ਚਾਹੁੰਦਾ ਕਿ ਉਹ ਅਦਾਕਾਰ ਦੀ ਜਿਹੜੀ ਉਹ ਜਰਨੀ ਹੈ ਉਹ ਜ਼ਰਾ ਕੁਝ ਦੂਜਿਆਂ ਨਾਲ ਸਾਂਝੀ ਕਰੋ। ਹਾਂ ਬਿਲਕੁਲ, ਇਹ ਵੀ ਜਰਨੀ ਦੇ ਨਾ ਇਹੋ ਜਿਹੇ ਪੜਾਅ ਨੇ ਕਿ ਜਿਹੜਾ ਜਦੋਂ ਮੈਂ ਤਕਰੀਬਨ 1993-94 ਦੇ ਵਿੱਚ ਜਾਂ ਉਸ ਤੋਂ ਵੀ ਪਹਿਲਾਂ ਜਦੋਂ ਮੈਂ ਨਾਟਕ ਕਰਦਾ ਸੀ, ਉਦੋਂ ਇੱਕ ਸਿੰਪਲ ਇੱਕ ਪ੍ਰੋਸੀਜਰ ਮੇਰੇ ਮਾਈਂਡ ਦੇ ਵਿੱਚ ਹੁੰਦਾ ਸੀ ਕਿ ਸਕ੍ਰਿਪਟ ਪੜ੍ਹ ਲਈ ਹੈ, ਸਕ੍ਰਿਪਟ ਨੂੰ ਸਮਝ ਲਿਆ ਹੈ, ਕੈਰੈਕਟਰ ਦੇ ਡਾਇਲੌਗ ਚੰਗੀ ਤਰ੍ਹਾਂ ਲਰਨ ਕਰ ਲਏ, ਡਾਇਲੌਗਸ ਨੂੰ ਸਮਝ ਲਿਆ, ਕਿਉਂਕਿ ਡਾਇਲੌਗ ਨੂੰ ਸਮਝਣ ਵਿੱਚ ਮੈਨੂੰ ਕਦੇ ਕੋਈ ਤਕਲੀਫ ਨਹੀਂ ਸੀ ਹੁੰਦੀ ਵੀ ਉਹਨਾਂ ਦੇ ਅੰਦਰ ਛੁਪੇ ਹੋਏ ਜਿਹੜੇ ਅਰਥ ਨੇ, ਲਾਈਨਾਂ ਦੇ ਵਿੱਚ ਛੁਪੇ ਹੋਏ ਨੇ, ਉਹਨਾਂ ਨੂੰ ਪਕੜਨ ਦੇ ਵਿੱਚ ਮੈਨੂੰ ਕਦੇ ਕੋਈ ਤਕਲੀਫ ਨਹੀਂ ਹੋਈ। ਮੈਨੂੰ ਹੁੰਦਾ ਸੀ ਉਹ ਫੜ ਲਏ ਔਰ ਨਾਟਕ ਦੀ ਸਕ੍ਰਿਪਟ ਤੁਹਾਨੂੰ ਸਮਝ ਆ ਗਈ, ਤੁਸੀਂ ਉਹਨਾਂ ਚੀਜ਼ਾਂ ਨੂੰ ਕਰ ਸਕਦੇ ਹੋ। ਪਰ ਹੌਲੀ ਹੌਲੀ ਪੜਾਅ ਦਰ ਪੜਾਅ ਜਿਵੇਂ ਮੈਂ ਅੱਗੇ ਵੱਧਦਾ ਰਿਹਾ, ਮੈਂ ਹੋਰ ਅੰਦਰ ਖੁੱਬਦਾ ਗਿਆ, ਮੈਨੂੰ ਲੱਗਾ ਕਿ ਇਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸਮਝਣ ਦੀ ਲੋੜ ਹੈ। ਜਿਵੇਂ ਪਰਿੰਦੇ ਜਾਣ ਹੁਣ ਕਿੱਥੇ ਦਾ ਜਿਹੜਾ ਮੇਰਾ ਕਰੈਕਟਰ ਸੀ, ਕੇਰੂ 10 ਨੰਬਰੀਆ ਦਾ ਮੈਂ ਕਰਦਾ ਸੀ, ਉਹ ਜਦੋਂ ਮੈਂ ਕੀਤਾ ਤੇ ਮੈਂ ਆਪਣੇ ਮਨ ਦੇ ਵਿੱਚ ਇੱਕ ਡਿਜ਼ਾਈਨਿੰਗ ਬਣਾਈ ਕਿ ਬੰਦਾ 10 ਨੰਬਰੀਆ ਹੈ, ਬਦਮਾਸ਼ ਹੈ, ਲੋਕੀ ਉਸ ਤੋਂ ਡਰਦੇ ਨੇ, ਔਰਤਾਂ ਵੀ ਡਰਦੀਆਂ ਨੇ, ਬੰਦੇ ਵੀ ਡਰਦੇ ਨੇ, ਸਾਰਾ ਜਿਹੜਾ ਮੁਆਸ਼ਰਾ ਹੈ ਉਸ ਤੋਂ ਡਰਦਾ ਹੈ। ਤੇ ਜਿਹੜੀ ਉਹਦੀ ਫਸਟ ਐਂਟਰੀ 3-4 ਸੀਨ, ਜਦੋਂ ਤੱਕ ਉਹ ਸਾਊ ਇਨਸਾਨ ਨਹੀਂ ਬਣ ਜਾਂਦਾ, ਇੱਕ ਸਧਾਰਨ ਇਨਸਾਨ ਨਹੀਂ ਬਣ ਜਾਂਦਾ, ਤੇ ਉਹਦੀ ਜਿਹੜੀ ਬਾਡੀ ਲੈਂਗੁਏਜ ਹੋਣੀ ਚਾਹੀਦੀ ਬਹੁਤ ਆਕੜ ਵਾਲੀ ਹੋਣੀ ਚਾਹੀਦੀ ਹੈ, ਉਹਦੀ ਡਾਇਲੌਗ ਡਿਲੀਵਰੀ ਬਹੁਤ ਆਕੜ ਵਾਲੀ ਹੋਣੀ ਚਾਹੀਦੀ ਹੈ, ਉਹਦੀਆਂ ਆਈਜ਼ ਦੀ ਮੂਵਮੈਂਟ ਵੀ ਉਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਕੋਈ ਵੀ ਚੀਜ਼ ਜਿਹੜੀ ਹੋਵੇ ਆਕੜ ਦੇ ਵਿੱਚ ਰਵੇ, ਉਹ ਜਿੰਨਾ ਵੀ ਰਵੇ। ਤੇ ਜਦੋਂ ਟਰਾਂਸਫਾਰਮ ਹੋਵੇ ਤੇ ਉਹਦੀ ਬਾਡੀ ਲੈਂਗੁਏਜ ਵੀ ਥੋੜੀ ਜਿਹੀ ਟਰਾਂਸਫਾਰਮ ਹੋਵੇ, ਉਹਦੇ ਮੋਢੇ ਵੀ ਜਿਹੜੇ ਹੈਗੇ ਉਹ ਜ਼ਿਆਦਾ ਚੁੱਕੇ ਹੋਏ ਨਾ ਹੋਣ, ਉਹ ਥੋੜੇ ਜਿਹੇ ਸਧਾਰਨ ਬੰਦੇ ਦੇ ਮੋਢੇ ਕਦੇ ਝੁਕਦੇ ਵੀ ਨੇ, ਉਹ ਮੋਢੇ ਕਦੇ ਝੁਕਣ ਵੀ, ਕਦੀ ਉਹ ਸਿਰ ਥੱਲੇ ਨੂੰ ਵੀ ਕਰੇ, ਕਦੇ ਅੱਖਾਂ ਉਹਦੀਆਂ ਥੱਲੇ ਨੂੰ ਵੀ ਹੋਣ, ਉਹ ਮਾਈਲਡ ਟੋਨ ਦੇ ਵਿੱਚ ਵੀ ਕਦੇ ਗੱਲ ਕਰੇ, ਜੇ ਚੱਲੇ ਤਾਂ ਵੀ ਸਧਾਰਨ ਬੰਦੇ ਦੀ ਤਰ੍ਹਾਂ ਚੱਲੇ, ਤੇ ਜੇ ਉਹ ਰੋਵੇ ਜਜ਼ਬਾਤੀ ਹੋਵੇ। ਉਹ ਮੈਨੂੰ ਸੀਗਾ ਕਿ ਜੇ ਜਿਹੜਾ ਉਹਦਾ ਜਜ਼ਬਾਤ ਦਾ ਲੈਵਲ ਹੈ, ਜਜ਼ਬਾਤ ਦਾ ਲੈਵਲ ਵੀ ਉਹਦਾ ਗੁੱਸੇ ਤੋਂ, ਖਿਝ ਤੋਂ, ਜਜ਼ਬਾਤ ਦੇ ਵਿੱਚ ਇੱਕ ਅੰਤਿਮ ਡਿਸੀਜਨ ਤੱਕ ਜਿਹੜਾ ਪਹੁੰਚਣਾ, ਉਹਨੂੰ ਮੇਰੇ ਲਈ ਦ ਬੈਸਟ ਟੂਲ ਵਿਦ ਸਾਹਿਬ ਸਿੰਘ ਇਜ਼ ਕਿ ਕਰੈਕਟਰ ਨੂੰ ਇੰਟਰਨਲਾਈਜ਼ ਕਰ ਲਵਾਂ। ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ, ਮੈਂ ਕੋਈ ਕਿਸੇ ਡਿਪਾਰਟਮੈਂਟ ਦੀ ਟ੍ਰੇਨਿੰਗ ਨਹੀਂ ਲਈ ਹੋਈ ਜਿੱਥੋਂ ਮੈਂ ਕੋਈ ਟ੍ਰੇਨਿੰਗ ਟੂਲਸ ਨੂੰ ਕਮਾ ਕੇ ਆਹ ਟੂਲ ਮੈਂ ਇੱਥੇ ਯੂਜ਼ ਕਰ ਲਾਂਗਾ, ਆਹ ਟੂਲ ਮੈਂ ਇੱਥੇ ਯੂਜ਼ ਕਰ ਲਾਂਗਾ। ਹਾਂ, ਮੈਂ ਵੀ ਬਾਕੀ ਲੋਕਾਂ ਦੀ ਤਰ੍ਹਾਂ ਬ੍ਰੈਕਟ ਨੂੰ ਪੜ੍ਹਿਆ, ਸਟਾਂਸਲਵਸਕੀ ਨੂੰ ਪੜ੍ਹਿਆ, ਲੇਕਿਨ ਮੈਂ ਸਿਰਫ ਪੜ੍ਹਿਆ, ਕਿਸੇ ਟੀਚਰ ਤੋਂ ਮੈਂ ਟ੍ਰੇਨਿੰਗ ਨਹੀਂ ਲਈ। ਮੇਰੇ ਲਈ ਬੈਸਟ ਕੈਰੈਕਟਰ ਨੂੰ ਹੰਡਾਉਣ ਦਾ ਇਹ ਸੀ ਇੰਟਰਨਲਾਈਜ਼ ਜਿੰਨਾ ਮੈਂ ਕਰ ਲਵਾਂ, ਜਿੰਨਾ ਮੈਂ ਸਾਹਿਬ ਸਿੰਘ ਨੂੰ ਕਿੱਲ ਕਰ ਦੇਵਾਂ, ਸਾਹਿਬ ਸਿੰਘ ਮਰ ਕੇ ਉਹ ਗੰਡਾ ਸਿੰਘ ਬਣ ਜਾਵੇ, ਉਹ ਕੇਰੂ ਬਣ ਜਾਵੇ, ਉਹ ਬਖਤਾਵਰ ਸਿੰਘ ਬਣ ਜਾਵੇ, ਉਹ ਸੇਠ ਬਣ ਜਾਵੇ, ਉਹ ਕੁਛ ਵੀ ਬਣ ਜਾਵੇ,
ਮੈਨੂੰ ਲੱਗਦਾ ਕਿ ਜਦੋਂ ਕੈਰੈਕਟਰ ਇੰਟਰਨਲਾਈਜ਼ ਹੋ ਗਿਆ, ਤੁਹਾਡੇ ਅੰਦਰ ਵਸ ਗਿਆ, ਤੇ ਫਿਰ ਕੈਰੈਕਟਰ ਨੇ ਐਕਟਿੰਗ ਆਪੇ ਕਰ ਲੈਣੀ ਹੈ, ਫਿਰ ਮੈਨੂੰ ਐਕਟਿੰਗ ਕਰਨ ਦੀ ਲੋੜ ਨਹੀਂ ਹੈ। ਜਦੋਂ ਉਸ ਤੋਂ ਬਾਅਦ ਦੇ ਪ੍ਰੋਸੈਸ ਵਿੱਚ ਮੈਂ ਪਿਆ, ਜਦੋਂ ਹੋਰ ਡਿਫਰੈਂਟ ਤਰੀਕੇ ਦੇ ਕੈਰੈਕਟਰਸ ਮੈਨੂੰ ਕਰਨ ਨੂੰ ਮਿਲੇ, ਜਿਵੇਂ ਮੈਂ ਤੁਹਾਡੇ ਇੱਕ ਨਾਟਕ ਦੀ ਐਗਜ਼ਾਮਪਲ ਦਿੰਨਾ ਕਿ ਜਦੋਂ ਮੈਂ ਤਰਕਾਲਾ ਨਾਟਕ ਤੁਹਾਡੇ ਨਾਲ ਕੀਤਾ, ਤੇ ਜਦੋਂ ਪਹਿਲਾ ਨਾਟਕ ਕੀਤਾ, ਪਹਿਲੀ ਵਾਰੀ ਕੀਤਾ, ਤੇ ਗੋਗੀ ਦਾ ਕੈਰੈਕਟਰ ਸੀ। ਉਹ ਸਿੱਧੀ ਜਿਹੀ ਡਾਇਮੈਂਸ਼ਨ ਸੀ ਕਿ ਬਾਹਰ ਰਹਿੰਦਾ ਹੈ ਮੁੰਡਾ, ਉਹਦੀਆਂ ਆਪਣੀਆਂ ਪ੍ਰੋਬਲਮਸ ਨੇ, ਵਾਈਫ ਉਹਦੀ ਬਾਹਰਲੀ ਹੈ, ਉਹ ਨਹੀਂ ਰਹਿਣਾ ਚਾਹੁੰਦਾ, ਪੇਰੈਂਟਸ ਦੇ ਨਾਲ ਕਲੈਸ਼ ਹੈ, ਉੱਥੇ ਟੱਕਰ ਹੈ ਉਹਨਾਂ ਦੇ ਨਾਲ, ਉਹ ਇੰਡੀਅਨ ਸਿਸਟਮ ਨੂੰ ਠੀਕ ਨਹੀਂ ਸਮਝਦਾ। ਸੋ ਆਲਮੋਸਟ ਮੇਰੀ ਏਜ ਹੈ, ਜਿਸ ਏਜ ਦਾ ਮੈਂ ਆ, ਆਲਮੋਸਟ ਮੇਰਾ ਹੀ ਐਟੀਟਿਊਡ ਹੈ, ਆਲਮੋਸਟ ਮੇਰੇ ਵਾਲਾ ਹੀ ਮੈਨਰਿਜ਼ਮ ਹੈ ਸਾਰਾ। ਲੇਕਿਨ ਜਦੋਂ ਬਾਅਦ ਸ਼ੋਅ ਕੀਤਾ, ਤੁਸੀਂ ਮੈਨੂੰ ਕਿਹਾ ਕਿ ਨਹੀਂ ਹੁਣ ਤੂੰ ਉਹ ਬੁੱਢੇ ਵਾਲਾ ਰੋਲ ਕਰੇਗਾ, ਤੇ ਮੇਰੇ ਲਈ ਬੜਾ ਚੈਲੰਜਿੰਗ ਸੀ। ਮੈਂ ਤੁਹਾਨੂੰ ਉਹਦੀ ਵਾਕ ਬਾਰੇ ਪੁੱਛਦਾ ਸੀ ਕਿ ਭਾਜੀ ਇਹਦੀ ਵਾਕ ਕਿੱਦਾਂ ਦੀ ਹੋਣੀ ਚਾਹੀਦੀ ਹੈ, ਇਹਦਾ ਬੋਲਣ ਦਾ ਅੰਦਾਜ਼ ਕਿੱਦਾਂ ਦਾ ਹੋਣਾ ਚਾਹੀਦਾ, ਤੁਹਾਡੇ ਤੋਂ ਗਾਈਡੈਂਸ ਵੀ ਲੈਂਦਾ ਸੀ। ਲੇਕਿਨ ਜਦੋਂ ਤੁਸੀਂ 2-3 ਘੰਟੇ ਦੀ ਰਿਹਰਸਲ ਕਰਵਾ ਕੇ ਮੈਨੂੰ ਛੱਡ ਦਿੰਦੇ ਸੀ, ਕਿਉਂਕਿ ਇਹ ਫਾਇਦਾ ਇਹ ਹੁੰਦਾ ਸੀ ਕਿ ਉਦੋਂ ਮੈਂ ਕੋਈ ਹੋਰ ਕੰਮ ਨਹੀਂ ਸੀ ਕਰਨਾ ਹੁੰਦਾ, ਮੈਂ ਤੁਹਾਡੇ ਆਫਿਸ 'ਚ ਕਿਤੇ ਰਹਿੰਦਾ ਸੀ ਸ਼ਾਇਦ, ਉੱਥੇ ਕਮਰੇ ਦੇ ਵਿੱਚ, ਤੇ ਮੈਂ ਬਹੁਤ ਆਪਣੀ ਪ੍ਰੈਕਟਿਸ ਕਰਕੇ ਦੇਖਣੀ ਹੈ ਕਿ ਮੈਂ ਕਿਵੇਂ ਚੱਲਾਂਗਾ ਜਿਹਦੇ ਨਾਲ ਉਹਦੀ ਏਜ ਨਜ਼ਰ ਆਵੇ, ਮੈਂ ਕਿੱਦਾਂ ਬੋਲਾਂਗਾ ਕਿ ਉਹਦੀ ਏਜ ਨਜ਼ਰ ਆਵੇ। ਤੇ ਉਹ ਬਾਡੀ ਲੈਂਗੁਏਜ, ਤੁਹਾਡੀ ਵੌਇਸ, ਤੁਹਾਡੇ ਫੇਸ ਐਕਸਪ੍ਰੈਸ਼ਨਸ, ਤੁਹਾਡੇ ਟੋਟਲ ਟੋਟੈਲਿਟੀ, ਤੇ ਪਲੱਸ ਕੈਰੈਕਟਰ ਨੂੰ ਇੰਟਰਨਲਾਈਜ਼ ਕਰਨਾ ਮੇਰੇ ਲਈ ਸਭ ਤੋਂ ਬਿਹਤਰ ਰਹੀ ਹੈ। ਅੱਜ ਵੀ ਜਦੋਂ ਮੈਂ ਸੰਮਾਂ ਵਾਲੀ ਡਾਂਗ ਨਾਟਕ ਕਰਦਾ, ਜਦੋਂ ਮੈਂ ਆਡੀਅנס ਦੇ ਵਿੱਚੋਂ ਐਂਟਰੀ ਲੈਣਾ, ਜਦੋਂ ਮੈਂ ਫਸਟ ਐਂਟਰੀ ਲੈਣਾ, ਉਸ ਐਂਟਰੀ ਤੋਂ ਭਾਜੀ ਮੈਂ ਤਕਰੀਬਨ 10 ਮਿੰਟ ਪਹਿਲਾਂ ਮੇਰੇ ਨਾਲ ਚ ਕੋਈ ਗੱਲ ਕਰੇ ਤਾਂ ਮੈਂ ਖਿੱਚ ਜਾਂਦਾ। ਮੈਨੂੰ ਕਈ ਕਹਿ ਵੀ ਦਿੰਦੇ ਕਿ ਆ ਇੰਨਾ ਕਿਉਂ ਖਿੱਚ ਰਹੇ ਹੋ ਤੁਸੀਂ। ਮੈਂ ਕਿਹਾ ਨਹੀਂ ਪਲੀਜ਼, ਤੁਸੀਂ ਕਿਉਂ ਨਹੀਂ ਆਦਤ ਪਾ ਲੈਂਦੇ ਵੀ ਸਟਾਂਸਲਵਸਕੀ ਤਾਂ 6 ਘੰਟੇ ਕਹਿੰਦਾ, ਤੁਸੀਂ 10 ਮਿੰਟ ਵੀ ਨਹੀਂ ਦੇ ਸਕਦੇ, ਕਿਉਂ ਗੱਲਾਂ ਕਰੀ ਜਾ ਰਹੇ ਹੋ, ਮੈਨੂੰ ਛੱਡ ਦਿਓ। ਤੇ ਮੈਂ ਉਹ ਆਡੀਅנס ਦੇ ਪਿੱਛੇ ਕਿਤੇ ਖੜਾ ਹੁੰਨਾ, ਆਡੀਅנס ਬਹੁਤ ਸਾਰੀ ਜਾਣਦੀ ਵੀ ਹੁੰਦੀ ਹੈ ਪਹਿਲਾਂ ਹੀ, ਉਹ ਹੈਲੋ ਕਰਨ ਦੀ ਕੋਸ਼ਿਸ਼ ਕਰਦੇ, ਮੈਂ ਉਹਨੂੰ ਏਦਾਂ ਕਰਾ ਦੂੰ, ਪਾਸੇ ਹੋ ਜਾਓ, ਪਾਸੇ ਹੋ ਜਾਓ, ਨਾ ਮੈਨੂੰ ਹੁੰਦਾ ਕਿ ਮੈਂ ਇੰਟਰਨਲਾਈਜ਼ ਕਰ ਲਾਂ ਕੈਰੈਕਟਰ ਨੂੰ। ਤੇ ਕਈ ਵਾਰੀ ਮੈਂ ਬਹੁਤ ਐਗਰੈਸਿਵ ਐਂਟਰੀ ਲੈਣੀ ਹੋਵੇ ਤਾਂ ਮੈਨੂੰ ਵਿੰਗਸ ਦੇ ਵਿੱਚ ਮੈਨੂੰ ਘੁੰਮਦਿਆਂ ਵੀ ਦੇਖ ਸਕਦਾ ਕੋਈ, ਕਿ ਮੈਂ ਜਿਸ એનર્ਜੀ ਨਾਲ ਸਟੇਜ ਤੇ ਐਂਟਰ ਕਰਨਾ, ਤੇ ਮੈਂ ਉਹ એનર્ਜੀ ਆਪਣੇ ਅੰਦਰ ਲੈਣ ਲਈ, ਉਹ ਕਾਲ ਆਪਣੇ ਅੰਦਰ ਲੈਣ ਲਈ ਮੈਂ ਕਈ ਵਾਰੀ 3-4 ਗੇੜੇ ਵੀ ਮਾਰਨਾ ਤੇਜ਼। ਪਰ ਅੱਜ ਵੀ ਮੇਰੇ ਅੰਦਰ, ਸ਼ਾਇਦ ਮੇਰੀ ਇਕੁਐਲਿਟੀ ਕਹਿ ਜਾਂ ਕੁਝ ਵੀ ਕਹਿ ਲਓ, ਅੱਜ ਵੀ ਮੈਂ ਕੋਈ ਵੀ ਕੈਰੈਕਟਰ ਕਰਨ ਤੋਂ ਪਹਿਲਾਂ ਟੈਂਸ ਹੁੰਨਾ। ਅੱਜ ਵੀ ਜਦੋਂ ਮੈਂ ਸਟੇਜ ਉੱਤੇ ਜਾਣਾ, ਸ਼ੁਰੂ ਦੇ 1-1.5 ਮਿੰਟ ਮੇਰੇ ਹੱਥ ਕੰਬਦੇ ਨੇ। ਅੱਜ ਵੀ ਮੈਨੂੰ 1-1.5 ਮਿੰਟ ਲੱਗਦਾ ਆਪਣੀ ਬਾਡੀ ਨੂੰ ਬੈਲੈਂਸ ਕਰਨ ਦੇ ਵਿੱਚ, ਆਪਣੇ ਆਪ ਨੂੰ ਕੌਨਫੀਡੈਂਟ ਕਰਨ ਦੇ ਵਿੱਚ ਕਿ ਯੈਸ ਹੁਣ ਮੈਂ ਪਰਫਾਰਮ ਕਰ ਸਕਦਾ। ਮੈਨੂੰ ਲੱਗਦਾ ਉਹ ਡਰ ਮੈਂ ਕਈ ਵਾਰੀ ਸੋਚਿਆ ਕਿਸੇ ਤਰ੍ਹਾਂ ਨਿਕਲ ਜਾਵੇ, ਪਰ ਫਿਰ ਮੈਂ ਆਪ ਹੀ ਸੋਚਿਆ, ਮੈਂ 1-2 ਦੋਸਤਾਂ ਨੂੰ ਪੁੱਛਿਆ, ਮੈਂ ਇੱਕ ਵਾਰੀ ਨਵਨਿੰਦਰਾ ਮੈਮ ਨੂੰ ਵੀ ਪੁੱਛਿਆ, ਉਹ ਕਹਿੰਦੇ ਦਿਸ ਇਜ਼ ਗੁੱਡ ਫॉर ਯੂ, ਕਿ ਅਗਰ ਇਹ ਡਰ ਹੈਗਾ ਦੈਟ ਮੀਨਸ ਕਿ ਤੂੰ ਆਪਣੇ ਆਰਟ ਦੀ, ਆਪਣੇ ਕਰਾਫਟ ਦੀ ਰਿਸਪੈਕਟ ਕਰਦਾ, ਕਿ ਤੂੰ ਆਪਣੇ ਆਪ ਨੂੰ ਮਹਾਰਥੀ ਨਹੀਂ ਮੰਨ ਰਿਹਾ, ਤੂੰ ਇਹ ਨਹੀਂ ਮੰਨ ਰਿਹਾ ਕਿ ਮੈਂ ਮਹਾਰਥੀ ਹੋ ਗਿਆ, ਤੈਨੂੰ ਡਰ ਹੈ, ਤੈਨੂੰ ਸਟੇਜ ਦਾ ਫੀਅਰ ਹੈਗਾ, ਤੈਨੂੰ ਰਿਸਪੈਕਟ ਹੈ ਕਿ ਮੇਰੇ ਤੋਂ ਕੁਝ ਗਲਤ ਨਹੀਂ ਹੋਣਾ ਚਾਹੀਦਾ। ਉਹ ਚੀਜ਼ਾਂ ਮੈਨੂੰ ਕਿਤੇ ਫਾਇਦਾ ਕਰਦੀਆਂ। ਜਦੋਂ ਨੋਰਾ ਕੀਤਾ, ਉਹਦੇ ਵਿੱਚ ਇੰਨਾ ਜ਼ਿਆਦਾ ਕਰੈਕਟਰਾਈਜੇਸ਼ਨ ਤੇ ਵਰਕ ਹੋਇਆ, ਤੁਹਾਡੇ ਨਾਲ ਗੱਲਾਂ ਹੋਣੀਆਂ, ਤੁਹਾਡੇ ਨਾਲ ਜਦੋਂ ਨਾਟਕ ਤੋਂ ਬਾਅਦ ਕਿਤੇ ਬੈਠਣਾ, ਤੁਹਾਡੇ ਨਾਲ ਵੀ, ਤੁਹਾਨੂੰ ਵੀ ਪੁੱਛਣਾ ਕਿ ਆਹ ਕਰੈਕਟਰ ਕਿੱਦਾਂ ਦਾ ਹੋਣਾ ਚਾਹੀਦਾ, ਤੁਸੀਂ ਦੱਸਣਾ, ਆਪ ਵੀ ਸਟੱਡੀ ਕਰਨੀ, ਫਿਰ ਨਵਨਿੰਦਰਾ ਮੈਮ ਨੂੰ ਪੁੱਛਣਾ। ਫਿਰ ਮੈਂ ਉਸ ਨਾਟਕ ਬਾਰੇ ਇੱਕ ਖਾਸ ਗੱਲ ਭਾਜੀ ਤੁਹਾਡੇ ਨਾਲ ਕਰਨਾ ਚਾਹੁੰਦਾ ਵੀ ਮੈਂ ਕਿੰਨੀਆਂ ਸਾਰੀਆਂ ਡਿਸਕਸ਼ਨਸ ਤੁਹਾਡੇ ਨਾਲ ਤੇ ਨਵਨਿੰਦਰਾ ਮੈਮ ਨਾਲ ਕਰਨ ਤੋਂ ਬਾਅਦ ਮੈਂ ਇੱਕ ਦਿਨ ਸੋਚਿਆ ਕਿ ਹੁਣ ਮੈਂ ਸਾਹਿਬ ਸਿੰਘ ਨਾਲ ਬੈਠਣਾ ਚਾਹੀਦਾ ਮੈਨੂੰ, ਕਿ ਮੈਂ ਇਹਨਾਂ 2 ਮਹਾਰਥੀਆਂ ਨਾਲ ਬੈਠ ਲਿਆ, ਕਿਤੇ ਟੂ ਮੱਚ ਨਾ ਹੋ ਜਾਵੇ, ਹੁਣ ਮੈਂ ਆਪਣੇ ਆਪ ਨਾਲ ਬੈਠਾ। ਤੇ ਜਿੱਦਣ ਮੈਂ ਆਪਣੇ ਆਪ ਨਾਲ ਬੈਠਿਆ, ਮੈਂ ਬੈਠ ਕੇ ਇੱਕੋ ਡਿਸੀਜਨ ਲਿਆ ਕਿ ਸਾਹਿਬ ਸਿੰਘ, ਤੈਨੂੰ ਲੋਕੀ ਕਹਿੰਦੇ ਕਿ ਯੂ ਆਰ ਅ ਡੋਮੀਨੇਟਿੰਗ ਐਕਟਰ, ਜਦੋਂ ਤੂੰ ਸਟੇਜ ਤੇ ਆਣਾ ਤੂੰ ਸੀਨ ਖਾ ਜਾਣਾ ਜਾਂ ਤੂੰ ਡੋਮੀਨੇਟ ਕਰਦਾ ਵਕਤ ਨੂੰ, ਇੱਥੇ ਤੂੰ ਇਸ ਨਾਟਕ ਦੇ ਵਿੱਚ ਡੋਮੀਨੇਟ ਕਰਨ ਲਈ ਨਹੀਂ ਆਇਆ। ਜੇ ਤੂੰ ਡੋਮੀਨੇਟ ਕਰੇਗਾ ਤੂੰ ਨਾਟਕ ਨੂੰ ਖਰਾਬ ਕਰੇਗਾ। ਤੇਰੇ ਜਿੰਨੇ ਕੈਰੈਕਟਰਸ ਨੇ, ਉਹ ਸਾਰੇ ਕੈਰੈਕਟਰਸ ਦੀ ਬਾਕੀ ਚੀਜ਼ਾਂ ਤਾਂ ਡਿਫਰੈਂਟ ਹੋ ਸਕਦੀਆਂ, ਪਰ ਇੱਕ ਚੀਜ਼ ਸਾਂਝੀ ਹੈ ਕਿ ਉਹ ਸਾਰੇ ਹੀ ਨੋਰਾ ਦੇ ਪ੍ਰਸ਼ੰਸਕ ਨੇ, ਉਹ ਨੋਰਾ ਦੇ ਐਡਮਾਇਰਰ ਨੇ, ਐਂਡ ਨੋਰਾ ਤੋਂ ਉਹਨਾਂ ਦਾ ਲੈਵਲ ਡਾਊਨ ਹੈ, ਉਹ ਨੋਰਾ ਕੋਲ ਰਿਸਪੈਕਟ ਕਰਨ ਆਉਂਦੇ ਆ। ਸੋ ਇੱਕ ਤਾਂ ਇਹ ਗੱਲ ਮੈਂ ਆਪਣੇ ਜ਼ਿਹਨ 'ਚ ਕਰ ਲਈ ਕਿ ਜਿਹੜਾ ਵੀ ਕੈਰੈਕਟਰ ਆਏਗਾ ਉਹ ਨੋਰਾ ਤੋਂ ਥੱਲੇ ਰਹਿ ਕੇ ਆਏਗਾ। ਔਰ ਲਗਾਤਾਰ ਤੁਸੀਂ ਰਿਹਰਸਲਸ ਦੇ ਵਿੱਚ ਇੱਕ ਦਿਨ ਮਹਿਸੂਸ ਕੀਤਾ ਕਿ ਸਾਹਿਬ, ਮੈਂ ਅੱਜ ਮਹਿਸੂਸ ਕੀਤਾ ਕਿ ਮੈਂ ਲਗਾਤਾਰ ਆਈ ਕੈਪਟ ਸਟੇਅਰਿੰਗ ਐਟ ਨੋਰਾ, ਕਿ ਹੁੰਦਾ ਨਾ ਕਿ ਤੁਸੀਂ ਪ੍ਰਸ਼ੰਸਕ ਹੋ ਕਿਸੇ ਦੇ, ਤੁਹਾਨੂੰ ਕੋਈ ਐਪਰੀਸ਼ੀਏਟ ਕਰ ਰਹੇ ਤੁਸੀਂ ਕਿਸੇ ਨੂੰ, ਤੁਸੀਂ ਲਗਾਤਾਰ ਦੇਖਣ ਦੀ ਕੋਸ਼ਿਸ਼ ਕਰਦੇ ਕਿ ਮੈਨੂੰ ਲਗਾਤਾਰ ਦੇਖਦਾ ਰਵਾਂ। ਮੈਂ ਬੈਠਦਾ ਲਗਾਤਾਰ, ਮੈਂ ਨਵਨਿੰਦਰਾ ਮੈਮ ਵੱਲ ਨੂੰ ਦੇਖਣਾ ਸ਼ੁਰੂ ਕੀਤਾ। ਜਦੋਂ ਮੈਂ ਦੇਖਦਾ, ਮੈਂ ਉਹਨਾਂ ਦਾ ਮੈਨਰਿਜ਼ਮ ਜਦੋਂ ਮੈਂ ਦੇਖਦਾ, ਨੋਰਾ ਵਾਲਾ ਹੱਥ ਕੰਬ ਰਿਹਾ, ਉਹ ਕੀ ਕਰ ਰਹੇ ਆ, ਮੈਨੂੰ ਬੜੀ એનર્ਜੀ ਅੰਦਰੋਂ ਮਿਲਦੀ ਸੀ।
ਔਰ ਮੈਂ ਹੌਲੀ ਹੌਲੀ, ਕਿਉਂਕਿ ਮੇਰੇ ਲਈ ਇੱਕ ਮੁਸ਼ਕਲ ਇਹ ਸੀ ਕਿ ਸ਼ੁਰੂ ਦੇ 5 ਮਿੰਟ ਮੇਰੇ ਕੋਲ ਡਾਇਲੌਗ ਇੱਕ ਅੱਧਾ ਹੀ ਸੀ। ਮੈਂ ਸਿਰਫ ਇੱਥੋਂ ਉੱਠਣਾ ਉੱਥੇ ਜਾਣਾ, ਉੱਥੋਂ ਉੱਠਣਾ ਇੱਥੇ ਜਾਣਾ, ਇੱਥੋਂ ਉਹਨਾਂ ਨੂੰ ਫੜਿਆ ਉਠਾਣਾ। ਉਹ 5 ਮਿੰਟ ਮੇਰੇ ਲਈ, ਮੈਨੂੰ ਪਤਾ ਕਿੱਡੇ ਟਫ ਹੁੰਦੇ ਸੀਗੇ, ਜਦੋਂ ਕਿਉਂਕਿ ਡਾਇਲੌਗ ਬੋਲਣ ਦੀ ਆਦਤ ਪਈ ਹੋਈ ਹੈ। ਜਦੋਂ 3-4 ਡਾਇਲੌਗ ਮੈਂ ਬੋਲ ਲੈਂਦਾ ਸੀ, ਉਸ ਤੋਂ ਬਾਅਦ ਫਿਰ ਮੈਂ ਸ਼ਾਂਤ ਹੋ ਜਾਂਦਾ ਸੀ। ਸੋ ਸਾਰੇ ਕਰੈਕਟਰ, ਇੱਕ ਤਾਂ ਇਹ ਸੀ ਕਿ ਸਾਰੇ ਬੜੇ ਸ਼ਾਇਸਤਗੀ ਵਾਲੇ ਕਰੈਕਟਰ ਨੇ, ਤਹਿਜ਼ੀਬ ਵਾਲੇ ਕਰੈਕਟਰ ਨੇ, ਪੜ੍ਹੇ ਲਿਖੇ ਕਰੈਕਟਰ ਨੇ। ਪੜ੍ਹੇ ਲਿਖੇ ਕਰੈਕਟਰ ਦਾ ਕੈਰੀਕੇਚਰ ਬਣਾਉਣਾ ਬਹੁਤ ਔਖਾ। ਤੁਸੀਂ ਕਿਸੇ ਅਮਲੀ ਦਾ, ਸ਼ਰਾਬੀ ਦਾ, ਕਿਸੇ ਲੁੱਚੇ ਦਾ ਕੈਰੀਕੇਚਰ ਬਣਾ ਸਕਦੇ ਹੋ ਕਿ ਇਹ ਲੰਗ ਮਾਰ ਦੂ, ਇਹ ਐ ਕਰ ਦੂ, ਇਹ ਇਧਰ ਨੂੰ, ਉਹ ਕਰ ਨਹੀਂ ਸਕਦੇ ਇਦਾਂ ਦਾ। ਉਹ ਆਈਸੀ ਨੰਦਾ ਇਦਾਂ ਦੀ ਗੱਲ ਨਹੀਂ ਕਰ ਸਕਦਾ, ਫਿਲਿਪ ਇਦਾਂ ਦੀ ਗੱਲ ਨਹੀਂ ਕਰ ਸਕਦਾ। ਸਾਹਿਬ ਇਹ ਕਿਉਂਕਿ ਨਾਟਕ ਦੇ ਵਿੱਚ ਤੁਸੀਂ 10 ਕਰੈਕਟਰ ਲਗਭਗ ਕੀਤੇ ਸੀ ਨੋਰਾ ਦੇ ਵਿੱਚ, ਔਰ ਸਾਰੇ ਡਿਫਰੈਂਟ ਸੀਗੇ ਤੇ ਉਹ ਡਿਫਰੈਂਟ ਇੱਕ ਮੂਡ ਲੈ ਕੇ ਆਉਂਦੇ ਸੀ। ਇੱਕ ਅਦਾਕਾਰ ਦੇ ਰੰਗ ਸੀਗੇ। ਇੱਕ ਜਿਹੜਾ ਰੰਗ ਅਸੀਂ ਪਿਛਲੇ ਸਮੇਂ ਵਿੱਚ ਦੇਖਿਆ ਕਿ ਸਾਹਿਬ ਸਿੰਘ ਇੱਕ ਨਾਟਕਾਂ ਦੇ ਬਾਰੇ ਚ ਲਿਖਦਾ ਹੈ, ਰੰਗਮੰਚ ਦੇ ਬਾਰੇ ਚ ਲਿਖਦਾ ਹੈ, ਉਹ ਆਲੋਚਨਾ ਵਾਲਾ ਇਹ ਜਿਹੜਾ ਸਫ਼ਰ ਹੈ, ਇਹ ਕਿੱਦਾਂ ਲੱਗਾ ਵੀ ਮੈਂ ਇਸ ਤਰ੍ਹਾਂ ਲਿਖ ਸਕਦਾ ਵਾਂ? ਇਹ ਜਿਹੜਾ ਵੀ ਮੈਂ ਸਾਹਿਬ ਸਿੰਘ ਨਾਟਕ ਕਰ ਸਕਦਾ ਹੈ, ਨਾਟਕ ਲਿਖ ਸਕਦਾ ਹੈ, ਪਰ ਨਾਟਕ ਦੇ ਬਾਰੇ ਚ ਜਾਂ ਵੇਖੇ ਹੋਏ ਨਾਟਕ ਦੇ ਬਾਰੇ ਚ ਲਿਖਣਾ, ਪਰਫਾਰਮੈਂਸ ਬਾਰੇ ਲਿਖਣਾ ਜਾਂ ਛਪੇ ਹੋਏ ਨਾਟਕ ਬਾਰੇ ਲਿਖਣਾ, ਔਰ ਉਹ ਸੱਚਮੁੱਚ ਉਦਾਂ ਹੀ ਲਿਖਣਾ ਜਿੱਦਾਂ ਸਾਨੂੰ ਚਾਹੀਦਾ ਹੁੰਦਾ ਵੀ ਹਾਂ ਇਹ ਵਾਕਈ ਕਿਸੇ ਨੇ ਲਿਖਿਆ ਵਾ, ਥੀਏਟਰ ਵਾਲੇ ਬੰਦੇ ਨੇ, ਥੀਏਟਰ ਦੇ ਵਿੱਚ ਇਹਦੀ ਲੋੜ ਹੈ। ਇਹ ਕਿੱਦਾਂ ਲੱਗਾ ਵੀ ਮੈਂ ਹੁਣ ਆ ਵੀ ਕੰਮ ਕਰ ਲਵਾਂ? ਯੈਸ, ਮੈਂ ਭਾਈ ਹੋਰ ਕੋਈ ਕਰਦਾ ਨਹੀਂ ਸੀ ਪਿਆ ਵੀ ਉਹ ਕਰਨ, ਜਾਂ ਜਿਹੜੇ ਕਰਦੇ ਉਹ ਚੰਗਾ ਨਹੀਂ ਸੀ ਕਰਦੇ, ਫੇਰ ਲੱਗਾ ਸਾਹਿਬ ਨੂੰ ਮੈਂ ਕਰਾਂ? ਯੈਸ, ਮੈਂ ਇਹਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਡਾ ਇੱਕ ਥੈਂਕਸ ਜ਼ਰੂਰ ਕਰਨਾ ਚਾਹਨਾ ਕਿ ਤੁਸੀਂ ਜਿਹੜਾ ਇਹ ਮੇਰੇ ਵਾਸਤੇ ਬਹੁਤ ਵੱਡਾ ਕੰਪਲੀਮੈਂਟ ਹੈ, ਕਿ ਮੈਨੂੰ ਹਾਲੇ ਵੀ ਇਹ ਨਹੀਂ ਪਤਾ ਕਿ ਮੈਂ ਸੱਚੀ ਮੁੱਚੀ ਕੋਈ ਇਦਾਂ ਦਾ ਵੱਡਾ ਕੰਮ ਕਰ ਰਿਹਾ ਜਿਹਨੂੰ ਕੇਵਲ ਭਾਈ ਕਹਿ ਰਹੇ ਕਿ ਹਾਂ ਸੱਚੀ ਮੁੱਚੀ ਜਿੱਦਾਂ ਲਿਖਿਆ ਜਾਣਾ ਚਾਹੀਦਾ ਉਦਾਂ ਲਿਖਿਆ ਜਾ ਰਿਹਾ। ਇਹਦੇ ਲਈ ਮੈਂ ਪਹਿਲਾਂ ਤਾਂ ਤੁਹਾਡਾ ਥੈਂਕਸ ਕਰਦਾ, ਔਰ ਹੋਰ ਵੀ ਬਹੁਤ ਸਾਰੇ ਲੋਕ ਇਦਾਂ ਹੀ ਕਹਿ ਰਹੇ। ਸ਼ਾਇਦ ਇਹੀ ਕਾਰਨ ਹੈ, ਕਿਤੇ ਜਵਾਬ ਵੀ ਸ਼ਾਇਦ ਇਹਦੇ ਵਿੱਚ ਹੀ ਛੁਪਿਆ ਹੋਇਆ। ਮੈਂ ਕਿਸੇ ਵਾਹੀ ਹੋਈ ਲੀਕ ਨੂੰ ਮਿਟਾਉਣ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ। ਮੈਂ ਕਿਸੇ ਪਹਿਲਾਂ ਤੋਂ ਬਣੇ ਹੋਏ ਬਾਗ ਬਗੀਚੇ ਨੂੰ ਮਿਟਾ ਕੇ ਕੁਝ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਕਦੇ ਵੀ। ਮੈਨੂੰ ਹੁੰਦਾ ਜਿਨ੍ਹਾਂ ਦਾ ਮੁਕਾਮ ਬਣਿਆ ਹੋਇਆ, ਜਿਹੜੇ ਕ੍ਰਿਟਿਕ ਹੈਗੇ ਨੇ ਪਹਿਲਾਂ ਸਥਾਪਤ ਨੇ, ਜਿਨ੍ਹਾਂ ਕੋਲ ਕ੍ਰਿਟਿਸਿਜ਼ਮ ਦੀ ਭਾਸ਼ਾ ਵੀ ਹੈਗੀ ਹੈ, ਨਾਟਕ ਬਾਰੇ ਵੀ, ਥੀਏਟਰ ਬਾਰੇ ਵੀ, ਵਰਲਡ ਲਿਟਰੇਚਰ ਬਾਰੇ, ਦੇ ਆਰ ਆਲ ਓਕੇ, ਉਹਨਾਂ ਦੀ ਠੀਕ ਹੈ ਗੱਲ। ਪਰ ਮੈਨੂੰ ਇੱਕ ਕਮੀ ਜੀ ਮਹਿਸੂਸ ਇਹ ਹੁੰਦੀ ਸੀ ਕਿ ਜਿਹੜਾ ਨਾਟਕ ਹੈ, ਜਿਹੜਾ ਰੰਗਮੰਚ ਹੈ, ਰੰਗਮੰਚ ਸਿਰਫ ਵਿਸ਼ਾ ਨਹੀਂ ਹੈ, ਰੰਗਮੰਚ ਸਿਰਫ ਕਹਾਣੀ ਨਹੀਂ ਹੈ ਕਿ ਇੱਕ ਨਾਟਕ ਹੈ, ਨਾਟਕ ਦਾ ਆਹ ਵਿਸ਼ਾ ਹੈ, ਵਿਸ਼ੇ ਦੀਆਂ ਆਹ ਡਾਇਮੈਂਸ਼ਨਸ ਨੇ, ਇਹ ਵਿਸ਼ੇ ਦੀ ਡਾਇਮੈਂਸ਼ਨ ਮੈਂ ਉਹਦੇ 3-4 ਵਰਲਡ ਲਿਟਰੇਚਰ ਵਿੱਚੋਂ ਨਾਮ ਚੁੱਕਾਂ, 3-4 ਰੰਗਮੰਚ ਦੇ ਵਿੱਚੋਂ ਨਾਮ ਚੁੱਕ ਕੇ ਮੈਂ ਉਹਨਾਂ ਦੇ ਨਾਲ ਉਹਨਾਂ ਦਾ ਕੰਪੈਰੀਜ਼ਨ ਕਰ ਦਵਾਂ। ਇੱਕ ਥਿਊਰੀ, ਮੈਂ ਕੋਈ ਐਬਸਰਡ ਹੈ, ਕੋਈ ਐਬਸਟਰੈਕਟ ਹੈ, ਕੋਈ ਬ੍ਰੈਕਟੀਅਨ ਥੀਏਟਰ ਹੈ, ਕੋਈ ਐਪਿਕ ਥੀਏਟਰ ਹੈ, ਕੋਈ ਰੀਅਲਿਸਟਿਕ ਹੈ, ਕੋਈ ਐਕਸਪੈਰੀਮੈਂਟਲ ਹੈ, ਇਦਾਂ ਦੀ ਚੀਜ਼ਾਂ ਨੂੰ ਮੈਂ ਇੱਕ ਬਲੈਂਡ ਕਰਕੇ ਤੇ ਮੈਂ ਇੱਕ ਆਲੋਚਨਾ ਕਰ ਦਵਾਂ। ਮੈਂ ਕਹਿੰਦਾ ਇਟਸ ਓਕੇ, ਪਰ ਮੈਨੂੰ ਲੱਗਦਾ ਸੀ ਹਮੇਸ਼ਾ ਕਿ ਰੰਗਮੰਚ ਦੀ ਆਲੋਚਨਾ ਤਾਂ ਇਦਾਂ ਨਹੀਂ ਹੋਣੀ ਚਾਹੀਦੀ। ਜੇ ਰੰਗਮੰਚ ਦੀ ਆਲੋਚਨਾ ਵੀ ਇਦਾਂ ਹੀ ਕਰਨੀ ਹੈ, ਫਿਰ ਕਵਿਤਾ ਦੀ ਆਲੋਚਨਾ, ਕਹਾਣੀ ਦੀ ਆਲੋਚਨਾ, ਨਾਵਲ ਦੀ ਆਲੋਚਨਾ 'ਚ ਫਰਕ ਕਿੱਥੋਂ ਰਹਿ ਗਿਆ? ਜਦੋਂ ਅਸੀਂ ਇਹ ਮੰਨਦੇ ਹਾਂ ਕਿ ਰੰਗਮੰਚ ਜਿਹੜਾ ਹੈਗਾ ਇਟਸ ਐਨ ਅਮਲਗਮੇਸ਼ਨ ਆਫ ਆਲ ਆਰਟਸ, ਇਹ ਆਰਟ ਹੈ ਔਰ ਇਹ ਵਿਜ਼ੂਅਲ ਆਰਟ ਹੈ, ਇਹਦੇ ਵਿੱਚ ਵਿਜ਼ੂਅਲ ਹੈ, ਇਹਦੇ ਵਿੱਚ ਸਬਜੈਕਟ ਵੀ ਹੈ, ਸਤਿਅਮ ਵੀ ਹੈ, ਸ਼ਿਵਮ ਵੀ ਹੈ, ਸੁੰਦਰਮ ਵੀ ਹੈ, ਤੇ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਇੱਕ ਡਾਇਰੈਕਟਰ ਇੰਨੀ ਮਿਹਨਤ ਨਾਲ ਕਰ ਰਿਹਾ ਹੈ, ਉਹ ਵਧੀਆ ਕਰ ਰਿਹਾ ਜਾਂ ਕਮਜ਼ੋਰ ਕਰ ਰਿਹਾ, ਜਾਂ ਉਸ ਤੋਂ ਠੀਕ ਹੋ ਰਿਹਾ ਜਾਂ ਨਹੀਂ ਕਰ ਰਿਹਾ, ਜਾਂ ਉਹ ਐਕਸੈਲ ਕਰ ਰਿਹਾ, ਉਹਦੀ ਗੱਲ ਕਿਉਂ ਨਾ ਕੀਤੀ ਜਾਵੇ? ਇੱਕ ਪਰਫਾਰਮੈਂਸ ਨੂੰ ਕ੍ਰਿਟਿਕ ਨੇ ਆਪਣੇ ਸ਼ਬਦਾਂ ਵਿੱਚ ਦੁਬਾਰਾ ਰੀਕ੍ਰੀਏਟ ਕਰਨਾ ਹੁੰਦਾ ਫॉर द ਰੀਡਰ। ਕਿ ਅੱਜ ਵੀ ਮੈਨੂੰ ਇਹੀ ਕੰਪਲੀਮੈਂਟ ਆਉਂਦੇ ਕਿ ਤੁਸੀਂ ਨਾਟਕ ਦਿਖਾਤਾ ਜੀ ਸਾਨੂੰ। ਸੋ ਨਾਟਕ ਕਿੱਦਾਂ ਦਿਖਾਇਆ ਜਾਊਗਾ? ਕਿ ਇੱਕ ਕ੍ਰਿਟਿਕ ਨਾਟਕ ਕਿੱਦਾਂ ਦਿਖਾ ਸਕਦਾ? ਉਹ ਤਾਂ ਹੀ ਦਿਖਾ ਸਕਦਾ ਕਿ ਜੇ ਉਹ ਸਿਰਫ ਇੰਨਾ ਨਾ ਲਿਖੇ ਕਿ ਕਲਾਕਾਰ ਨੇ ਕਮਾਲ ਕਰ ਦਿੱਤੀ। ਬਈ ਕਮਾਲ ਕਰ ਦਿੱਤੀ, ਇਹ ਤਾਂ ਦਰਸ਼ਕ, ਇਹ ਤਾਂ ਆਮ ਆਡੀਅנס ਨੂੰ ਵੀ ਪਤਾ ਉਹਨੇ ਕਮਾਲ ਕੀਤੀ ਕਿੱਦਾਂ, ਉਹਨੇ ਕਿਹੋ ਜੀ ਬਾਡੀ ਲੈਂਗੁਏਜ ਯੂਜ਼ ਕੀਤੀ, ਉਹ ਹੱਥਾਂ ਦੀਆਂ ਕਿੱਦਾਂ ਦੀਆਂ ਮੁਦਰਾਵਾਂ ਦਿਖਾ ਰਿਹਾ ਸੀ, ਉਹ ਆਪਣੀ ਗਰਦਨ ਨੂੰ ਕਿਵੇਂ ਘੁਮਾ ਰਿਹਾ ਸੀ, ਉਹ ਅੱਖਾਂ ਨੂੰ ਕਦੋਂ ਉੱਪਰ ਚੁੱਕਦਾ ਸੀ, ਕਦੋਂ ਥੱਲੇ ਕਰਦਾ ਸੀ, ਕਦੋਂ ਉਹਦੀਆਂ ਗੱਲਾਂ ਹਿਲਦੀਆਂ ਸੀ, ਕਦੋਂ ਉਹਦੇ ਲਿਪਸ ਕਿੰਨੇ ਖੁੱਲਦੇ ਸੀ, ਉਹ ਕਿੱਦਾਂ ਚੱਲਦਾ ਸੀ, ਉਹ ਕਿੱਦਾਂ ਬੈਠਦਾ ਸੀ, ਉਹ ਕੀ ਕ੍ਰਿਸ਼ਮਾ ਕੀ ਕ੍ਰੀਏਟ ਕਰ ਰਿਹਾ ਸੀ ਜਾਂ ਉਸ ਤੋਂ ਨਹੀਂ ਹੋ ਰਿਹਾ ਸੀ। ਇਹ ਦੋਨੋਂ ਚੀਜ਼ਾਂ ਆਪਾਂ ਲਿਖਦੇ ਹਾਂ। ਫਿਰ ਜਿਹੜਾ ਸਬਜੈਕਟ ਲਿਆ ਨਾਟਕਕਾਰ ਦਾ, ਉਹ ਡਾਇਰੈਕਟਰ ਨੇ ਲਿਆ। ਨਾਟਕਕਾਰ ਨੇ ਨਾਟਕ ਲਿਖ ਦਿੱਤਾ ਹੈ। ਥੀਏਟਰ ਦਾ ਜਿਹੜਾ ਉਹਦਾ ਸੰਚਾਲਕ ਹੈ ਉਹ ਡਾਇਰੈਕਟਰ ਹੈ। ਉਹ ਡਾਇਰੈਕਟਰ ਨੇ ਜੋ ਕੁਝ ਕੀਤਾ ਉਹ ਕ੍ਰਿਟਿਸਿਜ਼ਮ ਦੇ ਵਿੱਚੋਂ ਮਿਸ ਕਿੱਦਾਂ ਹੋ ਸਕਦਾ? ਜੇ ਉਹ ਮਿਸ ਹੋ ਗਿਆ ਤਾਂ ਫਿਰ ਨਾਟਕ ਦੇ ਖਰੜੇ ਦੀ ਕ੍ਰਿਟਿਸਿਜ਼ਮ ਹੋ ਸਕਦਾ
ਉਹ ਰੰਗਮੰਚ ਦਾ ਕ੍ਰਿਟਿਸਿਜ਼ਮ ਨਹੀਂ ਹੋ ਸਕਦਾ। ਉਹ ਜੇ ਕੋਈ ਬਹੁਤ ਅੱਛੀ, ਕਈ ਨਾਟਕਾਂ ਦੇ ਤੁਹਾਨੂੰ ਪਤਾ ਹੋਣਾ, ਜਦੋਂ ਮੈਂ ਕ੍ਰਿਟਿਸਿਜ਼ਮ ਲਿਖਦਾ, ਮੈਨੂੰ ਇੱਕ ਦੋ ਵਾਰੀ ਦੋਸਤਾਂ ਨੇ ਕਿਹਾ ਵੀ ਕਿ ਤੂੰ ਸੈੱਟ ਬਾਰੇ ਕਿਉਂ ਨਹੀਂ ਗੱਲ ਕੀਤੀ, ਤੂੰ ਕਾਸਟਿਊਮ ਬਾਰੇ ਕਿਉਂ ਨਹੀਂ ਗੱਲ ਕੀਤੀ। ਮੈਂ ਉਹਨਾਂ ਨੂੰ ਕਿਹਾ ਮੈਂ ਸਾਰਥਕ ਰਹਿਣਾ ਚਾਹਨਾ, ਮੈਂ ਮੀਨਿੰਗਫੁਲ ਰਹਿਣਾ ਚਾਹਨਾ, ਮੈਂ ਪੋਜ਼ਿਟਿਵ ਰਹਿਣਾ ਚਾਹਨਾ। ਜਿੱਥੇ ਮੈਨੂੰ ਲੱਗਦਾ ਕਿ ਨਾਟਕ ਵਿੱਚ ਸੈੱਟ ਡਿਜ਼ਾਈਨਿੰਗ ਵਰਗੀ ਕੋਈ ਗੱਲ ਹੀ ਨਹੀਂ ਸੀ, ਮੈਂ ਉਹਨੂੰ ਅਵੋਇਡ ਕਰ ਦੂੰਗਾ, ਮੈਂ ਹੋਰ ਚੀਜ਼ਾਂ ਤੇ ਫੋਕਸ ਕਰੂੰਗਾ। ਪਰ ਜਿੱਥੇ ਸੈੱਟ ਡਿਜ਼ਾਈਨਿੰਗ ਨੇ ਡਾਇਲੋਗ ਬੋਲਣ ਤੋਂ ਵੀ ਜ਼ਿਆਦਾ ਕੋਈ ਰੋਲ ਅਦਾ ਕੀਤਾ, ਮੇਰੇ ਕ੍ਰਿਟਿਸਿਜ਼ਮ ਦੇ 1000 ਜਿਹੜੇ ਵਰਡਸ ਨੇ, 1000 ਸ਼ਬਦ ਮਿਲਦੇ ਮੈਨੂੰ ਪੰਜਾਬੀ ਟ੍ਰਿਬਿਊਨ ਤੋਂ, ਮਿਨੀਮਮ ਮੈਕਸਿਮਮ 1050, ਉਹਨਾਂ ਦੇ ਵਿੱਚੋਂ ਮੇਰੇ 150-200 ਸ਼ਬਦ ਜੇ ਡਿਜ਼ਾਈਨਿੰਗ ਹੈਗੀ ਹੈ ਕੋਈ, ਤਾਂ ਉਹਨੂੰ ਕਿਉਂ ਨਾ ਸਮਰਪਿਤ ਹੋਣ, ਉਹਨੂੰ ਕਿਉਂ ਨਾ ਮਿਲਣ। ਜੇ ਕਾਸਟਿਊਮ ਦੇ ਵਿੱਚ ਕੋਈ ਸੱਚੀ ਮੁੱਚੀ ਮੀਨਿੰਗਫੁਲ ਕੰਮ ਹੋਇਆ ਤਾਂ ਉਹ ਕਿਉਂ ਨਾ ਹੋਵੇ। ਦੂਜੀ ਗੱਲ, ਮੈਨੂੰ ਐ ਲੱਗਦਾ ਸੀ ਕਿ ਕ੍ਰਿਟਿਸਿਜ਼ਮ ਵੀ ਉਸੇ ਤਰ੍ਹਾਂ ਦਾ ਆਰਟ ਹੈ ਜਿਸ ਤਰ੍ਹਾਂ ਦਾ ਨਾਟਕ ਆਪਣੇ ਆਪ ਚ ਆਰਟ ਹੈ। ਇਹ ਬੋਝਲ ਨਹੀਂ ਹੋਣਾ ਚਾਹੀਦਾ, ਇਹ ਮਜ਼ੇਦਾਰ ਹੋਣਾ ਚਾਹੀਦਾ, ਇਹ ਇੰਟਰਸਟਿੰਗ ਹੋਣਾ ਚਾਹੀਦਾ। ਪਾਠਕ ਦੇ ਅਸੀਂ ਕੋਈ ਤਲਵਾਰ ਨਹੀਂ ਰੱਖਣੀ ਰੀਡਰ ਦੇ ਕਿ ਤੂੰ ਸਾਡਾ ਕ੍ਰਿਟਿਸਿਜ਼ਮ ਜ਼ਰੂਰ ਪੜ੍ਹ। ਨਾ ਹੀ ਪਾਠਕ ਨੂੰ ਅਸੀਂ ਪੈਸੇ ਦੇ ਰਹੇ ਹਾਂ, ਨਾ ਹੀ ਪਾਠਕ ਸਾਡੇ ਤੋਂ ਪੈਸੇ ਲੈ ਰਿਹਾ, ਨਾ ਹੀ ਸਾਨੂੰ ਪੈਸੇ ਦੇ ਰਿਹਾ। ਜੇ ਅਸੀਂ ਉਹਨੂੰ ਪੜ੍ਹਨ ਦੀ ਆਦਤ ਪਾਵਾਂਗੇ ਤਾਂ ਹੀ ਪੜੂਗਾ ਨਾ ਉਹ। ਤੇ ਜੇ ਅਸੀਂ ਖਾਮ-ਖਾਂ ਬੋਝਲ ਕਰੀ ਜਾਵਾਂਗੇ ਉਸ ਚੀਜ਼ ਨੂੰ, ਤੇ ਪਾਠਕ ਕਿਉਂ ਪੜ੍ਹੇਗਾ। ਜਿਹੜਾ ਪੰਜਾਬੀ ਟ੍ਰਿਬਿਊਨ ਦਾ ਪਾਠਕ ਹੈ ਉਹ ਸਾਰਾ ਰੰਗਕਰਮੀ ਪਾਠਕ ਨਹੀਂ ਹੈ, ਉਹ ਸਾਰਾ ਰੰਗਮੰਚ ਨੂੰ ਸਮਝਣ ਵਾਲਾ ਪਾਠਕ ਵੀ ਨਹੀਂ ਹੈ, ਉਹ ਲਿਟਰੇਚਰ ਨੂੰ ਸਮਝਣ ਵਾਲਾ ਵੀ ਨਹੀਂ ਹੈ। ਉਹਦੇ ਚ 5 ਪੜ੍ਹਿਆ ਵੀ ਅਖਬਾਰ ਨੂੰ ਪੜ੍ਹਦਾ ਹੈ, ਉਹਦੇ ਚ 8 ਪੜ੍ਹਿਆ ਵੀ ਪੜ੍ਹਦਾ ਹੈ, ਉਹਦੇ ਵਿੱਚ 3-3 4-4 PhDਆਂ ਕਰਨ ਵਾਲਾ ਵੀ ਪੜ੍ਹ ਰਿਹਾ, ਉਹਦੇ ਚ ਥੀਏਟਰ ਦਾ ਐਕਸਪਰਟ ਵੀ ਪੜ੍ਹ ਰਿਹਾ। ਮੈਨੂੰ ਸੀ ਕਿ ਸਾਰਿਆਂ ਨੂੰ ਕੈਟਰ ਕੀਤਾ ਜਾਵੇ, ਇੱਕ ਇਹੋ ਜਿਹਾ ਬਲੈਂਡ ਕ੍ਰੀਏਟ ਕੀਤਾ ਜਾਵੇ ਕਿ ਜਿਹੜਾ ਕ੍ਰਿਟਿਸਿਜ਼ਮ ਦੀ ਭਾਸ਼ਾ ਸਮਝਦਾ ਉਹਨੂੰ ਵੀ ਆਨੰਦ ਪ੍ਰਾਪਤ ਹੋਵੇ। ਲੇਕਿਨ ਜਿਹੜਾ ਆਮ ਰੀਡਰ ਹੈ ਉਹ ਮੇਰੇ ਕ੍ਰਿਟਿਸਿਜ਼ਮ ਨੂੰ ਪੜ੍ਹ ਕੇ ਜੇ ਉਹ ਰੰਗਮੰਚ ਦੇ ਇੰਨਾ ਕੁ ਨਜ਼ਦੀਕ ਹੈ ਤਾਂ ਇੰਨਾ ਨਜ਼ਦੀਕ ਆ ਜਾਏ, ਹੌਲੀ ਹੌਲੀ ਇੰਨਾ ਨਜ਼ਦੀਕ ਆ ਜਾਏ, ਹੌਲੀ ਹੌਲੀ ਉਹ ਜੱਫੀ ਪਾਵੇ, ਉਹਦੇ ਮਨ ਦੇ ਵਿੱਚ ਜਿਗਿਆਸਾ ਪੈਦਾ ਹੋਵੇ ਕਿ ਯਸ ਯਾਰ ਰੰਗਮੰਚ ਇੰਨਾ ਇੰਟਰਸਟਿੰਗ ਹੁੰਦਾ, ਕਲਾਕਾਰ ਇਦਾਂ ਸਟੇਜ ਤੇ ਆਉਂਦੇ ਆ, ਇਹ ਜਦੋਂ ਵਿੰਗਸ ਵਿੱਚੋਂ ਐਂਟਰੀ ਲੈਂਦੇ ਤੇ ਇਦਾਂ ਲੈਂਦੇ ਆ। ਇਹ ਜਿਹੜਾ ਸਾਹਿਬ ਸਿੰਘ ਲਿਖ ਰਿਹਾ ਕਿ ਕਲਾਕਾਰ ਪਿੱਛੇ ਇਦਾਂ ਤਿਆਰ ਹੋ ਰਿਹਾ ਸੀ, ਫਿਰ ਉਹਦੇ ਡੋਲੇ ਫਰਕ ਰਹੇ ਸੀ, ਫਿਰ ਉਹ ਆਇਆ, ਫਿਰ ਉਹਨੂੰ ਐ ਮਹਿਸੂਸ ਹੋਇਆ, ਫਿਰ ਉਹਨੇ ਰਿਵਾਲਵਰ ਨੂੰ ਹੱਥ ਪਾਇਆ, ਫਿਰ ਦਰਸ਼ਕਾਂ ਦੇ ਮਨ ਦੇ ਵਿੱਚ ਐ ਹੋਣਾ ਸ਼ੁਰੂ ਹੋ ਗਿਆ, ਦਰਸ਼ਕ ਕੁਰਸੀ ਤੋਂ ਉੱਠ ਕੇ ਖੜਾ ਹੋਣ ਲਈ ਤਿਆਰ ਮਹਿਸੂਸ ਹੋਇਆ, ਜਾਂ ਦਰਸ਼ਕ ਦੀਆਂ ਅੱਖਾਂ ਚੋਂ ਹੰਝੂ ਵਗ ਤੁਰੇ। ਅੱਛਾ ਇੰਨਾ ਕੁਝ ਹੁੰਦਾ, ਕਿਉਂ ਨਾ ਮੈਂ ਇਸ ਰੰਗਮੰਚ ਦਾ ਹਿੱਸਾ ਬਣਾ। ਸੋ ਜਿਸ ਚੀਜ਼ ਬਾਰੇ ਮੈਂ ਲਿਖ ਰਿਹਾ, ਜੇ ਉਹ ਚੀਜ਼ ਪ੍ਰਮੋਟ ਹੀ ਨਹੀਂ ਹੋ ਰਹੀ ਮੇਰੇ ਲਿਖਣ ਨਾਲ, ਮੇਰੇ ਲਿਖਣ ਦਾ ਕੀ ਫਾਇਦਾ। ਮੈਂ ਕਿਉਂ ਕਾਗਜ਼ ਕਾਲਾ ਕਰੀ ਜਾਵਾਂ, ਮੈਂ ਕਿਉਂ ਸ਼ਬਦਾਂ ਦੇ ਉੱਤੇ ਸ਼ਬਦ ਜੜੀ ਜਾਵਾਂ। ਜਿਵੇਂ ਕਿਸੇ ਰੰਗਮੰਚ ਦੇ ਸੰਗੀਤਕਾਰ ਬਾਰੇ ਗੱਲ ਕਰਾਂ ਤਾਂ ਮੈਂ ਉਹ ਜਿਹੜਾ ਪ੍ਰੋਸੈਸ ਹੈ, ਜਿਵੇਂ ਕੱਲ ਹੀ ਰਵੀ ਨੰਦਨ ਬਾਰੇ ਆਰਟੀਕਲ ਲਿਖਿਆ, ਮੈਂ ਉਸ ਪ੍ਰੋਸੈਸ ਬਾਰੇ ਗੱਲ ਕਿਉਂ ਨਾ ਕਰਾਂ ਕਿ ਮੈਂ ਜਿਹਦੇ ਬਾਰੇ ਲਿਖ ਰਿਹਾ ਉਹ ਵੱਖਰਾ ਹੈ ਤੇ ਵੱਖਰਾ ਕਿਉਂ ਹੈ, ਉਹਦੇ ਵਿੱਚ ਐਸੀ ਵੱਖਰਤਾ ਕਿਹੜੀ ਹੈ। ਜੇ ਮੈਂ ਕਿਸੇ ਐਕਟਰ ਬਾਰੇ ਕਰਾਂ, ਮੈਂ ਹਰਦੀਪ ਗਿੱਲ ਬਾਰੇ ਗੱਲ ਕੀਤੀ, ਮੈਂ ਲੱਖਾ ਲਹਿਰੀ ਬਾਰੇ ਗੱਲ ਕੀਤੀ, ਜੇ ਮੈਂ ਕਹਿ ਰਿਹਾ ਕਿ ਯਾਰ ਉਹਨਾਂ ਨੇ ਐਕਸੈਲ ਕੀਤਾ ਤਾਂ ਉਹ ਕੁਝ ਤਾਂ ਲਿਖਣਾ ਚਾਹੀਦਾ ਨਾਲ ਕਿ ਐਕਸੈਲ ਕਿਸ ਚੀਜ਼ ਦੇ ਵਿੱਚ ਕੀਤਾ, ਤਾਂ ਕਿ ਜਿਹੜਾ ਮੇਰਾ ਨੌਜਵਾਨ ਕਲਾਕਾਰ ਬੈਠਾ ਹੈ, ਜਿਹੜਾ ਮੇਰੇ ਆਰਟੀਕਲ ਨੂੰ ਨੌਜਵਾਨ ਕਲਾਕਾਰ ਪੜ੍ਹ ਰਿਹਾ, ਉਹ ਇਨਸਪਾਇਰ ਫੀਲ ਕਰੇ, ਉਹਦੇ ਅੰਦਰ ਇੱਛਾ ਪੈਦਾ ਹੋਵੇ ਕਿ ਆਈ ਸ਼ੁੱਡ ਲਰਨ ਸਮਥਿੰਗ ਫਰਮ ਦਿਸ ਐਕਟਰ, ਜਾਂ ਆਈ ਸ਼ੁੱਡ ਲਰਨ ਸਮਥਿੰਗ ਫਰਮ ਦਿਸ ਡਿਜ਼ਾਈਨਰ। ਇਹ ਡਿਜ਼ਾਈਨਰ ਦੇ ਵਿੱਚ ਐਸ ਕ੍ਰਿਟਿਸਿਜ਼ਮ ਦੇ ਪਾਰਟ ਦੇ ਵਿੱਚ ਇਸ ਬੰਦੇ ਨੇ, ਰਾਈਟਰ ਨੇ ਇਹਦੇ ਬਾਰੇ ਲਿਖਿਆ ਕਿ ਆਹ ਡਿਜ਼ਾਈਨਿੰਗ ਹੋਈ ਸੀ, ਆਹ ਫੈਬਰਿਕ ਆਇਆ ਸੀ, ਇਸ ਰੰਗ ਦਾ ਕੱਪੜਾ ਆਇਆ ਸੀ, ਇਹ ਕੱਪੜਾ ਇਦਾਂ ਫੈਲਿਆ ਸੀ, ਇਹਨੇ ਕੱਪੜੇ ਨੇ ਆਹ ਕੀਤਾ ਸੀ, ਇਦਾਂ ਦੀ ਰੋਸ਼ਨੀ ਆਈ ਸੀ, ਜਾਂ ਜਿਹੜਾ ਹੈਗਾ ਪੌਜ਼ ਏਡਾ ਵੱਡਾ ਆਇਆ ਸੀ ਨਾਟਕ ਦੇ ਵਿੱਚ, ਜਾਂ ਇੱਕ ਨ੍ਰਿਤ ਦਾ ਇਹੋ ਜਿਹਾ ਸੀਕੁਐਂਸ ਆਇਆ ਸੀ। ਉਹਨੂੰ ਲੱਗੇ ਕਿ ਯਸ ਮੈਨੂੰ ਇਹਦੇ ਕੋਲ ਜਾਣਾ ਚਾਹੀਦਾ, ਮੈਨੂੰ ਇਹਦੇ ਨਾਲ ਗੱਲ ਕਰਨੀ ਚਾਹੀਦੀ, 1 to 1 ਮੈਨੂੰ ਕਨਵਰਸੇਸ਼ਨ ਕਰਨੀ ਚਾਹੀਦੀ ਹੈ, ਮੈਨੂੰ ਕੁਝ ਸਿੱਖਣਾ ਚਾਹੀਦਾ। ਇੱਕ ਤਾਂ ਇਹ ਸਾਰੀਆਂ ਚੀਜ਼ਾਂ। ਦੂਜੀ ਚੀਜ਼ ਭਾਜੀ ਮੇਰੇ ਮਨ ਦੇ ਵਿੱਚ ਸੀ ਕਿ ਅਸੀਂ ਰੰਗਮੰਚ ਕਰੀ ਜਾ ਰਹੇ ਹਾਂ, ਕੋਈ ਬਹੁਤ ਅੱਛਾ ਕਰ ਰਿਹਾ, ਕੋਈ ਅੱਛਾ ਕਰ ਰਿਹਾ, ਕੋਈ ਸਧਾਰਨ ਪੱਧਰ ਦਾ ਕਰ ਰਿਹਾ, ਕਿਸੇ ਤੋਂ ਸਧਾਰਨ ਤੋਂ ਥੱਲੇ ਵਾਲਾ ਵੀ ਹੋ ਰਿਹਾ, ਇਹ ਆਪਣੀ ਆਪਣੀ ਕਾਬਲੀਅਤ ਨੇ। ਲੇਕਿਨ ਉਹਨੂੰ ਰਿਕਾਰਡ ਕਿੱਦਾਂ ਕੀਤਾ ਜਾਵੇ, ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਕਿੱਦਾਂ ਪਤਾ ਲੱਗੇ ਕਿ 1997 ਚ ਨਾਟਕ ਜਿਹੜਾ ਹੋ ਰਿਹਾ ਸੀ ਉਹ ਕਿੱਦਾਂ ਦਾ ਹੋ ਰਿਹਾ ਸੀ, 2015 ਚ ਕਿੱਦਾਂ ਦਾ ਹੋ ਰਿਹਾ ਸੀ, 2020 ਚ ਕਿਹੜੀਆਂ ਨਵੀਆਂ ਚੀਜ਼ਾਂ ਆਈਆਂ ਸੀ। ਜੇ ਸਾਹਿਬ ਸਿੰਘ 1988 ਚ ਸ਼ੁਰੂ ਕਰਦਾ, ਅੱਜ 2020 ਹੋ ਗਿਆ, 32-33 ਸਾਲ ਦੇ ਤਜਰਬੇ ਬਾਰੇ ਤਾਂ ਮੈਂ ਗੱਲਾਂ ਕਰਾਂ, ਜੇ ਮੈਂ ਉਸ ਤੋਂ ਪਹਿਲੇ ਨਹੀਂ ਗੱਲਾਂ ਕਰ ਸਕਦਾ, ਮੈਂ ਇਹ ਤਾਂ ਦੱਸ ਦਵਾਂ ਕਿ ਇਹਨਾਂ 33 ਸਾਲਾਂ ਚ ਮੈਂ ਕੀ ਵੱਖਰਾ ਹੁੰਦਾ ਦੇਖਿਆ ਰੰਗਮੰਚ ਦੇ ਵਿੱਚ। ਮੈਂ ਡਾਕੂਮੈਂਟ ਕਰ ਦਵਾਂ ਉਸ ਨੂੰ ਕਿ ਇੱਕ ਵਾਰੀ ਨਾਟਕ ਏਦਾਂ ਵੀ ਹੁੰਦਾ ਸੀ, ਫਿਰ ਏਦਾਂ ਹੋਣਾ ਸ਼ੁਰੂ ਹੋਇਆ, ਫਿਰ ਆਹ ਨਵੀਆਂ ਚੀਜ਼ਾਂ ਆਈਆਂ, ਫਿਰ ਆਹ ਨਵੀਆਂ ਚੀਜ਼ਾਂ ਆਈਆਂ। ਸੋ ਇੰਨੀ ਇਸ ਚੀਜ਼ ਨੂੰ ਲੈ ਕੇ ਮੈਂ ਇੰਨਾ ਉਤਸ਼ਾਹਿਤ ਹਾਂ ਭਾਜੀ, ਇੰਨਾ ਅੱਗ ਹੈ ਅੰਦਰ ਕਿ ਮੈਂ ਬੜੀ ਹਿੱਟ ਲਿਸਟ ਤਿਆਰ ਕੀਤੀ ਹੋਈ ਹੈ ਕਿ ਇਸ ਆਰਟੀਕਲ ਦੇ ਵਿੱਚ ਮੈਂ ਕੀ ਕੁਝ ਲਿਖਣਾ ਹੈ। ਹਾਲੇ ਬਹੁਤ ਕੁਝ ਬਾਕੀ ਹੈ ਜਿਹਦੇ ਬਾਰੇ ਮੈਂ ਲਿਖਣਾ, ਬਹੁਤ ਸਾਰੇ ਹਾਲੇ ਸੈਗਮੈਂਟਸ ਪਏ ਥੀਏਟਰ ਦੇ ਜਿਨ੍ਹਾਂ ਬਾਰੇ ਹਾਲੇ ਲਿਖਣਾ। ਐਂਡ ਆਈ ਐਮ ਵੈਰੀ ਮਚ ਥੈਂਕਫੁਲ ਟੂ ਡਾਕਟਰ ਸਵਰਾਜ ਵੀਰ। ਡਾਕਟਰ ਸਵਰਾਜ ਵੀਰ ਜਦੋਂ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਬਣੇ
ਤੁਸੀਂ ਉਸ ਪ੍ਰੋਸੈਸ ਦਾ ਹਿੱਸਾ ਹੋ। ਅਸੀਂ ਮਾਲਪੁਰ ਕਿਸੇ ਸੈਮੀਨਾਰ ਸੀ, ਤੁਹਾਨੂੰ ਯਾਦ ਹੋਣਾ, ਜਿੱਥੋਂ ਇਸ ਆਰਟੀਕਲ ਦਾ ਮੁੱਢ ਵੱਜਿਆ। ਮਾਲਪੁਰ ਇੱਕ ਸੈਮੀਨਾਰ ਦੇ ਵਿੱਚ ਮੈਂ ਪੇਪਰ ਪੜ੍ਹ ਰਿਹਾ ਸੀ ਔਰ ਤੁਹਾਡਾ ਸ਼ਾਮ ਨੂੰ ਨਾਟਕ ਹੋਣਾ ਸੀ ਔਰ ਅਸੀਂ ਪੇਪਰ ਪੜ੍ਹ ਕੇ ਮੈਂ ਆਇਆ, ਤੁਸੀਂ ਕਿਹਾ ਸਾਹਿਬ ਬਹੁਤ ਅੱਛਾ ਗੱਲਬਾਤ ਕੀਤੀ। ਮੈਂ ਤੁਹਾਡੇ ਕੋਲ ਬੈਠਾ ਸੀ, ਤੁਹਾਨੂੰ ਡਾਕਟਰ ਸਵਰਾਜਵੀਰ ਦਾ ਫੋਨ ਆਇਆ। ਡਾਕਟਰ ਸਵਰਾਜਵੀਰ ਨੇ ਤੁਹਾਡੇ ਕੋਲ ਇੱਕ ਫਿਕਰ ਜ਼ਾਹਰ ਕੀਤਾ ਕਿ ਯਾਰ ਅਖਬਾਰ ਦੇ ਵਿੱਚ ਸਭ ਕੁਝ ਆਉਂਦਾ, ਰੰਗਮੰਚ ਬਾਰੇ ਕੁਝ ਨਹੀਂ ਆਉਂਦਾ, ਕਿ ਕਿਤੇ ਕਿਤੇ ਇੱਕ ਆ ਗਈ ਰਿਪੋਰਟ, ਉਹ ਵੀ ਪਿਆਸੇ ਕਾਂ ਵਰਗੀ ਰਿਪੋਰਟ ਆਉਂਦੀ ਹੈ ਕਿ ਫਲਾਣਾ ਨਾਟਕ ਏਦਾਂ ਹੋਇਆ, ਪਾਣੀ ਪੀਤਾ ਤੇ ਕਾਂ ਉੜ ਗਿਆ, ਮਤਲਬ ਇਦਾਂ ਦੀ ਲੀਨੀਅਰ ਲੈਵਲ ਦਾ ਆਉਂਦਾ। ਕਿ ਤੁਸੀਂ ਕਿਹਾ ਵੀ ਹਾਂ ਇਹ ਕੁਝ ਹੋਣਾ ਚਾਹੀਦਾ, ਤੇ ਉਹਨਾਂ ਨੇ ਕਿਹਾ ਵੀ ਤੁਸੀਂ ਕਹੋ ਇੱਧਰ ਉੱਧਰ ਦੋਸਤਾਂ ਨੂੰ ਕਿ ਆਰਟੀਕਲ ਭੇਜਿਆ ਕਰਨ। ਤੁਸੀਂ ਮੈਨੂੰ ਕਿਹਾ ਕਿ ਸਾਹਿਬ ਤੂੰ ਵੀ ਭੇਜ, ਮੈਂ ਵੀ ਭੇਜਾਂਗਾ, ਹੋਰ ਵੀ ਦੋਸਤਾਂ ਨੂੰ ਕਹਿਣਾ। ਤੇ ਮੈਂ ਡਾਕਟਰ ਸਵਰਾਜਵੀਰ ਨੂੰ ਮਿਲਿਆ, ਮੈਂ ਉਹਨਾਂ ਨੂੰ ਇੱਕ ਆਰਟੀਕਲ ਭੇਜਿਆ। ਉਹਨਾਂ ਨੇ ਮੈਨੂੰ ਕਿਹਾ ਕਿ ਸਾਹਿਬ ਇਹ ਤਾਂ ਆਰਟੀਕਲ ਹੋ ਗਿਆ, ਇਹ ਤੇ ਤੇਰੇ ਪਹਿਲਾਂ ਵੀ ਛਪਦੇ ਹੀ ਸੀ ਗਾਏ, ਕਿ ਇੱਕ ਕੋਈ ਸਥਾਈ ਕਾਲਮ ਨਹੀਂ ਆਪਾਂ ਸ਼ੁਰੂ ਕਰ ਸਕਦੇ। ਮੈਨੂੰ ਬੜਾ ਅੱਛਾ ਲੱਗਾ, ਮੈਂ ਕਿਹਾ ਠੀਕ ਹੈ ਮੈਂ ਕੋਸ਼ਿਸ਼ ਕਰਾਂਗਾ। ਪਰ ਉਹਨਾਂ ਨੇ ਵੀ ਕਿਹਾ, ਕਹਿੰਦੇ ਸਾਹਿਬ ਤੁਸੀਂ ਕੰਮ ਬਹੁਤ ਜ਼ਿਆਦਾ ਕਰਦੇ ਹੋ, ਤੁਹਾਡੇ ਕੰਮ ਨੇ, ਤੁਸੀਂ ਟਾਈਮ ਕੱਢ ਸਕੋਗੇ? ਹਰ ਹਫਤੇ ਕਾਲਮ ਲਿਖਣਾ ਬਹੁਤ ਟਫ ਹੁੰਦਾ। ਮੈਂ ਕਿਹਾ ਜੀ ਆਪਾਂ ਸ਼ੁਰੂਆਤ ਕਰਕੇ ਦੇਖਦੇ ਹਾਂ ਕਿੱਥੋਂ ਤੱਕ ਚੱਲ ਸਕਾਂਗੇ। ਫਿਰ ਉਹ ਕਾਲਮ ਸ਼ੁਰੂ ਹੋਇਆ, ਦੈਨ ਇਟਸ ਹਿਸਟਰੀ। ਇਹ ਮੁੜ ਕੇ ਪਿੱਛੇ ਨਹੀਂ ਕਦੇ ਮੁੜੇ। ਕਿਸੇ ਨੇ ਅੱਜ ਤੱਕ ਉਸ ਆਰਟੀਕਲ ਨੂੰ ਇਹ ਨਹੀਂ ਕਿਹਾ ਵੀ ਇਹ ਕੀ ਆਰਟੀਕਲ ਚੱਲ ਰਿਹਾ। ਨਹੀਂ, ਇਹੀ ਮੈਂ ਚਾਹੁੰਦਾ ਸੀ, ਇਹ ਸਾਰਾ ਜਿਹੜਾ ਤੁਸੀਂ ਇਸ ਰੂਪ ਦੇ ਵਿੱਚ ਕੰਮ ਕਰਦੇ ਪਏ ਹੋ ਕਿ ਇਹ ਸਾਂਭਿਆ ਵੀ ਜਾ ਰਿਹਾ ਔਰ ਖੂਬਸੂਰਤ ਲਿਖਿਆ ਵੀ ਜਾ ਰਿਹਾ। ਕਿਉਂਕਿ ਪਹਿਲਾਂ ਬਹੁਤ ਸਾਰੀ ਰਿਪੋਰਟਿੰਗ ਜਿਹੜੀ ਨਾਟਕ ਦੀ ਇਦਾਂ ਹੀ ਹੁੰਦੀ ਸੀ ਵੀ ਇਹ ਨਾਟਕ ਇਹਦਾ ਲਿਖਿਆ ਹੋਇਆ, ਇਹਨੇ ਡਾਇਰੈਕਟ ਕੀਤਾ, ਇੱਥੇ ਖੇਡਿਆ ਗਿਆ, ਉਹਦੇ ਵਿੱਚ 10-12 ਕਲਾਕਾਰਾਂ ਦੇ ਨਾਮ ਤੇ ਬਹੁਤੀਆਂ ਰਿਪੋਰਟਾਂ ਦੇ ਵਿੱਚ 15-20 ਦਰਸ਼ਕਾਂ ਦੇ ਨਾਮ ਵੀ ਲਿਖੇ ਹੁੰਦੇ ਸੀ ਕਿ ਵੇਖਣ ਪਹੁੰਚੇ। ਔਰ ਇਹਨੂੰ ਕ੍ਰਿਟਿਸਿਜ਼ਮ ਕਿਹਾ ਜਾਂਦਾ ਸੀ ਕਿ ਨਾਟਕ ਤੋਂ ਬਾਅਦ ਦੀ ਰਿਪੋਰਟ ਜਿਹੜੀ ਇਸ ਤਰ੍ਹਾਂ ਦੀ ਫਲਾਣਾ ਮੁੱਖ ਮਹਿਮਾਨ ਸੀ, ਫਲਾਣੇ ਮੁੱਖ ਮਹਿਮਾਨ ਨੇ ਆਹ ਕਿਹਾ, ਆਪਾਂ ਕੀ ਲੈਣਾ ਉਸ ਤੋਂ? ਨਹੀਂ, ਉਹ ਤਾਂ ਕਈ ਵਾਰੀ ਮੁੱਖ ਮਹਿਮਾਨ ਪਹੁੰਚਿਆ ਵੀ ਨਹੀਂ ਸੀ ਹੁੰਦਾ, ਉਹਦਾ ਨਾਮ ਉਹਦੇ ਵਿੱਚ ਲਿਖਿਆ ਹੁੰਦਾ ਹੈ ਕਿਉਂਕਿ ਰਿਪੋਰਟ ਉਸ ਤੋਂ ਪਹਿਲੇ ਬਣ ਜਾਂਦੀ। ਔਰ ਇਹ ਅਜੇ ਵੀ ਕਈ ਥਾਵਾਂ ਤੇ ਏਦਾਂ ਹੈਗਾ। ਤੇ ਉਹ ਸਹੀ ਗੱਲ ਹੈ ਕਿ ਉਹ ਪਿਆਸੇ ਕਾਂ ਨੇ ਪਾਣੀ ਕਿੱਥੋਂ ਪੀਤਾ, ਕੀ ਉੱਡਿਆ, ਤਾਂ ਕਈਆਂ ਦਾ ਕਾਂ ਤੇ ਉੱਡਦਾ ਵੀ ਨਹੀਂ ਸੀ, ਫਿਰ ਵੀ ਰਿਪੋਰਟ ਲਿਖ ਦਿੰਦੇ ਸੀ, ਫਿਰ ਵੀ ਉੱਡ ਜਾਂਦਾ ਸੀ। ਆ ਏਦਾਂ ਦੇ ਬੜੇ ਹੁੰਦੇ ਸੀ। ਸਾਹਿਬ ਬੜੀਆਂ ਖੂਬਸੂਰਤ ਗੱਲਾਂ ਨੇ, ਬਹੁਤ ਯਾਨੀ ਕਿ ਡਾਇਮੈਂਸ਼ਨਸ ਨੇ ਤੁਹਾਡੇ ਕੰਮ ਦੀਆਂ, ਜਿਹੜੀਆਂ ਅਸੀਂ ਕੁਝ ਰੋਜ਼ੀ ਦੇ ਰਾਹੀਂ ਸਾਂਝੀਆਂ ਕੀਤੀਆਂ, ਕੁਝ ਤੁਹਾਡੇ ਰਾਹੀਂ। ਔਰ ਮੈਂ ਦੇਖ ਰਿਹਾ ਅੱਜ ਸਾਡੇ ਕੋਲ ਟਾਈਮ ਹੁਣ 6:15 ਵੱਜ ਗਿਆ, ਸਾਨੂੰ ਪਤਾ ਹੀ ਨਹੀਂ ਲੱਗਾ। ਮੈਂ ਜਦੋਂ ਸਾਹਿਬ ਸਿੰਘ ਕਹਿ ਰਹੇ ਕਿ ਮੇਰੇ ਕੋਲ ਨੂਰਾ ਵਿੱਚ ਸ਼ੁਰੂ ਚ ਡਾਇਲੈਕਟ ਘੱਟ ਸੀ, ਤੇ ਮੈਂ ਕਿਹਾ ਅੱਜ ਮੈਂ ਪੂਰਾ ਮੌਕਾ ਦੇਣਾ ਵਾ ਸਾਹਿਬ ਸਿੰਘ, ਅੱਜ ਡਾਇਲੈਕਟ ਜਿੰਨੇ ਮਰਜ਼ੀ ਬੋਲ ਤੇ ਕੋਈ ਦਿੱਕਤ ਨਹੀਂ, ਤੁਸੀਂ ਜਿੰਨਾ ਮਰਜ਼ੀ ਬੋਲੋ। ਪਰ ਮੈਂ ਚਾਹਾਂਗਾ ਕਿ ਹੁਣ ਕੁਝ ਦੋਸਤ ਸਾਡੇ ਸੁਣਦੇ ਵੀ ਪਏ ਨੇ ਤੁਹਾਨੂੰ, ਨਵਰਿੰਦਰਾ ਮੈਡਮ ਵੀ ਨੇ, ਜਸਵਿੰਦਰ। ਸਾਡਾ ਇੱਕ ਅੰਗ ਰਹਿ ਗਿਆ ਸਾਰੀ ਗੱਲਬਾਤ ਦਾ, ਫਿਲਮਾਂ ਵਾਲਾ ਨਾ। ਹਾਂ, ਉਹ ਤੇ ਮੈਂ ਆਉਣਾ, ਪਰ ਮੈਨੂੰ ਵਿੱਚੋਂ ਨਾ ਕੁਝ ਇਸ਼ਾਰੇ ਹੋ ਰਹੇ ਸੀ, ਕੋਈ ਪੁੱਛਣਾ ਚਾਹ ਰਿਹਾ ਸੀ। ਜ਼ਰੂਰ ਜੀ, ਹਾਂ ਜੀ, ਬੈਲ ਮੈਮ ਤੁਸੀਂ ਆਪਣਾ ਮਾਈਕ ਪਹਿਲੇ ਔਨ ਕਰ ਲਓ। ਆ ਰਹੀ ਆਵਾਜ਼? ਆਉਣ ਆ ਗਈ ਜੀ, ਆ ਰਹੀ ਹੈ ਜੀ। हाँ, मैं ऐड करना चाहती सी, सवाल नहीं कोई, कि थिएटर जरा है क्योंकि अमलगमेटेड आर्ट है, कॉम्पलैक्स आर्ट है, ਇਹਦੇ ਸਾਰੇ ਆਸਪੈਕਟਸ ਦੇ ਵਿੱਚ ਜਦੋਂ ਤੱਕ ਮੁਹਾਰਤ ਹਾਸਲ ਨਹੀਂ ਹੁੰਦੀ ਤੇ ਉਹ ਜਿਹੜੀ ਪਵਿੱਤਰਤਾ ਹੈ, ਪਿਓਰਿਟੀ ਹੈ ਉਸ ਫਾਰਮ ਦੀ, ਉਹ ਤੁਸੀਂ ਪਕੜ ਨਹੀਂ ਸਕਦੇ। ਐਂਡ ਸਾਹਿਬ ਦੇ ਵਿੱਚ ਮੈਂ ਦੇਖ ਰਹੀ ਹਾਂ ਕਿ ਕਿਉਂਕਿ ਇਹਦੇ ਕੋਲ ਲੈਂਗੁਏਜ ਦਾ ਐਕਸਪ੍ਰੈਸ਼ਨ ਹੈ, ਇਹਦੀ ਕੋਲ ਪਰਸਨੈਲਿਟੀ ਹੈ ਥੀਏਟਰ ਦੀ, ਖੂਬਸੂਰਤ ਨੌਜਵਾਨ ਹੈ ਔਰ ਅਰੈਸਟਿੰਗ ਇੱਕ ਐਕਟਰ ਦੀ ਪਰਸਨੈਲਿਟੀ ਹੈ। ਐਜ਼ ਡਾਇਰੈਕਟਰ ਮੈਂ ਇਹਨਾਂ ਦਾ ਕੰਮ ਵੇਖਿਆ ਨਹੀਂ, ਇੱਕ ਐਕਟਰ ਦੇ ਤੌਰ ਤੇ ਇਹਨਾਂ ਨਾਲ ਕੰਮ ਕੀਤਾ ਹੈ। ਇਹ ਉਹਨੂੰ ਅੰਡਰਮਾਈਨ ਕਰਦੇ ਨੇ, ਨੋਰਾ ਦੇ ਕੈਰੈਕਟਰ ਨੂੰ। 10 ਕੈਰੈਕਟਰ ਉਹ ਸਾਰੇ ਇੰਟੈਲੈਕਚੁਅਲ ਕੈਰੈਕਟਰ ਸੀ ਜਿਹੜੇ ਇਹਨਾਂ ਨੇ ਨਿਭਾਏ ਸੀ, ਉਹ ਹਰ ਕਿਸੇ ਦੇ ਵੱਸ ਦਾ ਨਹੀਂ ਸੀ। ਬਲਵੰਤ ਗਾਰਗੀ ਬਣਨਾ, ਸ਼ੋਭਾ ਸਿੰਘ ਬਣਨਾ, ਜੈਦਿਆਲ ਬਣਨਾ, ਆਈਸੀ ਨੰਦਾ ਬਣਨਾ, ਔਰ ਇਹ ਬਿਨਾਂ ਇਹ ਜਾਣਿਆ ਕਿ ਕਿਵੇਂ ਕੈਰੈਕਟਰ ਦੇ ਵਿੱਚ ਜਾਣਾ, ਉਹਨੂੰ ਸੁਭਾਵਿਕਤਾ ਤੇ ਸਹਿਜਤਾ ਨਾਲ ਨਿਭਾ ਰਹੇ ਸੀ। ਇਹ ਮੇਰੇ ਹਿਸਾਬ ਦੇ ਨਾਲ ਇਟ ਇਜ਼ ਵਨ ਆਫ ਹਿਜ਼ ਬੈਸਟ ਵਰਕਸ ਜਿਹੜੇ ਮੈਂ ਦੇਖਿਆ ਜਾਂ ਜਿਹੜੇ ਮੈਂ ਸੁਣੇ ਆ ਇਹਨਾਂ ਕੋਲੋਂ। ਦੂਸਰਾ, ਮੈਂ ਇਹਨਾਂ ਦੀ ਆਲੋਚਨਾ ਤੇ ਗੱਲ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਵਾਰੀ ਮੈਂ ਉਹਦੇ ਤੇ ਕਮੈਂਟ ਕਰਦੀ ਹਾਂ ਕਿ ਬਹੁਤ ਖੂਬਸੂਰਤ ਲਿਖਦੇ ਨੇ। ਉਹਦੇ ਵਿੱਚ ਮੈਂ ਸਿਰਫ ਘੁੰਮਣ ਸਾਹਿਬ ਨੂੰ, ਕਪੂਰ ਸਿੰਘ ਘੁੰਮਣ ਨੂੰ ਇਸ ਤੋਂ ਪਹਿਲਾਂ ਇਹ ਸਭ ਦੇਖ ਰਿਹਾ ਸੀ। ਉਹ ਸ਼ੁਰੂਆਤ ਕਰਦੇ ਸੀ ਤੇ ਕਹਿੰਦੇ ਸੀ ਹਾਲ ਤਾੜੀਆਂ ਨਾਲ ਗੂੰਜ ਪਿਆ। ਗੱਲਾਂ ਕਰਦੇ ਕਰਦੇ ਇਹ ਪ੍ਰੋਡਕਸ਼ਨ ਦਾ ਪੂਰਾ ਜਿੱਦਾਂ ਵਿਟਨੈਸ ਹੁੰਦਾ ਪ੍ਰੋਡਕਸ਼ਨ ਦਾ, ਉਦਾਂ ਗੱਲਾਂ ਕਰਦੇ ਸੀ ਕਿ ਇਹ ਮੁੱਛ ਨਿਕਲ ਗਈ, ਉਹ ਮੁੱਛ ਨੂੰ ਲੁਕਾ ਕੇ ਐਕਟਰ ਏਦਾਂ ਗੱਲ ਕਰ ਰਿਹਾ,
ਉਹ ਸਾਰੇ ਉਹਨਾਂ ਦੇ ਆਰਟੀਕਲ ਦੇ ਵਿੱਚ ਡਿਟੇਲਸ ਹੁੰਦੀਆਂ ਸੀ। ਜਿਹੜੀਆਂ ਫਲੱਡਸ ਕਾਰਨ ਸਾਰੀਆਂ ਬਹੁਤ ਸਾਰਾ ਰਿਕਾਰਡ ਵਾਸ਼ ਹੋ ਗਿਆ। ਕੁਝ ਸਰੀਨ ਸਾਹਿਬ ਕੋਲ ਜਾਂ ਕੁਝ ਹਮਦਰਦ ਹੋਰਾਂ ਦੇ ਉੱਥੇ ਦ੍ਰਿਸ਼ਟੀ ਦੀਆਂ ਉਹਦੇ ਵਿੱਚ ਮਿਲਦੀਆਂ ਹੋਣਗੀਆਂ। After that, I have seen that kind of expression, documentation, analysis in Saab's works, and I must appreciate that is one of the rare talents he has. Thank you ma'am, ਬਹੁਤ ਸੋਹਣੀ ਗੱਲ। ਕੋਈ ਹੋਰ ਦੋਸਤ ਕੁਝ ਕਹਿਣਾ ਚਾਹੁੰਦਾ ਜਾਂ ਪੁੱਛਣਾ ਚਾਹੁੰਦਾ? ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਬਸ ਗੱਲ ਕਹਿਣੀ ਹੈ ਭਾਜੀ ਸਾਹਿਬ ਭਾਜੀ ਨੂੰ ਕਿ ਅੱਜ ਮੈਂ ਪਹਿਲੀ ਵਾਰੀ ਸੁਣਿਆ ਹੈ ਭਾਜੀ ਦੇ ਮੂੰਹੋਂ ਕਿ ਆਲੋਚਨਾ ਜਿਹੜੀ ਆ ਬੋਝਲ ਨਹੀਂ ਹੋਣੀ ਚਾਹੀਦੀ। ਆਮ ਤੌਰ ਤੇ ਆਲੋਚਨਾ ਜਿਹੜੀ ਆ ਬੋਝਲ ਹੁੰਦੀ ਹੈ, ਔਰ ਭਾਜੀ ਦੇ ਆਰਟੀਕਲ ਇੰਨੇ ਵਧੀਆ ਹੁੰਦੇ ਨੇ ਕਿ ਇੱਕ ਇੰਟਰਸਟ ਬਣ ਜਾਂਦਾ ਵੀ ਨਾਟਕ ਇਦਾਂ ਦਾ ਹੁੰਦਾ, ਰੰਗਮੰਚ ਇਦਾਂ ਦਾ ਹੁੰਦਾ। ਬਿਲਕੁਲ ਬਹੁਤ ਵਧੀਆ ਭਾਜੀ, ਤੁਹਾਡੇ ਆਰਟੀਕਲਸ ਦਾ ਸਾਨੂੰ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ। ਥੈਂਕ ਯੂ। ਇਹ ਵੀਨਾ ਅਰੋੜਾ ਨੇ HMB ਕਾਲਜ ਤੋਂ। हाँ पाजी, मैं के पूछना चाहता जी। हाँ पवन पाजी, हाँ जी, बहुत अच्छा है। अज तो इन्ना मजा आया कि जबकि मैनू कल का ही पता सी कि इन्ना मजा आना, कुछ बोलने का मौका नहीं मिलना। साहब सिंह जी, तुसीं ते घंटा तुहानू पता ही नहीं भी उधर 6:15 बज के बोली इन्ना कम। हाँ अभी तो क्या पर मैं एक गल कहना चाहता कि जिहड़ी इन्हां ने अपनी फिल्म निर्देशना वाली जिहड़ी डॉक्यूमेंटरी फिल्म वाली है निर्देशना, ਉਹਦੇ ਵਿੱਚ ਵੀ ਇਹਨਾਂ ਦੀ ਬੜੀ ਮੁਹਾਰਤ ਹੈ। ਪਰ ਉਹ ਤਿੰਨਾਂ ਪਹਿਲੂਆਂ ਤੇ ਗੱਲ ਹੋਈ, ਇਹਦੇ ਤੇ ਨਹੀਂ ਹੋਈ। ਇਹਦੇ ਬਾਰੇ ਵੀ ਥੋੜਾ ਜਿਹਾ ਇਹ ਚਾਨਣਾ ਪਾਉਣ, ਜਿਹੜਾ ਤੁਸੀਂ ਕਹਿੰਦੇ ਕਿ ਮੈਂ ਪੁੱਛਾਂਗਾ, ਫਿਰ ਉਹ 7:15 ਨਾ ਵੱਜਣ ਪਹਿਲਾਂ ਹੀ ਪੁੱਛ ਲਓ। ਜ਼ਰੂਰ ਦੱਸਾਂ। ਮੈਂ ਉਹੀ ਉਸੇ ਮੈਨੂੰ ਸੀ ਕਿ ਵਿੱਚੋਂ ਦੋਸਤ ਹੱਥ ਖੜਾ ਕਰ ਰਹੇ ਸੀ ਤੇ ਮੈਂ ਕਿਹਾ ਚਲੋ ਮੈਂ ਉਹਨਾਂ ਕੋਲ ਪਹਿਲੇ ਸਵਾਲ ਲੈ ਲਾਂ। ਹਾਂਜੀ ਸਾਹਿਬ, ਤੁਸੀਂ ਜਦੋਂ ਇਹ ਫਿਰ ਅਗਲੇ ਪੜਾਅ ਦੇ ਉੱਤੇ ਜਿਹੜੇ ਕਿ ਤੁਸੀਂ ਡਾਕੂਮੈਂਟਰੀ ਫਿਲਮਾਂ ਵੀ ਬਣਾਈਆਂ, ਫੀਚਰ ਆਪਣੇ ਸ਼ਾਰਟ ਫਿਲਮਾਂ ਵੀ ਬਣਾਈਆਂ, PTC ਵਾਸਤੇ ਵੀ ਬਣਾਈਆਂ, ਵੈਸੇ ਵੀ ਬਣਾਈਆਂ। ਅੱਜ ਕੱਲ ਤੁਸੀਂ ਉੱਤੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਛੋਟੀਆਂ ਫਿਲਮਾਂ ਲੋਕਡਾਊਨ ਦੇ ਦੌਰਾਨ ਵੀ ਬਣਾਈਆਂ 2-3, ਤੇ ਉਹ ਵੀ ਤੁਹਾਡੀਆਂ ਚੱਲ ਰਹੀਆਂ। ਇਹ ਸਾਰੇ ਪ੍ਰੋਸੈਸ ਦੇ ਵਿੱਚ ਜੰਪ ਕਰਨ ਦਾ ਕੀ ਆਈਡੀਆ ਸੀਗਾ ਵੀ ਜਦੋਂ ਥੀਏਟਰ ਵਿੱਚ ਇੰਨਾ ਵਧੀਆ ਕੰਮ ਕਰ ਰਹੇ ਸੀ, ਜਾਂ ਉਹਦੇ ਚ ਬਹੁਤਾ ਦਿਲ ਨਹੀਂ ਸੀ ਲੱਗਦਾ ਵੀ ਹੁਣ ਇੱਧਰ ਤੁਰ ਪਏ? ਕੀ ਹੋਇਆ? ਨਹੀਂ, ਜਿਵੇਂ ਮਤਲਬ ਕਿ ਥੀਏਟਰ ਦੇ ਵਿੱਚ ਸ਼ੁਰੂ ਹੋਇਆ ਵੀ ਐਜ਼ ਐਨ ਐਕਟਰ ਜਦੋਂ ਸ਼ੁਰੂ ਹੋਇਆ ਸੀ ਤੇ ਉਦੋਂ ਇਹ ਸੀ, ਸੋਚਿਆ ਨਹੀਂ ਸੀ ਵੀ ਤੁਸੀਂ ਲਿਖਣਾ ਵੀ ਹੈ, ਤੁਸੀਂ ਡਾਇਰੈਕਟ ਵੀ ਕਰਨਾ ਹੈ ਕੁਛ ਹੈ, ਪਰ ਇੰਟਰਸਟ ਹੌਲੀ ਜਾਗਿਆ। ਇਸੇ ਤਰ੍ਹਾਂ ਸੇਮ ਫਿਲਮਾਂ ਹੈ, ਬਚਪਨ ਤੋਂ ਹੀ ਫਿਲਮਾਂ ਦੇਖਣ ਦਾ ਸ਼ੌਂਕ ਸੀ। ਜਦੋਂ ਫਿਲਮਾਂ ਦੇਖਦਾ ਸੀ, ਹੌਲੀ ਜਦੋਂ ਥੀਏਟਰ ਨਾਲ ਜੁੜਿਆ, ਮੈਂ ਕੋਈ ਥੀਏਟਰ, ਟੈਲੀਵਿਜ਼ਨ, ਫਿਲਮ ਨੂੰ ਕੋਈ ਬਹੁਤ ਏਦਾਂ ਨਹੀਂ ਇੱਕ ਦੂਸਰੇ ਤੋਂ ਅੱਡ ਕਰਕੇ ਨਹੀਂ ਦੇਖਦਾ। ਹਾਂ, ਮੀਡੀਅਮ ਅਲੱਗ ਨੇ, ਰਿਕੁਆਇਰਮੈਂਟਸ ਉਹਨਾਂ ਦੀ ਅਲੱਗ ਨੇ, ਲੇਕਿਨ ਜੇ ਤੁਸੀਂ ਆਰਟਿਸਟ ਹੋ ਤੇ ਉਹ ਸਾਰੇ ਇੱਕ ਫੈਮਿਲੀ ਹੈ। ਤਿੰਨੇ ਚੀਜ਼ਾਂ ਤੇ ਮੈਨੂੰ ਬੜੀਆਂ ਇੰਪ੍ਰੈਸ ਕਰਦੀਆਂ ਸੀ ਫਿਲਮਾਂ, ਔਰ ਮੈਨੂੰ ਲੱਗਦਾ ਸੀ ਕਿ ਫਿਲਮਾਂ ਦਾ ਹਿੱਸਾ ਬਣਨਾ ਚਾਹੀਦਾ। ਤੇ ਫਿਰ ਜਦੋਂ ਮੈਂ ਫਿਲਮਾਂ ਦੇਖਦਾ ਸੀ ਪੰਜਾਬੀ ਦੀਆਂ, ਫਿਰ ਮੈਨੂੰ ਬੜਾ ਕਈ ਵਾਰੀ ਮਾਯੂਸੀ ਹੁੰਦੀ ਸੀ ਕਿ ਠੀਕ ਹੈ, ਥੀਏਟਰ ਹੈ, ਥੀਏਟਰ ਬਰਬੋਸ ਹੋ ਸਕਦਾ, ਥੀਏਟਰ ਦੇ ਵਿੱਚ ਬੋਲਣਾ ਪੈਂਦਾ, ਤੁਹਾਨੂੰ ਕਈ ਵਾਰੀ ਬਹੁਤ ਜ਼ਿਆਦਾ ਬੋਲਣਾ ਪੈਂਦਾ, ਡਾਇਲੌਗ ਤੁਸੀਂ ਬੋਲਣੇ ਆ। ਹਾਲਾਂਕਿ ਥੀਏਟਰ ਦੇ ਵਿੱਚ ਵੀ ਪੌਜ਼ਸ ਚਾਹੀਦੇ ਆ, ਸਪੇਸ ਚਾਹੀਦੀ ਹੈ, ਪਰ ਫਿਲਮ ਦੇ ਵਿੱਚ ਤਾਂ ਬਹੁਤ ਤੁਸੀਂ ਬਿਨਾਂ ਬੋਲਿਆਂ ਬਹੁਤ ਕੁਝ ਬੋਲ ਸਕਦੇ ਹੋ, ਬਹੁਤ ਕੁਝ ਕਹਿ ਸਕਦੇ ਹੋ, ਬੜਾ ਤੁਸੀਂ ਮੈਸੇਜ ਕਨਵੇ ਕਰ ਸਕਦੇ ਹੋ, ਸਬਜੈਕਟ ਨੂੰ ਤੁਸੀਂ ਇੰਟਰਪ੍ਰੀਟ ਕਰ ਸਕਦੇ ਹੋ। ਸੋ ਮੈਨੂੰ ਇਹ ਚੀਜ਼ ਹੌਂਟ ਕਰਦੀ ਸੀ ਆਪਣੇ ਅੰਦਰ ਕਿਤੇ ਕਿ ਹੋਣੀ ਚਾਹੀਦੀ ਹੈ। ਕੁਝ ਸਬਜੈਕਟਸ ਮੈਨੂੰ ਹੌਂਟ ਕਰਦੇ ਸੀ। ਫਿਰ ਮੈਂ ਇਸ ਕਰਕੇ ਸੋਚਿਆ ਕਿ ਮੈਨੂੰ ਟਰਾਈ ਕਰਨਾ ਚਾਹੀਦਾ। ਫਿਰ ਮੈਂ ਕੁਦਰਤੀ ਮੈਨੂੰ ਇੱਕ ਫੀਚਰ ਫਿਲਮ ਮਿਲੀ 2 ਬੋਲ ਕਰਨ ਨੂੰ, ਉਹ ਫੀਚਰ ਫਿਲਮ ਕੀਤੀ। ਕੁਦਰਤੀ ਮਤਲਬ ਕਿ ਬਦਕਿਸਮਤੀ ਸਮਝੋ ਕਿ ਉਹ ਫਿਲਮ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਈ, ਤੇ ਉਹ ਕੰਮ ਮੇਰਾ ਏਦਾਂ ਹੀ ਮਤਲਬ ਦਬਿਆ ਰਹਿ ਗਿਆ ਕਿ ਆਡੀਅנס ਦੇ ਸਾਹਮਣੇ ਨਹੀਂ ਆਇਆ। ਉਹਨਾਂ ਦੋਸਤਾਂ ਨੇ ਕੈਨੇਡਾ ਵਗੈਰਾ ਚ ਕਿਤੇ ਰਿਲੀਜ਼ ਕੀਤੀ ਤੇ ਨਹੀਂ ਹੋਈ। ਫਿਰ ਮੈਂ ਸ਼ਾਰਟ ਫਿਲਮਸ ਦੇ ਜ਼ਰੀਏ ਮੈਨੂੰ ਲੱਗਾ ਕਿ ਜਿਹੜਾ ਮੇਰੇ ਅੰਦਰ ਇਹ ਆਰਟ ਹੈ, ਜੋ ਤੁਹਾਡੇ ਅੰਦਰ ਟੈਲੈਂਟ ਹੈਗਾ, ਤੁਸੀਂ ਦੁਨੀਆ ਤੋਂ ਏਦਾਂ ਹੀ ਉਹਨੂੰ ਲੈ ਕੇ ਤੁਰ ਜਾਓ ਤੇ ਇਹ ਤੁਹਾਡੀ ਬੇਵਕੂਫੀ ਹੈ, ਤੁਹਾਡੀ ਨਲਾਇਕੀ ਹੈ। ਤੇ ਮੈਂ ਉਹ ਨਲਾਇਕੀ ਨਹੀਂ ਸੀ ਕਰਨੀ ਚਾਹੁੰਦਾ, ਮੈਨੂੰ ਸੀ ਕਿ ਉਹ ਵੀ ਕੀਤਾ ਜਾਵੇ। ਸੋ ਫਿਰ ਮੈਂ ਫਿਲਮਾਂ ਵਾਲੇ ਪਾਸੇ ਆਇਆ, ਤੇ ਫਿਰ ਮੈਂ ਜਦੋਂ ਫਿਲਮਾਂ ਕੀਤੀਆਂ, ਮੈਂ ਜਿੰਨੀਆਂ ਵੀ ਹੁਣ ਤੱਕ ਫਿਲਮਾਂ ਕੀਤੀਆਂ, ਮੇਰੀਆਂ ਫਿਲਮਾਂ ਦੇ ਵਿੱਚ ਸਾਰੀਆਂ ਫਿਲਮਾਂ 'ਚ ਤੁਸੀਂ ਦੇਖੋਗੇ ਰੇਸ਼ੋ ਡਾਇਲੌਗ ਦੀ 50% ਤੋਂ ਜ਼ਿਆਦਾ ਕਿਤੇ ਵੀ ਮੈਂ ਨਹੀਂ ਰੱਖੀ, ਘੱਟ ਹੀ ਰੱਖੀ ਹੈ, ਮੈਕਸਿਮਮ ਕਹਿ ਰਿਹਾ, ਮੈਂ ਨਹੀਂ ਰੱਖੀ। ਤੇ ਉਹ ਫਿਲਮਾਂ ਮੈਨੂੰ ਬੜਾ ਸਵਾਦ ਦਿੰਦੀਆਂ ਕਿਸੇ ਸਟੋਰੀ ਨੂੰ। ਜਿਵੇਂ ਯੁੱਧ ਦਾ ਅੰਤ ਪ੍ਰਗਟ ਸਿੰਘ ਸਤੌਜ ਦੀ ਸਟੋਰੀ ਹੈ, ਉਹ ਮੈਨੂੰ ਲੱਗਦਾ ਸੀ ਜੇ ਮੈਂ ਥੀਏਟਰ ਕਰਾਂਗਾ ਤਾਂ ਕਿਸੇ ਹੋਰ ਤਰੀਕੇ ਦਾ ਥੀਏਟਰ ਹੋਏਗਾ, ਥੀਏਟਰ ਵੀ ਹੋ ਸਕਦਾ ਪਰ ਉਹ ਹੋਰ ਤਰੀਕੇ ਦਾ ਹੋਏਗਾ, ਪਰ ਜੇ ਫਿਲਮ ਹੋਏਗੀ ਤਾਂ ਫਿਲਮ ਕਿਸੇ ਹੋਰ ਤਰੀਕੇ ਨਾਲ ਪੇਸ਼ ਹੋਏਗੀ, ਤੇ ਮੈਂ ਉਸੇ ਤਰੀਕੇ ਨਾਲ ਉਹਨੂੰ ਕੀਤਾ। ਹੁਣ ਜਿਵੇਂ ਭੂਖ ਫਿਲਮ ਕੀਤੀ ਕਿ ਮਾਈਗ੍ਰੈਂਟ ਲੇਬਰ ਦੇ ਨਾਲ ਜੋ ਕੁਝ ਹੋਇਆ, ਉਹਦੀ ਮੇਰੀ ਕੋਸ਼ਿਸ਼ ਫਿਲਮ ਵਿੱਚ ਇਹੀ ਰਹੀ ਹਮੇਸ਼ਾ ਫਿਲਮਾਂ ਕਰਨ ਵੇਲੇ, ਤੇ ਕਈ ਲੋਕੀ ਉਸ ਤੇ ਇਤਰਾਜ਼ ਵੀ ਕਰਦੇ ਨੇ, ਕਈ ਲੋਕੀ ਉਸੇ ਚੀਜ਼ ਨੂੰ ਐਪਰੀਸ਼ੀਏਟ ਵੀ ਕਰਦੇ ਨੇ। ਹਰ ਡਾਇਰੈਕਟਰ ਦਾ ਇੱਕ ਸਾਈਨ ਹੁੰਦਾ ਹੈ ਕਿ ਉਹ ਕਿੱਦਾਂ ਦੀ ਚੀਜ਼ ਕਰਨਾ ਚਾਹੁੰਦਾ।
ਮੈਨੂੰ ਹੁੰਦਾ ਕਿ ਜੋ ਹੈਗਾ, ਜੋ ਦਿਸਦਾ ਹੈ ਸਾਹਮਣੇ, ਉਹਦਾ ਵੀ ਇੱਕ ਅਲੱਗ ਕੋਣ ਹੁੰਦਾ ਹੈ, ਉਹਦੀ ਵੀ ਇੱਕ ਅਲੱਗ ਡਾਇਮੈਂਸ਼ਨਸ ਹੁੰਦੀ ਹੈ, ਉਹ ਵੀ ਕਿਤੇ ਛੁਪੀ ਹੋਈ ਹੁੰਦੀ ਹੈ। ਜੇ ਥੀਏਟਰ ਦੇ ਵਿੱਚ ਸਾਨੂੰ ਮੁਸ਼ਕਿਲ ਲੱਗਦਾ, ਫਿਲਮ 'ਚ ਤਾਂ ਸਾਨੂੰ ਮੁਸ਼ਕਿਲ ਨਹੀਂ ਲੱਗਣਾ ਚਾਹੀਦਾ, ਫਿਲਮ ਦੇ ਵਿੱਚ ਸਾਨੂੰ ਉਹ ਦਿਖਾਉਣਾ ਚਾਹੀਦਾ। ਬੇਸਿਕ ਜਿਹਾ ਡਿਫਰੈਂਸ ਮੈਨੂੰ ਫਿਲਮ ਵਾਲੇ ਪਾਸੇ ਜਾਣ ਦਾ ਇਸ ਕਰਕੇ ਲੱਗਾ ਕਿ ਥੀਏਟਰ ਦੇ ਵਿੱਚ ਅਸੀਂ ਦ੍ਰਿਸ਼ ਸਿਰਜਦੇ ਹਾਂ। ਇਹ ਨਹੀਂ ਹੈ ਕਿ ਥੀਏਟਰ 'ਚ ਦ੍ਰਿਸ਼ ਹੈ ਨਹੀਂਗਾ, ਥੀਏਟਰ ਵੀ ਵਿਜ਼ੂਅਲ ਆਰਟ ਹੈ, ਲੇਕਿਨ ਅਸੀਂ ਦ੍ਰਿਸ਼ ਸਿਰਜਦੇ ਹਾਂ। ਕਿ ਜੇ ਸਮੁੰਦਰ ਦਾ ਦ੍ਰਿਸ਼ ਚਾਹੀਦਾ, ਅਸੀਂ ਸਮੁੰਦਰ ਸਿਰਜਦੇ ਹਾਂ ਕਿਸੇ ਤਰੀਕੇ ਨਾਲ। ਜੇ ਅਸਮਾਨ ਦਾ ਚਾਹੀਦਾ, ਅਸੀਂ ਅਸਮਾਨ ਕ੍ਰੀਏਟ ਕਰਦੇ ਹਾਂ ਕਿਵੇਂ ਨਾ ਕਿਵੇਂ। ਜਾਂ ਕੋਈ ਹੋਟਲ, ਰੈਸਟੋਰੈਂਟ, ਕੁਝ ਵੀ ਚਾਹੀਦਾ, ਘਰ ਚਾਹੀਦਾ, ਅਸੀਂ ਕ੍ਰੀਏਟ ਕਰਦੇ ਹਾਂ, ਚੀਜ਼ਾਂ ਕਿਤੇ ਪਲੇਸ ਕਰਦੇ ਹਾਂ, ਕੁਝ ਹੋਰ ਚੀਜ਼ਾਂ ਪਲੇਸ ਕਰਦੇ। ਫਿਲਮ ਦੇ ਵਿੱਚ ਵੀ ਦ੍ਰਿਸ਼ ਹੈਗਾ, ਲੇਕਿਨ ਉੱਥੇ ਦ੍ਰਿਸ਼ ਤੁਸੀਂ ਸਿਰਜਣਾ ਨਹੀਂ ਹੈ, ਤੁਸੀਂ ਉੱਥੇ ਦ੍ਰਿਸ਼ ਕੈਪਚਰ ਕਰਨਾ। ਇਹ ਇੱਕ ਮੋਟਾ ਜਿਹਾ ਫਰਕ ਹੈ, ਉਹਦੀ ਦ੍ਰਿਸ਼ ਕੈਪਚਰ ਕਰਨਾ। ਲੇਕਿਨ ਉਸ ਕੈਪਚਰ ਕਰਨ ਵੇਲੇ ਮੈਨੂੰ ਜਿਹੜਾ ਇੰਟਰਸਟਿੰਗ ਲੱਗਦਾ, ਬੜਾ ਚੈਲੰਜਿੰਗ ਲੱਗਦਾ, ਉਹ ਇਹ ਲੱਗਦਾ ਕਿ ਦ੍ਰਿਸ਼ ਤਾਂ ਤੁਹਾਡੇ ਸਾਹਮਣੇ ਪੂਰਾ ਵੱਡੇ ਆਕਾਰ 'ਚ ਪਿਆ, ਤੁਹਾਡੇ ਸਾਹਮਣੇ ਵੱਡੀ ਸਾਰੀ ਬਿਲਡਿੰਗ ਪਈ ਹੈ, ਤੁਹਾਡੇ ਸਾਹਮਣੇ ਵੱਡਾ ਸਾਰਾ ਸਮੁੰਦਰ ਪਿਆ, ਤੁਸੀਂ ਉਹਦੇ ਕਿਹੜੇ ਐਂਗਲ ਦੇ ਉੱਤੇ ਕੈਮਰਾ ਰੱਖ ਕੇ ਉਹਦਾ ਕਿਹੜਾ ਐਂਗਲ ਤੁਸੀਂ ਕੈਪਚਰ ਕਰਨਾ ਜਿਹੜਾ ਤੁਹਾਡੀ ਸਟੋਰੀ ਨੂੰ ਹੈਲਪ ਕਰੇ, ਤੁਹਾਡੇ ਉਸ ਸੀਨ ਨੂੰ ਹੈਲਪ ਕਰੇ, ਤੁਹਾਡੇ ਕਰੈਕਟਰ ਨੂੰ ਹੈਲਪ ਕਰੇ। ਮੈਂ ਆਲਵੇਜ਼ ਉਹ ਕੋਸ਼ਿਸ਼ ਕਰਦਾ। ਤੇ ਮੇਰਾ ਉਨਾ ਹੀ ਇੰਟਰਸਟ ਇਸ ਵੇਲੇ ਫਿਲਮਾਂ 'ਚ ਹੈ ਜਿੰਨਾ ਇੰਟਰਸਟ ਮੇਰਾ ਰੰਗਮੰਚ ਦੇ ਵਿੱਚ ਹੈ। ਮੈਂ ਇਹਨਾਂ ਦਿਨਾਂ ਦੇ ਵਿੱਚ ਇੱਕ ਬੜੀ ਕੰਪਲੈਕਸ ਕਿਸਮ ਦੀ, ਬੜੀ ਗਹਿਜ ਕਿਸਮ ਦੀ ਪੰਜਾਬ ਨੂੰ ਟੋਟੈਲਿਟੀ ਵਿੱਚ ਲੈ ਕੇ ਇੱਕ ਵੈਬ ਸੀਰੀਜ਼ ਦੇ ਉੱਤੇ ਕੰਮ ਕਰ ਰਿਹਾ, ਜਿਹਦਾ ਸਟੋਰੀ ਜਿਹੜਾ ਵਰਕ ਹੈਗਾ ਉਹ ਕੰਪਲੀਟ ਹੋ ਚੁੱਕਾ ਹੋਇਆ, ਔਰ ਉਹ ਸਟੋਰੀ ਪਿਚਨ ਵੀ ਹੋ ਚੁੱਕੀ ਹੋਈ ਹੈ। ਉਹਦਾ ਅਗਲਾ ਪੜਾਅ ਜਿਹੜਾ ਹੋਇਆ ਉਹ ਅਸੀਂ ਹੁਣ ਛੇਤੀ ਸ਼ੁਰੂ ਕਰਨ ਲੱਗੇ ਹਾਂ। ਉਹ ਹੋਪ ਸੋ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਸਾਥ ਹੋਣਗੀਆਂ ਤੇ ਸ਼ਾਇਦ ਅਸੀਂ ਕਿਸੇ ਵੱਡੇ ਲੈਵਲ ਦੇ ਉੱਤੇ, ਨੈਸ਼ਨਲ ਲੈਵਲ ਦੇ ਉੱਤੇ ਉਸ ਵੈਬ ਸੀਰੀਜ਼ ਨੂੰ ਐਜ਼ ਰਾਈਟਰ ਡਾਇਰੈਕਟਰ ਕਿਤੇ ਲੈ ਕੇ ਆਈਏ। ਸੋ ਉਹ ਵੀ ਮੇਰੇ ਲਈ ਇੱਕ ਚੈਲੰਜ ਵੀ ਹੈ, ਇੱਕ ਸਵਾਦ ਵੀ ਹੈ ਕਿ ਜਿਹੜੀ ਚੀਜ਼ ਮੈਂ ਥੀਏਟਰ 'ਚ ਨਹੀਂ ਕਰ ਸਕਦਾ ਉਹ ਚੀਜ਼ ਮੈਂ ਫਿਲਮ 'ਚ ਕਰ ਸਕਦਾ। ਥੀਏਟਰ ਦੇ ਵਿੱਚ ਵੀ ਐਕਟਰ ਐਕਟਿੰਗ ਹੀ ਕਰਦਾ, ਫਿਲਮ ਦੇ ਵਿੱਚ ਵੀ ਐਕਟਰ ਐਕਟਿੰਗ ਹੀ ਕਰਦਾ, ਉਹਦੀਆਂ ਬੇਸਿਕਸ ਚੇਂਜ ਨਹੀਂ ਹੁੰਦੀਆਂ। ਫਰਕ ਸਿਰਫ ਇੰਨਾ ਹੀ ਹੈ, ਥੀਏਟਰ ਦੇ ਵਿੱਚ ਮੈਂ ਐਕਟਰ ਨਾਲ 30 ਦਿਨ ਲਾ ਸਕਦਾ, ਜਾਂ ਤੁਸੀਂ ਮੇਰੇ ਨਾਲ 30 ਦਿਨ ਲਾ ਸਕਦੇ ਹੋ, ਮੈਨੂੰ ਉਸ ਕਰੈਕਟਰ ਲਈ ਤਿਆਰ ਕਰ ਸਕਦੇ ਹੋ। ਫਿਲਮ ਦੇ ਵਿੱਚ ਇਹ ਪੋਸੀਬਲ ਨਹੀਂ ਹੈ। ਫਿਲਮ ਦੇ ਵਿੱਚ ਤੁਸੀਂ ਸਿਰਫ ਉਹਦੀ ਆਡੀਸ਼ਨ ਲੈ ਸਕਦੇ ਹੋ, ਸਿਰਫ ਐਕਟਰ ਤੇ ਵਿਸ਼ਵਾਸ ਜਤਾ ਸਕਦੇ ਹੋ, ਉਹਨੂੰ ਸੈੱਟ ਤੇ ਲਿਆ ਕੇ ਸਿਰਫ ਸਮਝਾ ਸਕਦੇ ਹੋ, ਬਾਕੀ ਕੰਮ ਉਹਦਾ ਹੈ। ਮਤਲਬ ਐਕਟਿੰਗ ਦਾ ਫਰਕ ਇੰਨਾ ਹੀ ਹੈ ਕਿ ਤੁਸੀਂ ਐਕਟਿੰਗ ਨੂੰ ਸਿਖਾ ਨਹੀਂ ਸਕਦੇ, ਫਿਲਮ ਦੇ ਵਿੱਚ ਐਕਟਿੰਗ ਉਸ ਤੋਂ ਕਰਵਾ ਸਕਦੇ ਆ, ਥੀਏਟਰ ਦੇ ਵਿੱਚ ਤੁਸੀਂ ਸਿਖਾ ਵੀ ਸਕਦੇ ਹੋ। ਜੇ ਉਹ 30% ਹੈ ਤੁਸੀਂ ਉਹਨੂੰ 100% ਤੱਕ ਲੈ ਕੇ ਜਾ ਸਕਦੇ ਆ। ਇਸੇ ਤਰ੍ਹਾਂ ਥੀਏਟਰ ਦੇ ਵਿੱਚ ਤੁਹਾਡੀ ਸੈੱਟ ਡਿਜ਼ਾਈਨਿੰਗ ਤੁਸੀਂ ਕਿਸੇ ਵੀ ਲੈਵਲ ਤੱਕ ਜਾ ਸਕਦੇ ਆ, ਕਿੰਨੀ ਤੁਹਾਡੀ ਇਮੇਜਿਨੇਸ਼ਨ ਹੈ। ਇੱਥੇ ਜਿਹੜੀ ਤੁਹਾਡੀ ਡਿਜ਼ਾਈਨਿੰਗ ਹੈ ਉਹ ਤੁਸੀਂ ਕੈਪਚਰ ਕਰਨੀ ਹੈ, ਬਾਕੀ ਚੀਜ਼ਾਂ ਵੀ ਇਦਾਂ ਸਾਰੀਆਂ। ਔਰ ਥੀਏਟਰ ਐਕਟਰ ਮੈਂ ਤਾਂ ਵੈਸੇ ਹੁਣ ਸ਼ੁਰੂ ਵਿੱਚ ਕਿਤੇ ਲਾਊਡ ਕੀਤਾ ਹੋਊਗਾ ਤਾਂ ਕੀਤਾ ਹੋਊਗਾ, ਮੈਂ ਤਾਂ ਥੀਏਟਰ ਦੇ ਵਿੱਚ ਵੀ ਖੁਦ ਵੀ ਮੈਂ ਬਹੁਤ ਸਟਲ ਐਕਟਿੰਗ 'ਚ ਵਿਸ਼ਵਾਸ ਕਰਦਾ। ਜਦੋਂ ਕੋਈ ਹਰੇ ਬੂਟਰ ਹੋਰੀ ਭਾਜੀ ਨਾਲ ਮੈਂ ਨਾਟਕ ਕਰਦਾ ਸੀ ਤੇ ਮੈਨੂੰ ਮੇਰੇ ਕੋ ਆਰਟਿਸਟ ਨੇ ਕਿਹਾ ਵੀ ਕਿ ਭਾਜੀ ਸਾਨੂੰ ਇਹ ਲੱਗਦਾ ਕਿ ਤੁਸੀਂ ਟੀਵੀ ਵਾਸਤੇ ਐਕਟਿੰਗ ਕਰ ਰਹੇ ਹੋ। ਮੈਂ ਭਾਜੀ ਨੂੰ ਪੁੱਛਿਆ, ਮੈਂ ਭਾਜੀ ਮੇਰੀ ਆਵਾਜ਼ ਪਿੱਛੇ ਤੱਕ ਜਾ ਰਹੀ ਸੀ? ਭਾਈ ਕਹਿੰਦੇ ਹਾਂ ਜਾ ਰਹੀ ਸੀ। ਮੈਂ ਕਿਹਾ ਫਿਰ ਪ੍ਰੋਬਲਮ ਕੋਈ ਨਹੀਂ ਹੈ। ਸੋ ਮੈਂ ਸਟਲ ਐਕਟਿੰਗ 'ਚ ਵਿਸ਼ਵਾਸ ਜ਼ਿਆਦਾ ਕਰਦਾ। ਮੈਂ ਖੁਦ ਵੀ ਚਾਹਨਾ ਕਿ ਬਹੁਤ ਸਾਰੇ ਪੌਜ਼ਿਸ ਥੀਏਟਰ ਦੇ ਵਿੱਚ ਵੀ ਹੋਣੇ ਚਾਹੀਦੇ ਆ, ਬਹੁਤ ਸਾਰੀਆਂ ਚੀਜ਼ਾਂ ਚੁੱਪ ਹੋਣੀਆਂ ਚਾਹੀਦੀਆਂ। ਇਦਾਂ ਫਿਲਮ ਦੇ ਵਿੱਚ ਵੀ ਤੁਹਾਡੀ ਚੁੱਪ ਦੀ ਭਾਸ਼ਾ ਹੋਣੀ ਚਾਹੀਦੀ ਹੈ, ਤੁਹਾਡੇ ਐਕਸਪ੍ਰੈਸ਼ਨ ਦੀ ਭਾਸ਼ਾ ਹੋਣੀ ਚਾਹੀਦੀ ਹੈ, ਤੁਹਾਡੇ ਦੀ ਭਾਸ਼ਾ ਹੋਣੀ ਚਾਹੀਦੀ ਹੈ। ਉਹ ਕਿਉਂਕਿ ਕਿੰਨਾ ਕੁਛ ਹੀ ਅੰਦਰ ਪਿਆ ਹੁੰਦਾ ਇੱਕ ਆਰਟਿਸਟ ਦੇ, ਕਿੰਨਾ ਕੁਛ ਹੀ ਅੰਦਰ ਹੁੰਦਾ, ਕਿੰਨਾ ਕੁਛ ਮੈਂ ਪੜ੍ਹਦਾ, ਕਿੰਨਾ ਕੁਛ ਮੈਂ ਅਬਜ਼ਰਵ ਕਰਦਾ। ਸਵੇਰੇ ਅਖਬਾਰ ਪੜ੍ਹਦੇ ਜਦੋਂ ਪੌਣਾ ਘੰਟਾ ਲੈਣਾ, ਕਿੰਨੇ ਦਿਮਾਗ 'ਚ ਆਈਡੀਆ ਆਉਂਦੇ। ਜਦੋਂ ਟੀਵੀ ਦੇਖ ਰਿਹਾ ਹੁੰਦਾ ਉਦੋਂ ਵੀ ਆਈਡੀਆਜ਼ ਆਉਂਦੇ। ਜਦੋਂ ਮੈਂ ਆਪਣੀ ਲਾਈਫ ਦਾ ਸ਼ਾਮ ਇੰਜੋਏ ਕਰ ਰਿਹਾ ਹੁੰਦਾ ਉਦੋਂ ਵੀ ਦਿਮਾਗ 'ਚ ਕਿੰਨੇ ਕੁਛ ਆਈਡੀਆਜ਼ ਆਉਂਦੇ ਆ। ਦੁਨੀਆ ਦੇ ਵਿੱਚ ਇੰਨਾ ਕੁਛ ਹੋ ਰਿਹਾ, ਇੰਨਾ ਕੁਛ ਡਿਸਪੈਰਿਟੀਜ਼ ਹੋ ਰਹੀਆਂ, ਇੰਨਾ ਜ਼ਿਆਦਾ ਫਰਕ ਪੈ ਰਿਹਾ ਅਮੀਰ ਤੇ ਗਰੀਬ ਦੇ ਵਿੱਚ, ਇੰਨਾ ਜ਼ਿਆਦਾ ਭੁੱਖਮਰੀ ਫੈਲ ਰਹੀ ਹੈ, ਇੰਨਾ ਜ਼ਿਆਦਾ ਸੰਕਟ ਫੈਲ ਰਹੇ ਨੇ। ਔਰ ਉਹਨਾਂ ਸਾਰੇ ਸੰਕਟਾਂ ਨੂੰ, ਉਹਨਾਂ ਸਾਰੀਆਂ ਅਚੀਵਮੈਂਟਸ ਨੂੰ, ਉਹਨਾਂ ਸਾਰੇ ਕੁਛ ਨੂੰ ਕੱਲਾ ਥੀਏਟਰ ਮੈਨੂੰ ਨਹੀਂ ਲੱਗਦਾ ਕਿ ਉਹਨੂੰ ਪ੍ਰੈਡਿਕਟ ਕਰ ਸਕਦਾ। ਉਹਦੇ ਲਈ ਫਿਲਮ ਨੂੰ ਵੀ ਕਦਮ ਨਾ ਕਦਮ ਮਿਲਾ ਕੇ ਚੱਲਣਾ ਚਾਹੀਦਾ। ਲੇਕਿਨ ਮੇਰੀ ਕੋਸ਼ਿਸ਼ ਹੈ ਕਿ ਥੀਏਟਰ ਵੀ ਜਿਹੜਾ ਮੈਂ ਜ਼ਿੰਦਗੀ ਭਰ ਜਿੰਨਾ ਵੀ ਥੀਏਟਰ ਕਰਾਂਗਾ ਉਹ ਰੀਅਲ ਥੀਏਟਰ ਹੀ ਕਰਾਂਗਾ ਜਿਹੜਾ ਜ਼ਿੰਦਗੀ ਦੇ ਨੇੜੇ ਹੋਵੇ। ਔਰ ਫਿਲਮਸ ਵੀ ਮੈਂ ਜਿੰਨੀਆਂ ਵੀ ਕਰਾਂਗਾ ਉਹ ਵਪਾਰਕ ਹੋਣ ਜਾਂ ਨਾ ਹੋਣ, ਉਹ ਕਮਰਸ਼ੀਅਲ ਬਹੁਤਾ ਹੋਣ ਜਾਂ ਨਾ ਹੋਣ, ਲੇਕਿਨ ਰੀਅਲ ਜਿਹੜੀਆਂ ਨਜ਼ਦੀਕ ਜ਼ਿੰਦਗੀ ਦੇ ਆ ਕੇ ਜ਼ਿੰਦਗੀ ਦੀਆਂ ਕੰਪਲੈਕਸਿਟੀਜ਼ ਨੂੰ ਫੜ ਸਕਣ, ਉਹ ਕੋਸ਼ਿਸ਼ ਕਰ ਸਕਾਂਗਾ। ਕਾਮਯਾਬ ਕਿੰਨਾ ਹੋਵਾਂਗਾ ਕਿੰਨਾ ਨਹੀਂ ਹੋਵਾਂਗਾ ਮੈਂ ਬਹੁਤਾ ਇਸ ਮਾਮਲੇ 'ਚ ਮਾਥਾ ਪੱਚੀ ਨਹੀਂ ਕਰਦਾ, ਕਿਉਂਕਿ ਮੇਰਾ ਇਹ ਸਲੋਗਨ ਹੈ ਲਾਈਫ ਦਾ ਕਿ ਮੰਜ਼ਿਲ ਕੋਈ ਨਹੀਂ ਹੁੰਦੀ, ਇਹ ਵਹਿਮ ਹੈ। ਰਾਹਾਂ ਤੇ ਤੁਰਨਾ ਹੀ ਕਾਫੀ ਹੁੰਦਾ। ਮੈਂ ਤੁਰਦਾ ਰਹਾ, ਤੁਹਾਡਾ ਸਾਰਿਆਂ ਦਾ ਆਸ਼ੀਰਵਾਦ ਬਣਿਆ ਰਵੇ, ਪਿਆਰ ਬਣਿਆ ਰਵੇ। ਬਿਲਕੁਲ ਸਾਹਿਬ, ਇਹ ਤੇ ਸਾਡਾ ਸਾਰਿਆਂ ਦਾ ਆਸ਼ੀਰਵਾਦ, ਸਹਿਯੋਗ
ਔਰ ਤੁਸੀਂ ਆਪਣੀਆਂ ਮੰਜ਼ਿਲਾਂ ਆਪਣੇ ਰਾਹਾਂ ਨੂੰ ਹੋਰ ਰਸਤੇ ਸੋਹਣੇ ਸੋਹਣੇ ਚੁਣਦੇ ਰਹੋ, ਰਸਤਿਆਂ ਨੂੰ ਸਵਾਰਦੇ ਰਹੋ। ਬਹੁਤ ਸੋਹਣੀਆਂ ਗੱਲਾਂ ਹੋਈਆਂ, ਜਿਸ ਤਰ੍ਹਾਂ ਦੀਆਂ ਗੱਲਾਂ ਮੈਂ ਚਾਹੁੰਦਾ ਸੀ ਕਿ ਹਾਂ ਇਦਾਂ ਬਾਰੇ ਗੱਲਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ। ਔਰ ਮੈਂ ਲਾਸਟ ਵਿੱਚ ਇੱਕ ਗੱਲ ਕਰਨੀ ਹੈ, ਤੁਸੀਂ ਕੰਪਲੀਟ ਕਰ ਲਓ। ਨਹੀਂ, ਮੈਂ ਅਜੇ ਤੇਰੇ ਤੋਂ ਬਾਅਦ ਕਰਦਾ ਹਾਂ। ਅੱਛਾ ਹਾਂ, ਬਸ ਮੈਂ ਬਹੁਤ ਸਾਰੇ ਜਿੰਨੇ ਮੇਰੇ ਦਰਸ਼ਕ ਨੇ, ਜਿੰਨੇ ਪ੍ਰਬੰਧਕ ਨੇ, ਥੀਏਟਰ ਦੇ ਪ੍ਰਬੰਧਕ ਪੂਰੇ ਪੰਜਾਬ ਦੇ ਵਿੱਚ, ਚਾਹੇ ਉਹ ਪ੍ਰੋਗਰੈਸਿਵ ਹਲਕਾ ਹੈ, ਚਾਹੇ ਉਹ ਲਿਟਰੇਰੀ ਹਲਕਾ ਹੈ, ਜਿੰਨੇ ਮੇਰੇ ਥੀਏਟਰ ਦੇ ਫਰੈਂਡਸ ਨੇ ਜਿੱਥੇ ਵੀ ਬੈਠੇ ਨੇ, ਮੈਂ ਉਹਨਾਂ ਸਾਰਿਆਂ ਦਾ ਬਹੁਤ ਥੈਂਕਸ ਕਰਦਾ। ਮੈਨੂੰ ਉਹਨਾਂ ਨੇ ਬਹੁਤ ਪਿਆਰ ਦਿੱਤਾ ਭਾਜੀ, ਸੱਚੀ ਮੁੱਚੀ ਦੱਸਦਾ, ਮੈਨੂੰ ਬਹੁਤ ਪਿਆਰ ਮਿਲਿਆ। ਗੁਰਸ਼ਰਨ ਸਿੰਘ ਦੀ ਫੈਮਿਲੀ ਤੋਂ ਮੈਨੂੰ ਬਹੁਤ ਪਿਆਰ ਮਿਲਿਆ। ਔਰ ਉਹ ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਜਦੋਂ ਅਰੀਤ ਜਾਂ ਗੁੱਗੀ ਕਹਿੰਦੇ ਹੁੰਦੇ ਆ ਕਿ ਭਾਜੀ, ਉਹ ਕਹਿੰਦੇ ਹੁੰਦੇ ਸੀ ਕਿ ਹਾਂ ਬਾਕੀ ਕਲਾਕਾਰ ਆਏ ਤੇ ਇੱਕ ਸਾਹਿਬ ਆਇਆ ਮੇਰੇ ਕੋਲ, ਤੇ ਉਹ ਮੈਨੂੰ ਚੀਜ਼ਾਂ ਚੰਗੀਆਂ ਲੱਗਦੀਆਂ। ਮੈਂ ਰੋਜ਼ੀ ਦਾ ਬੜਾ ਥੈਂਕਫੁਲ ਹਾਂ ਕਿ ਰੋਜ਼ੀ ਨੇ ਮੈਨੂੰ ਥੀਏਟਰ ਦੇ ਵਿੱਚ ਇੱਕ ਸਟਰੈਂਥ ਬਣ ਕੇ ਨਾਲ ਖੜੀ ਹੈ ਮੇਰੇ, ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰੋਜ਼ੀ ਸੰਭਾਲ ਲੈਂਦੀ, ਮੈਨੂੰ ਟੈਨਸ਼ਨ ਨਹੀਂ ਹੁੰਦੀ। ਮੈਨੂੰ ਆਪਣੀਆਂ ਬੇਟੀਆਂ ਤੇ ਬੜਾ ਮਾਣ ਹੈ, ਮੈਨੂੰ ਮੱਲਿਕਾ ਤੇ ਬੜਾ ਮਾਣ ਹੈ। ਮੱਲਿਕਾ ਨੇ ਜਦੋਂ ਵਜਾਈਨਾ ਟਾਕਸ ਸ਼ੋਅ ਕੀਤਾ ਤੇ ਮੈਂ ਉਹਦੇ ਤੇ ਕੌਨਫੀਡੈਂਸ ਜਿਹੜਾ ਜਤਾਇਆ, ਉਹਨੇ ਕੌਨਫੀਡੈਂਸ ਉਹ ਪੂਰਾ ਕੀਤਾ। ਐਂਡ ਅਰਸ਼ਕਾ ਤੇ ਮੈਨੂੰ ਬੜਾ ਮਾਣ ਹੈ ਕਿ ਉਹਦਾ ਫਿਲਮਾਂ ਦੇ ਵਿੱਚ ਬੜਾ ਹੈਗਾ ਇੰਟਰਸਟ ਹੈ, ਉਹ ਸਿਨੇਮੈਟੋਗ੍ਰਾਫੀ ਵਾਲੇ ਪਾਸੇ ਵੀ ਇੰਟਰਸਟ ਹੈ, ਅਸਿਸਟ ਵੀ ਕਰਦੀ ਹੈ। ਤੇ ਹੁਣ ਉਹਨੇ ਐਜ਼ ਮਾਡਲ ਵੀ ਸ਼ਾਹਿਦ ਮਾਲਿਆ ਜਿਹੜਾ ਹਿੰਦੀ ਦਾ ਫੇਮਸ ਹੈਗਾ ਗਾਇਕ ਹੈ, ਉਹਦਾ ਇੱਕ ਗੀਤ ਐਜ਼ ਮਾਡਲ ਕੀਤਾ, ਹੋਰ ਵੀ ਕਰ ਰਹੀ ਹੈ। ਸੋ ਮੈਨੂੰ ਆਪਣੀ ਫੈਮਿਲੀ ਤੇ, ਦੋਨਾਂ ਬੇਟੀਆਂ ਤੇ, ਲਾਈਫ ਪਾਰਟਨਰ ਤੇ, ਤੁਹਾਡੇ ਸਾਰਿਆਂ ਤੇ ਮੈਨੂੰ ਬੜਾ ਮਾਣ ਹੈ। ਬਸ ਤੁਸੀਂ ਇੱਥੇ ਪਿਆਰ ਦਿੰਦੇ ਰਹੋ, ਫਿਰ ਸਾਥ ਜਿੰਦਾ ਰਹੂਗਾ। ਬਿਲਕੁਲ, ਸਾਨੂੰ ਆਪ ਬਹੁਤ ਮਾਣ ਹੈ ਕਿ ਤੁਸੀਂ ਇੰਨੇ ਸੋਹਣੇ ਕੰਮ ਕਰ ਰਹੇ ਹੋ। ਇਦਾਂ ਦੇ ਕੰਮ ਕਰਦੇ ਰਹੋ, ਇੰਨੀਆਂ ਡਾਇਮੈਂਸ਼ਨਸ ਵਾਲੇ ਕੰਮ ਕਰਦੇ ਰਹੋ। ਤੇ ਅਸੀਂ, ਰੋਜ਼ੀ ਸਾਹਿਬ ਤਾਰੀਫ ਕਰ ਰਿਹਾ ਹੈ, ਰੋਜ਼ੀ ਨੇ ਬਹੁਤ ਸਾਥ ਦਿੱਤਾ। ਕਿੱਦਾਂ ਲੱਗ ਰਿਹਾ? ਮਾਈਕ ਰੋਜ਼ੀ ਦਾ ਮਾਈਕ ਅੱਜ ਆਫ ਹੈ। ਹਾਂ, ਤੂੰ ਜੋ ਬੋਲ ਰਿਹਾ ਰੋਜ਼ੀ ਕਿੱਥੋਂ ਬੋਲੇ? ਮੈਂ ਰੋਜ਼ੀ ਵੀ ਮਾਈਕ ਨਹੀਂ ਆਨ ਹੋ ਰਿਹਾ। ਮੈਂ ਇਹੀ ਗੱਲ ਕਹਿਣੀ ਸੀ। ਚੱਲ ਪਿਆ। ਹਾਂ। ਅੱਛਾ ਬਹੁਤ ਵਧੀਆ ਲੱਗ ਰਿਹਾ ਭਾਜੀ। ਉਦਣ ਮੇਰੇ ਨਾਲ ਜਿਵੇਂ ਗੱਲਬਾਤ ਹੋਈ ਸੀ, ਅੱਜ ਇਹਨਾਂ ਨਾਲ ਸਾਡੀ ਲਾਈਫ ਬਹੁਤ ਮਿਲਦੀ ਜੁਲਦੀ ਹੈ। ਅਸੀਂ ਕਿਉਂਕਿ ਇਕੱਠੇ ਕੰਮ ਕਰਦੇ ਰਹੇ ਹਾਂ, ਇਕੱਠੇ ਕਰ ਰਹੇ ਹਾਂ, ਕਰਦੇ ਰਹਾਂਗੇ। ਤੇ ਮੈਨੂੰ ਬੜਾ ਅੱਛਾ ਲੱਗਿਆ ਕਿ ਹਾਂ, ਸਾਹਿਬ ਨੂੰ ਵੀ ਇਸ ਮੇਰੇ ਕੰਮ ਤੇ ਇਹਨਾਂ ਨੇ ਐਪਰੀਸ਼ੀਏਟ ਕੀਤਾ। ਥੈਂਕਸ ਹੈ ਸਾਹਿਬ ਦਾ। ਚਲੋ ਹੁਣ ਬਾਕੀ ਦਾ ਥੈਂਕਸ ਤੁਸੀਂ ਘਰ ਬੈਠੇ। ਹੁਣ ਇਸ ਤੋਂ ਬਾਅਦ ਜਦੋਂ ਸਾਹਿਬ ਹੁਣੇ ਗੱਲ ਕਰ ਰਹੇ ਕਿ ਜਦੋਂ ਮੈਂ ਸ਼ਾਮ ਨੂੰ ਬੈਠਦਾ ਉਦੋਂ ਫਿਰ ਮੇਰੇ ਮਨ 'ਚ ਹੋਰ ਨਵੇਂ ਆਈਡੀਆ ਆਉਂਦੇ ਆ। ਸਾਹਿਬ, ਨਵੇਂ ਆਈਡੀਆ ਵਾਸਤੇ ਅਸੀਂ ਤੈਨੂੰ ਸਪੇਸ ਦਿੰਦੇ ਆ। ਸੋ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਸਾਰਿਆਂ ਦਾ। ਔਰ ਸਾਹਿਬ, ਰੋਜ਼ੀ, ਹੀਰਾ ਰੰਧਾਵਾ ਸਾਡੇ ਨਾਲ ਰੋਜ਼ ਜੁੜਦੇ ਆ ਟੋਰਾਂਟੋ ਤੋਂ, ਔਰ ਸਰੀਨ ਸਾਹਿਬ, ਸਾਰੇ ਦੋਸਤੋ। ਅਸੀਂ ਕੱਲ ਨੂੰ ਫਿਰ ਮਿਲਾਂਗੇ 5 ਤੋਂ 6। ਕੱਲ ਸੋਮਵਾਰ ਹੈ, ਸੋਮਵਾਰ ਦਾ ਦਿਨ ਅਸੀਂ ਕਿਉਂਕਿ ਇਹ ਸਾਲ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਸ਼ਤਾਬਦੀ ਹੈ, ਤੇ ਅਸੀਂ ਸੋਮਵਾਰ ਨੂੰ ਉਹਨਾਂ ਬਾਰੇ ਕੋਈ ਨਾਟਕ, ਕੋਈ ਗੀਤ, ਕਵਿਤਾਵਾਂ ਦੀ ਗੱਲ ਕਰਦੇ ਹਾਂ। ਕੱਲ ਨੂੰ ਮੇਰਾ ਨਾਟਕ ਸੀਸ ਹੈ ਜਿਹੜਾ ਨਵਾਂ ਲਿਖਿਆ, ਉਹਦੇ ਬਾਰੇ ਅਸੀਂ ਗੱਲ ਕਰਾਂਗੇ ਵੀ ਉਹ ਕਿਉਂ, ਉਹਦੀ ਸਿਰਜਣ ਪ੍ਰਕਿਰਿਆ ਬਾਰੇ ਉਹਦੇ ਵਿੱਚੋਂ ਕੋਈ ਗੱਲ ਕਰਾਂਗੇ। ਸੋ ਕੱਲ ਅਸੀਂ ਉਹਦੇ ਲਈ ਮਿਲਾਂਗੇ। ਪਰਸੋਂ ਨੂੰ ਅਸੀਂ ਜਗਜੀਤ ਸਰੀਨ ਹੋਰਾਂ ਦੇ ਨਾਲ ਗੱਲਾਂ ਕਰਾਂਗੇ ਇਹਨਾਂ ਦੇ ਰੰਗ ਸੰਘਰਸ਼ ਬਾਰੇ, ਇਹਨਾਂ ਦੀ ਰੰਗ ਯਾਤਰਾ ਬਾਰੇ। ਮੰਗਲਵਾਰ ਨੂੰ 5 ਤੋਂ 6 ਸਰੀਨ ਸਾਹਿਬ ਨਾਲ। ਸੋ ਕੱਲ ਅਸੀਂ ਸੀਸ ਬਾਰੇ ਗੱਲਾਂ ਕਰਾਂਗੇ। ਬਹੁਤ ਸ਼ੁਕਰੀਆ, ਮਿਲਦੇ ਰਵਾਂਗੇ। ਸੋ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਥੈਂਕ ਯੂ ਸਾਹਿਬ ਸਿੰਘ, ਥੈਂਕ ਯੂ, ਬਹੁਤ ਵਧੀਆ। ਥੈਂਕ ਯੂ ਸਾਰੇ।